ਗੁਰਬਚਨ ਦੀ ਪੁਸਤਕ ਹੈ ਇਹਨਾਂ ਮੁੰਡਿਆਂ ਜਲਦੀ ਮਰ ਜਾਣਾ। ਪਹਿਲਾ ਅੰਗ ਹੈ ਇਹ ਪੰਜਾਬ ਨਹੀਂ, ਨਿਊਯਾਰਕ। ਮੇਰਾ ਨਾਂ ਹਰਜੀਤ ਮਾਵੀ ਹੈ। ਪੰਜਾਬ 'ਚ ਮੈਂ ਪ੍ਰੋਫੈਸਰੀ ਕਰਦਾ ਸੀ। ਇੱਥੇ ਇੱਕ ਸਿਕਿਉਰਿਟੀ ਏਜੰਸੀ ਦਾ ਕਰਿੰਦਾ ਹਾਂ। ਮੇਰੀ ਡਿਊਟੀ ਇੱਕ ਰਿਹਾਇਸ਼ੀ ਇਮਾਰਤ ਨੂੰ ਗਾਰਡ ਕਰਨ ਦੀ ਹੈ। 2 ਸਾਲ ਤੋਂ ਮੈਂ ਇੱਥੇ ਹਾਂ। ਮੈਨੂੰ ਕਈ ਰੋਗ ਲੱਗ ਚੁੱਕੇ ਨੇ ਜੋ ਜ਼ਾਹਿਰ ਨਹੀਂ ਹੁੰਦੇ। ਪੰਜਾਬ 'ਚ ਸੀ ਤਾਂ ਇੱਕੋ ਰੋਗ ਸੀ, ਅਮਰੀਕਾ ਆਉਣ ਦਾ, ਤੇ ਇੱਥੇ ਆ ਕੇ ਮੈਨੂੰ ਅਕਸਰ ਕਹਿ ਆਉਣ ਲੱਗਦੀ ਹੈ ਪਰ ਆਉਂਦੀ ਨਹੀਂ। ਦੂਜਾ ਰੋਗ ਇਹ ਹੈ ਕਿ ਖਰਚ ਕਰਨ ਲੱਗਿਆ ਮੇਰੀ ਜਾਨ ਨਿਕਲਣ ਲੱਗਦੀ ਹੈ। ਇੱਥੇ ਪੈਸੇ ਜੋੜਨ ਦਾ ਹਾਬੜਾ ਸਭ ਨੂੰ ਹੈ, ਪਰ ਮੈਂ ਤਾਂ ਪੈਸੇ ਨੂੰ ਪਿੱਸੂ ਵਾਂਗ ਚੰਬੜ ਜਾਂਦਾ। ਖਰਚ ਕਰਨ ਲੱਗੇ ਘਬਰਾਹਟ ਹੋਣ ਲੱਗਦੀ ਹੈ। ਆਪਣੇ ਬੰਦੇ ਅਮਰੀਕਾ ਪੁੱਜਦੇ ਨੇ, ਮੇਰੇ ਵਰਗੇ ਮਾਤੜੋ ਨੋਟਾਂ ਦੇ ਪਿੱਸੂ ਬਣ ਜਾਂਦੇ ਨੇ। ਘਰ ਲਈ ਫੂਡ ਖਰੀਦਣ ਲੱਗਿਆ ਕੰਜੂਸੀ ਕਰੀ ਜਾਣਗੇ। ਬਿਨਾਂ ਕਾਰਨ ਕਿਰਸ ਕਰੀ ਜਾਣਾ ਰੋਗ ਹੀ ਤਾਂ ਹੈ। ਮੈਂ ਇਹ ਗੱਲ ਜਾਣਦਾ ਹਾਂ, ਫਿਰ ਵੀ ਆਪਣੇ ਆਪ ਨੂੰ ਡਾਲਰ ਦਾ ਪਿੱਸੂ ਬਣਨ ਤੋਂ ਰੋਕ ਨਹੀਂ ਸਕਦਾ। ਅਗਲਾ ਰੋਗ ਜੋ ਮੈਨੂੰ ਨਿੱਤ ਟੁੱਕਦਾ ਰਹਿੰਦਾ ਹੈ ਉਹ ਇਹ ਹੈ ਕਿ ਵਿਆਹ ਕਰਵਾਉਣ ਤੋਂ ਪਹਿਲਾਂ ਹੀ ਮੈਂ ਆਪਣੇ ਆਪ ਨੂੰ ਖੱਸੀ ਹੋਇਆ ਸਮਝਦਾ। ਸੈਕਸ ਬਾਰੇ ਜਦ ਕਦੇ ਸੋਚਦਾ ਤਾਂ ਆਪਣੇ ਤੇ ਯਕੀਨ ਉਖੜ ਜਾਂਦਾ, ਲੱਗਦਾ ਚੋਖਾ ਖਤਰਾ ਹੈ। ਮੇਰੇ ਅੰਦਰ ਇਹਨਾਂ ਬਿਮਾਰੀਆਂ ਦਾ ਕੋਈ ਨਾ ਕੋਈ ਕੀੜਾ ਨਿੱਤ ਰੀਂਗਦਾ ਰਹਿੰਦਾ ਹੈ। ਕਈ ਵਾਰ ਕਈ ਕੀੜੇ ਇਕੱਠੇ ਰੀਂਗਣ ਲੱਗਦੇ ਆ। ਇੱਥੇ ਆ ਕੇ ਹੀ ਪਤਾ ਚੱਲਦਾ ਹੈ ਕਿ ਅਮਰੀਕਾ, ਨਿਊਯਾਰਕ ਬੜੀ ਅਜੀਬ ਥਾਂ ਹੈ। ਆਖਿਰ ਇੱਥੇ ਅਸੀਂ ਆਰਥਿਕ ਪਨਾਹਗੀਰ ਬਣ ਕੇ ਆਏ ਸਾਵਾਂ ਮਹਿਸੂਸ ਕਰ ਹੀ ਨਹੀਂ ਸਕਦੇ। ਅਗਲੀਆਂ ਪੁਸ਼ਤਾਂ ਕਿੰਝ ਸੋਚਦੀਆਂ ਹਨ ਕਿਹਾ ਨਹੀਂ ਜਾ ਸਕਦਾ। ਆਪਣੇ ਬੰਦੇ ਜਿਹੜੇ ਵਲਾਇਤ ਵਗੈਰਾ ਗਏ ਜ਼ਰੂਰ ਇੱਦਾਂ ਸੋਚਦੇ ਹੋਣਗੇ। ਇੱਥੇ ਨਿੱਤ ਕਮਾਈ ਕਰਕੇ ਵੀ ਬੰਦਾ ਅੰਦਰੋਂ ਗਰੀਬ ਹੋਈ ਜਾਂਦਾ ਹੈ। ਇੱਦਾਂ ਕਿਉਂ ਹੁੰਦਾ ਹੈ? ਮੇਰੇ ਪਾਸ ਕਿਸੇ ਸਵਾਲ ਦਾ ਜਵਾਬ ਨਹੀਂ। ਪਹਿਲਾਂ ਮੈਂ ਸਵਾਲਾਂ ਦਾ ਜਵਾਬ ਲੱਭ ਲੈਂਦਾ ਸੀ, ਸੋਚ ਸਕਦਾ ਸੀ। ਹੁਣ ਸੋਚ ਦੀ ਫਿਰਕੀ ਚੱਲਦੀ ਤਾਂ ਹੈ ਪਰ ਬੜੀ ਸੁਸਤ ਚੱਲਦੀ ਹੈ। ਕਦੇ ਫਿਰਕੀ ਰੁਕ ਵੀ ਜਾਂਦੀ ਹੈ। ਕਿੰਨੇ ਦਿਨ ਮਨ ਤੇ ਬੋਝ ਹੋਵੇ ਤਾਂ ਕੁਝ ਸੁੱਝਦਾ ਨਹੀਂ। ਮੇਰੇ ਮਨ ਤੇ ਬੋਝ ਨਿੱਤ ਰਹਿੰਦਾ ਹੈ, ਸਰੀਰ ਤੇ ਵੀ ਬੋਝ ਰਹਿੰਦਾ ਹੈ। ਮੈਂ ਨਿੱਤ ਥੱਕਿਆ ਰਹਿਣਾ, ਸੌਂ ਕੇ ਵੀ ਥਕਾਵਟ ਨਹੀਂ ਲੈਂਦੀ। ਨੀਂਦ ਰੱਜ ਕੇ ਨਾ ਲੈਣੀ ਆਦਤ ਬਣ ਗਈ ਹੈ। ਸੁੱਤਿਆਂ ਸੋਚੀਦਾ ਵੀ ਕੰਮ ਤੇ ਲੱਗਣਾ ਹੈ। ਮੇਰੀਆਂ ਅੱਖਾਂ ਦਾ ਆਕਾਰ ਨੀਂਦਰੇ ਨਾਲ ਛੋਟਾ ਹੋ ਗਿਆ ਹੈ। ਮੈਂ ਫਲਸ਼ਿੰਗ ਤੋਂ ਅੰਡਰਗਰਾਊਂਡ ਸਬਵੇ ਤੋਂ ਕੰਮ ਤੇ ਜਾਣ ਲਈ ਗੱਡੀ ਫੜਦਾ ਹਾਂ। ਗੱਡੀ 'ਚ ਬਹੁਤ ਕੁਝ ਅਜੀਬ ਉਪਰਾ ਵਾਪਰਦਾ ਦਿਸਦਾ ਹੈ। 2 ਤਰ੍ਹਾਂ ਦੇ ਬੰਦੇ ਮੇਰਾ ਵੱਧ ਧਿਆਨ ਖਿੱਚਦੇ ਨੇ। ਮੈਂ ਅੱਖ ਬਚਾ ਕੇ ਇਹਨਾਂ 2 ਤਰ੍ਹਾਂ ਦੇ ਬੰਦਿਆਂ ਨੂੰ ਨਿਹਾਰਦਾ ਹਾਂ। ਇਹ ਬੰਦੇ ਹਨ ਅੱਧ ਕੱਜੇ ਜਿਸਮ ਵਾਲੀਆਂ ਔਰਤਾਂ, ਦੂਜਾ ਵਿਰਾਟ ਦਿੱਖ ਵਾਲੇ ਕਾਲੇ ਮਰਦ। ਕੁੜੀਆਂ ਦੇਖ ਕੇ ਮੈਨੂੰ ਲੱਗਦਾ ਜਿਵੇਂ ਉਹਨਾਂ ਨੂੰ ਪੂਰਾ ਨੰਗਾ ਦੇਖਣ 'ਚ ਬਹੁਤੀ ਕਸਰ ਨਹੀਂ ਰਹੀ। ਮੈਂ ਅੱਖਾਂ ਦੂਜੇ ਪਾਸੇ ਕਰ ਲੈਂਦਾ ਹਾਂ, ਸਾਊ ਬੰਦੇ ਵਾਂਗ ਜਾਪਦਾ ਹੈ, ਪਰ ਇਹੀ ਜਿਵੇਂ ਉਹ ਜਿਸਮ ਆਵਾਜ਼ ਮਾਰ ਰਿਹਾ ਹੈ। ਇਸ ਗੱਲ ਦੀ ਮੈਨੂੰ ਸਮਝ ਪੈ ਗਈ ਹੈ ਕਿ ਅਮਰੀਕਾ ਵਰਗੇ ਦੇਸ਼ ਵਿੱਚ ਔਰਤ ਨੇ ਆਪਣੇ ਜਿਸਮ ਦੁਆਲੇ ਬੁਣੇ ਰਹੱਸ ਨੂੰ ਖਤਮ ਕਰ ਦਿੱਤਾ ਹੈ। ਔਰਤਾਂ ਇੱਥੇ ਕਹਿਣਾ ਚਾਹੁੰਦੀਆਂ ਹੈ ਕਿ ਜਿਸਮ ਨੂੰ ਜਿਸਮ ਤੋਂ ਵੱਧ ਕੁਝ ਨਹੀਂ ਸਮਝਣਾ ਚਾਹੀਦਾ। ਇਹਦੇ ਦੁਆਲੇ ਬਣੇ ਨੈਤਿਕ ਜਾਂ ਸੱਭਿਆਚਾਰਕ ਜਾਲ ਔਰਤ ਲਈ ਜੰਜਾਲ ਹਨ। ਇਹਨਾਂ ਔਰਤਾਂ ਨੇ ਜੰਜਾਲ ਫੀਤਾ ਕਰ ਦਿੱਤੇ ਹਨ। ਵਿਰਾਟ ਦਿੱਖ ਵਾਲਾ ਕਾਲਾ ਬੰਦਾ ਵੇਖਦਿਆਂ ਮੈਨੂੰ ਲੱਗਦਾ ਜਿਵੇਂ ਉਲਰ ਕੇ ਮੇਰੇ ਤੇ ਘਸੁੰਨ ਠੋਕ ਦੇਗਾ। ਪੰਜਾਬ 'ਚ ਵੀ ਮੈਂ ਮਲੂਕੜਾ ਕਾਇਰ ਜਿਹਾ ਸੀ, ਪਰ ਇੱਥੇ ਆ ਕੇ ਤਾਂ ਮੇਰਾ ਤਨ ਤੁੱਕਾ ਹੀ ਸੁੱਕ ਗਿਆ। ਬਹੁਤ ਡਰ ਜਾਂਦਾ, ਪਲ ਪਲ ਤੇ ਸਹਿਮ ਰਹਿੰਦਾ ਹੈ। ਸ਼ਾਇਦ ਇੰਡੀਆ ਤੋਂ ਆਏ ਬਹੁਤਿਆਂ ਨੂੰ ਇਹ ਸਹਿਮ ਟੁੱਕਦਾ ਹੋਵੇ। ਅਮਰੀਕਾ ਦੇਸ਼ ਦਾ ਨਾਂ ਹੀ ਏਡਾ ਵਿਰਾਟ ਹੈ, ਜ਼ਹਿਨ ਨੂੰ ਹੀ ਨੱਪੀ ਰੱਖਦਾ। ਫਿਰ ਗੋਰੇ ਸਾਹਮਣੇ ਜ਼ਹਿਨੀ ਨਿੱਕੇਪਣ ਦਾ ਤੇ ਕਾਲੇ ਸਾਹਮਣੇ ਜਿਸਮਾਨੀ ਠੁਕਾਈ ਦਾ, ਜਿਵੇਂ ਕਿਸੇ ਦੈਂਤ ਤੋਂ ਡਰੀਦਾ ਹੈ। ਇਹ ਸਾਰੀਆਂ ਜ਼ਹਿਨੀ ਗੁੰਝਲਾਂ ਹਨ ਜਿਨ੍ਹਾਂ ਨੂੰ ਲੈ ਕੇ ਅਸੀਂ ਲੋਕ ਇੱਥੇ ਆਉਂਦੇ ਹਾਂ। ਪਤਾ ਚੱਲਦਾ ਹੈ ਕਿ ਇੱਥੋਂ ਦੀ ਸਪੇਸ ਜਾਂ ਸਮੇਂ ਦਾ ਮੁਕਾਬਲਾ ਕਰਨ ਦੇ ਯੋਗ ਅਸੀਂ ਨਹੀਂ। ਤਦ ਹੀ ਅਸੀਂ ਘਰਾਂ ਨੂੰ ਘੁਰਨੇ ਬਣਾ ਰੱਖਿਆ ਹੈ। ਏਸ਼ੀਆ ਦੇ ਬਹੁਤੇ ਲੋਕ, ਖਾਸ ਕਰਕੇ ਜਿਨ੍ਹਾਂ ਦਾ ਵਾਹ ਸੜਕਾਂ ਨਾਲ ਪੈਂਦਾ ਹੈ, ਮਤਲਬ ਜੋ ਮਾਮੂਲੀ ਮੁਸ਼ੱਕਤ ਕਰਕੇ ਨੋਟ ਕਮਾਉਂਦੇ ਹਨ, ਅਜਿਹੇ ਹਨ ਘੁਰਨੇ ਬੱਧ ਮਨੁੱਖ। ਮੈਂ ਐਮਏ ਪਾਸ ਤੇ ਪੜ੍ਹਨ ਲਿਖਣ ਵਾਲਾ ਹੋਣ ਕਰਕੇ ਇਹੋ ਜਿਹੀਆਂ ਫੈਲਸੂਫੀਆਂ ਮਾਰਦਾ ਰਹਿੰਦਾ। ਇਹੋ ਜਿਹੀਆਂ ਗੱਲਾਂ ਮੇਰੇ ਮਨ 'ਚ ਕਦੀ ਆਉਂਦੀਆਂ ਹਨ, ਪਰ ਕਿਸੇ ਨਾਲ ਇਹ ਗੱਲਾਂ ਸਾਂਝੀਆਂ ਨਹੀਂ ਕਰ ਸਕਦਾ। ਤਿੱਖੇ ਨੀਂਦਰੇ 'ਚ ਜਦ ਨੋਰਮਲ ਨਹੀਂ ਹੁੰਦਾ ਤਦ ਕਿਤੋਂ ਕੋਈ ਗੱਲ ਔੜਦੀ ਹੈ, ਪਰ ਗੱਲ ਕਰਨ ਨੂੰ ਕੋਈ ਮਿਲਦਾ ਨਹੀਂ। ਲਿਖਣ ਲਈ ਮੇਰੇ ਅੰਦਰ ਉਤਸ਼ਾਹ ਨਹੀਂ ਰਿਹਾ। ਕਦੇ ਕਵਿਤਾ ਲਿਖ ਲਈ, ਉਹ ਵੀ 2 ਸਾਲਾਂ ਤੋਂ ਮੇਰੇ ਜ਼ਿਹਨ 'ਚ ਰੁਲ ਰਹੀ ਹੈ।
ਕਵਿਤਾ ਅਸੀਂ ਬਾਹਰ ਆਏ ਇਸ ਲਈ ਲਿਖਦੇ ਹਾਂ ਵੀ ਹੋਰ ਤਰ੍ਹਾਂ ਦੀ ਲਿਖਤ ਲਈ ਮਿਹਨਤ ਚਾਹੀਦੀ ਹੈ, ਵਕਤ ਵੀ ਬਹੁਤ ਲੱਗਦਾ ਹੈ। ਕਵਿਤਾ ਨਾਲ ਮੇਰੇ ਜੈ ਦਾ ਕਲਮ ਦੇ ਸ਼ਹੀਦਾਂ 'ਚ ਨਾਂ ਸ਼ਾਮਲ ਹੋ ਜਾਂਦਾ ਹੈ। ਜਿਨ੍ਹਾਂ ਦਿਨਾਂ 'ਚ ਫਲਸ਼ਿੰਗ ਸਟੇਡੀਅਮ 'ਚ US ਓਪਨ ਲਾਨ ਟੈਨਿਸ ਦਾ ਮੈਚ ਚੱਲ ਰਿਹਾ ਸੀ, ਮੈਂ ਗੱਡੀ 'ਚ ਬੈਠਿਆਂ ਭੀੜਾਂ ਨੂੰ ਸਟੇਡੀਅਮ ਵੱਲ ਜਾਂਦੇ ਵੇਖਦਾ। ਇੰਨੇ ਲੋਕਾਂ ਦੀ ਭੀੜ ਦੇਖ ਮੇਰਾ ਮਨ ਉਚਾਟ ਹੋ ਜਾਂਦਾ। ਮੇਰੀ ਕਿਸ ਚੀਜ਼ 'ਚ ਦਿਲਚਸਪੀ ਹੈ, ਮੈਂ ਸੋਚਦਾ। ਉੱਤਰ ਇਹੀ ਹੁੰਦਾ ਕਿਸੇ ਚੀਜ਼ 'ਚ ਦਿਲਚਸਪੀ ਨਹੀਂ ਰਹੀ। ਜਿਵੇਂ ਮੇਰੇ ਦਿਨ ਤੇ ਰਾਤ ਮੇਰੇ ਵੱਸ 'ਚ ਨਾ ਹੋਣ। ਇੱਕ ਰੂਟੀਨ 'ਚ ਬੱਝਾ ਕੰਮ ਤੇ ਵਾਪਸ ਫਲੈਟ 'ਚ ਆ ਕੇ ਸੌਂ ਗਿਆ। ਅਗਲੇ ਦਿਨ ਸਬਵੇ 'ਚ ਇਸੇ ਤਰ੍ਹਾਂ ਬੈਠ ਫੇਰ ਕੰਮ ਤੇ ਮੇਰੇ ਜ਼ਿਹਨ 'ਚ ਇਹ ਗੱਲ ਅਕਸਰ ਆਉਂਦੀ ਰਹਿੰਦੀ ਹੈ, ਪਰ ਹੁਣ ਭੀੜ ਨੂੰ ਟੈਨਿਸ ਮੈਚ ਵੇਖਣ ਜਾਂਦੇ ਵੇਖ ਕੇ ਕਹਿ ਆਉਣ ਕਿਉਂ ਲੱਗਦੀ ਹੈ। ਕਹਿ ਵਾਲਾ ਮਾਮਲਾ ਅਜੀਬ ਹੈ, ਪਤਾ ਨਹੀਂ ਚੱਲਦਾ ਅਚਾਨਕ ਇਹ ਕਿਉਂ ਹੋਣ ਲੱਗਦਾ ਹੈ। ਇਹ ਅੰਦਰ ਵਸ ਚੁੱਕੀ ਉਚਾਟ ਕਰਕੇ ਹੋ ਸਕਦਾ ਹੈ। ਸ਼ਾਇਦ ਮੈਂ ਕਿਸੇ ਆਪਣੇ ਨਾਲ ਗੱਲਾਂ ਕਰਨ ਲਈ ਤਰਸ ਜਾਂਦਾ ਹਾਂ। ਕਈ ਵਾਰ ਮੈਂ ਇੰਨਾ ਇਕੱਲਾ ਹੁੰਦਾ ਕਿ ਰੋਣ ਤੇ ਦਿਲ ਕਰਦਾ ਹੈ। ਇੱਕ ਫਿਲਮ ਮੈਂ ਦੇਖਣ ਗਿਆ, ਬੈਕਗਰਾਊਂਡ ਸੰਗੀਤ ਇੰਨਾ ਭਾਰਾ ਸੀ ਕਿ ਮੇਰੀਆਂ ਅੱਖਾਂ 'ਚ ਅੱਥਰੂ ਆਈ ਜਾਣ। ਕੰਮ ਵਾਲਾ ਚੱਕਰ ਤਾਂ ਜੋ ਹੈ ਸੋ ਹੈ, ਪਰ ਘਰ ਪੁੱਜਣ ਤੇ ਟੈਨਸ਼ਨ ਹੋਣ ਲੱਗਦੀ ਹੈ। ਇੱਕ ਦਿਨ ਮੇਰਾ ਕੰਮ ਤੋਂ ਆਫ ਸੀ, ਘਰ ਇਕੱਲਾ ਮੈਂ ਸੌਣ ਲਈ ਬੈੱਡ ਤੇ ਲੇਟ ਗਿਆ। ਇਹ ਬੈੱਡ ਕਰਤਾਰੇ ਦੇ ਬੈੱਡ ਦੇ ਨਾਲ ਡਰਾਇੰਗ ਰੂਮ 'ਚ ਹੀ ਲੱਗਾ ਰਹਿੰਦਾ ਹੈ। ਕਰਤਾਰਾ ਸਾਡੇ ਪਿੰਡ ਦਾ, ਜਿਹਨੂੰ ਜਗਦੀਸ਼ ਨੇ ਪੇਇੰਗ ਗੈਸਟ ਰੱਖਿਆ ਹੋਇਆ ਹੈ। ਘਰ ਕੋਈ ਵੀ ਨਹੀਂ ਸੀ ਇਸ ਵੇਲੇ ਤੇ ਸੁਨੀਤਾ ਵੀ ਜੌਬ ਤੇ ਗਈ ਹੋਈ ਸੀ ਤੇ ਕਰਤਾਰਾ ਆਪਣੇ ਕੰਮ ਤੇ। ਜਗਦੀਸ਼ ਤਾਂ ਸਵੇਰੇ 6 ਵਜੇ ਚਲਾ ਜਾਂਦਾ, ਸ਼ਾਮ 8 ਵਜੇ ਮੁੜਦਾ। ਮੈਂ ਅੱਖਾਂ ਫੜ ਕੇ ਸੋਚਣ ਹੀ ਲੱਗਾ ਕਿ ਮੈਂ ਕਨਫਿਊਜ਼ ਕਿਉਂ ਰਹਿੰਦਾ ਹਾਂ। ਕੀ ਇਹ ਤਹਿਜ਼ੀਬੀ ਸਦਮਾ ਹੈ, ਕਲਚਰਲ ਸ਼ੌਕ? ਕਿਸੇ ਚੀਜ਼ ਨਾਲ ਮੇਰੀ ਇਕਸੁਰਤਾ ਕਿਉਂ ਨਹੀਂ? ਜਗਦੀਸ਼ ਵੱਡਾ ਭਾਈ ਹੈ, ਮੇਰੇ ਤੋਂ 7 ਸਾਲ ਵੱਡਾ। ਸਾਡੇ 'ਚ ਕੋਈ ਸਾਂਝ ਨਹੀਂ, ਉਹਦੀ ਕਿਸੇ ਨਾਲ ਵੀ ਸਾਂਝ ਨਹੀਂ। ਜੇ ਸਾਂਝ ਹੈ ਵੀ ਤਾਂ ਪਤਾ ਨਹੀਂ ਚੱਲਦਾ। ਉਹਦੇ ਪਾਸ ਤਾਂ ਘਰ 'ਚ ਕੁਝ ਵੀ ਕਰਨ ਦੀ ਵਿਹਲ ਨਹੀਂ। ਸੁਨੀਤਾ ਭਾਈ ਦੀ ਬੀਵੀ ਹੈ, ਪਰ ਉਹਦੇ ਲਈ ਮੈਂ ਇੱਕ ਕਨਫਿਊਜ਼ਡ ਬੇਵਕੂਫ ਹਾਂ। ਕਰਤਾਰੇ ਨੂੰ ਵੀ ਜਗਦੀਸ਼ ਵਾਂਗ ਕੰਮ ਤੋਂ ਵਿਹਲ ਨਹੀਂ। ਉਹ ਸਾਰੀ ਦੀ ਮਜ਼ਦੂਰੀ ਕਰਦਿਆਂ ਥੱਕ ਟੁੱਟ ਘਰ ਮੁੜਦਾ ਹੈ। ਜਿਸ ਦਿਨ ਕੰਮ ਤੋਂ ਨਾਗਾ ਕਰਨਾ ਹੋਵੇ ਤਾਂ ਧੁੱਤ ਦਾਰੂ ਪੀ ਕੇ ਅਬਾ ਤਬਾ ਬੋਲਣ ਲੱਗਦਾ ਹੈ। ਲੇਟਿਆ ਮੈਂ ਇਹ ਗੱਲਾਂ ਸੋਚ ਰਿਹਾ ਸਾਂ ਕਿ ਅਚਾਨਕ ਜਗਦੀਸ਼ ਵਾਲੇ ਬੈਡਰੂਮ 'ਚੋਂ ਕੁਝ ਆਵਾਜ਼ ਆਈ। ਸੁਨੀਤਾ ਸ਼ਾਇਦ ਮੇਰੇ ਤੋਂ ਪਹਿਲਾਂ ਕੰਮ ਤੋਂ ਆ ਗਈ ਹੈ। ਸ਼ਾਇਦ ਉਹਨੇ ਡੇ ਆਫ ਲਿਆ ਹੋਵੇ। ਇਹਨਾਂ ਗੱਲਾਂ ਦਾ ਮੇਰੇ ਨਾਲ ਕੋਈ ਵਾਸਤਾ ਨਹੀਂ। ਕਿਚਨ 'ਚ ਜਾ ਕੇ ਜੋ ਖਾਣ ਨੂੰ ਫਰਿੱਜ 'ਚ ਪਿਆ ਮਿਲੇ ਹਰੇਕ ਆਪਣੀ ਪਲੇਟ 'ਚ ਪਾ ਕੇ ਜਾਂ ਖੁਦ ਕੁਝ ਬਣਾ ਕੇ ਪੇਟ ਭਰ ਲੈਂਦਾ। ਸੁਨੀਤਾ ਮੇਰੇ ਜਾਂ ਕਰਤਾਰੇ ਨਾਲ ਬਹੁਤੀ ਗੱਲ ਵੀ ਨਹੀਂ ਕਰਦੀ, ਯਾਨੀ ਕਿ ਆਪਣੇ ਮਤਲਬ ਨਾਲ ਮਤਲਬ ਵਾਲਾ ਸਿਲਸਿਲਾ ਹੈ। ਪੰਜਾਬ 'ਚ ਸੀ ਤਾਂ ਅਮਰੀਕਾ ਆਉਣ ਦੀ ਦਿਨ ਰਾਤ ਤੜਪ ਨੇ ਮੈਨੂੰ ਉਖੇੜ ਰੱਖਿਆ ਸੀ। ਕੋਈ ਕੰਮ ਦਿਲ ਲਗਾ ਨਾ ਕਰਦਾ। ਕਵਿਤਾ ਲਿਖਣ ਦਾ ਝੱਲ ਸੀ। ਮੈਨੂੰ ਲੱਗਦਾ ਹੋਰ ਕੋਈ ਡੀਂਗ ਮਾਰਨ ਵਾਲੀ ਗੱਲ ਨਾ ਹੋਵੇ ਤਾਂ ਯੁਵਕ ਕਵਿਤਾ ਲਿਖਣ ਲੱਗ ਪੈਂਦੇ ਹਨ। ਕਾਲਜ ਦੇ ਸਮਾਗਮਾਂ 'ਚ ਉੱਚੀ ਹੇਕ ਲਾ ਕੇ ਸ਼ਿਵ ਕੁਮਾਰ ਦੀ ਕਵਿਤਾ ਪੜ੍ਹਦਾ, ਪੀੜਾ ਦਰਦ ਨਾਲ ਭਰੀ ਹੋਈ, ਜਿਵੇਂ ਦਿਲ ਕਿਸੇ ਨੇ ਵਿਲੁੰਦਰ ਦਿੱਤਾ ਹੋਵੇ। ਕੁੜੀਆਂ ਨੂੰ ਸ਼ਿਵ ਕੁਮਾਰ ਹੀ ਪਸੰਦ ਸੀ ਤੇ ਮੈਨੂੰ ਵੀ ਉਹੀ ਪਸੰਦ ਸੀ। ਇੱਥੇ ਆਉਂਦਿਆਂ ਮੈਂ ਜਦ ਬਹਿਰਾਗਿਰੀ ਕਰਦਾ ਸੀ ਤਾਂ ਆਫ ਵਾਲੇ ਦਿਨ ਵੀ ਨੀਂਦ ਨਾ ਆਵੇ, ਕੁਝ ਕਰਨ ਤੇ ਦਿਲ ਨਾ ਕਰੇ, ਮੈਂ ਸਕਾਚ ਦਾ ਇੱਕ ਵੱਡਾ ਪੈਗ ਬਣਾਇਆ ਤੇ ਕਾਗਜ਼ ਪੈਨਸਿਲ ਫੜ ਕਵਿਤਾ ਲਿਖਣ ਲੱਗਾ। ਦੂਜਾ ਪੈਗ ਵੀ ਤੇਜ਼ੀ ਨਾਲ ਅੰਦਰ ਖਿੱਚ ਲਿਆ। ਨਸ਼ੇ 'ਚ ਕਵਿਤਾ ਕੀ ਉਤਰਨੀ ਸੀ। ਕਾਗਜ਼ ਤੇ ਕਦੇ ਮਾਂ ਦਾ ਚਿਹਰਾ ਦਿਸੇ, ਕਦੇ ਉੱਚੀ ਬੋਲਦਾ ਬਾਪੂ। ਹਾਂ ਪੁੱਤ, ਤੂੰ ਘਰ ਬੈਠ ਕੇ ਮਾਂ ਦਾ ਦੁੱਧ ਪੀ, ਤੈਨੂੰ ਕੀ ਲੋੜ ਹੈ ਕੁਝ ਕਰਨ ਦੀ। ਇਹ ਗੱਲ ਉਦੋਂ ਹੋਈ ਜਦ ਮੇਰਾ ਵੀਜ਼ਾ ਲੱਗ ਗਿਆ। ਟਿਕਟ ਖਰੀਦ ਲਈ। ਦੂਜੇ ਦਿਨ ਏਅਰਪੋਰਟ ਵਾਲੀ ਬੱਸ ਜਲੰਧਰੋਂ ਫੜਨੀ ਸੀ। ਮੈਂ ਕਹਿਤਾ ਮੇਰਾ ਦਿਲ ਨਹੀਂ ਕਰਦਾ ਜਾਣ ਨੂੰ। ਬਾਪੂ ਤੜਪ ਉੱਠਿਆ ਸੀ। ਇੱਥੇ ਪੁੱਜ ਕੇ ਵੱਖਰਾ ਭਾਣਾ ਵਰਤਿਆ। ਕਈਆਂ ਨੂੰ 6-7 ਸਾਲ ਹੋ ਗਏ, ਕਈਆਂ ਨੂੰ 10 ਸਾਲ ਪੱਕੇ ਹੋਣ ਨੂੰ। ਗੈਰ ਕਾਨੂੰਨੀ ਰਹੀ ਜਾਂਦੇ ਨੇ, ਜਾਲੀ ਕਾਗਜ਼ਾਂ ਦੇ ਸਿਰ ਤੇ ਕੰਮ ਕਰੀ ਜਾਂਦੇ ਨੇ, ਪਰ ਮੈਂ ਸਾਲ 'ਚ ਪੱਕਾ ਹੋ ਗਿਆ। ਵਕੀਲ ਨੇ ਕਿਹਾ ਕੈਲੀਫੋਰਨੀਆ 'ਚ ਸਿਆਸੀ ਪਨਾਹ ਦਾ ਕੇਸ ਜਲਦੀ ਨਿਪਟ ਜਾਂਦਾ ਹੈ, ਨਾਲੇ ਪੜ੍ਹੇ ਲਿਖੇ ਲਈ ਹੱਕ 'ਚ ਨਿਪਟਦਾ ਹੈ ਤੇ ਅਗਲੇ ਸੋਚਦੇ ਨੇ ਐਮਏ ਕਰਕੇ ਆਇਆ, ਅਮਰੀਕਾ ਦੇਸ਼ 'ਚ ਰਹਿ ਕੇ ਗੰਦ ਨਹੀਂ ਪਾਏਗਾ। ਤੇ ਮੈਂ ਇੰਟਰਵਿਊ ਵੇਲੇ ਅਫਸਰ ਨੂੰ ਮੰਚ ਤੇ ਕਵਿਤਾ ਬੋਲਦੇ ਦੀ ਅਖਬਾਰਾਂ 'ਚ ਛਪੀ ਆਪਣੀ ਫੋਟੋ ਦਿਖਾਈ। ਫੋਟੋ 'ਚ ਮੈਂ ਬਾਂਹ ਤਾਂ ਕਰਕੇ ਬੋਲ ਰਿਹਾ ਸੀ ਤੇ ਮੈਂ ਅਮਰੀਕੀ ਔਰਤ ਅਫਸਰ ਨੂੰ ਕਿਹਾ, ਮੈਂ ਮਨੁੱਖੀ ਹੱਕਾਂ ਨੂੰ ਕੁਚਲਣ ਵਿਰੁੱਧ ਹੋਈ ਕਾਨਫਰੰਸ 'ਚ ਆਪਣੇ ਵਿਚਾਰ ਪ੍ਰਗਟ ਕਰ ਰਿਹਾ। ਇੰਡੀਆ 'ਚ ਮਨੁੱਖੀ ਹੱਕਾਂ ਦਾ ਹਾਲ ਇੰਨਾ ਮਾੜਾ ਹੈ ਕਿ ਅਮਨੈਸਟੀ ਇੰਟਰਨੈਸ਼ਨਲ ਤੇ ਨੁਮਾਇੰਦਿਆਂ ਨੂੰ ਪੰਜਾਬ 'ਚ ਵੜਨ ਨਹੀਂ ਦਿੱਤਾ ਗਿਆ। ਸਿੱਖਾਂ ਤੇ ਤਸ਼ੱਦਦ ਹੋ ਰਿਹਾ ਹੈ। ਸਾਨੂੰ ਸਿੱਖਾਂ ਦੀ ਆਜ਼ਾਦੀ ਚਾਹੀਦੀ ਹੈ। ਆਜ਼ਾਦੀ ਹਰ ਮਨੁੱਖ ਦਾ ਹੱਕ ਹੈ।
ਸਾਡੇ ਧਰਮ ਤੇ ਕਲਚਰ ਨੂੰ ਇੰਡੀਆ 'ਚ ਢੇਰ ਖਤਰਾ ਹੈ। 25,000 ਮੇਰੇ ਜਿਹੇ ਸਿੱਖ ਮੁੰਡੇ ਪਿਛਲੇ 50-70 ਸਾਲਾਂ 'ਚ ਮਾਰੇ ਜਾ ਚੁੱਕੇ ਹਨ। ਮੈਨੂੰ ਹਮੇਸ਼ਾ ਪੁਲਿਸ ਵੱਲੋਂ ਚੁੱਕੇ ਜਾਣ ਦਾ ਖਤਰਾ ਰਹਿੰਦਾ, ਸੋ ਮੈਂ ਵਿਜ਼ਟਰ ਵਜੋਂ ਅਮਰੀਕਾ ਆ ਗਿਆ। ਸਾਰੇ ਇਹੋ ਮੁਹਾਰਨੀ ਬੋਲਦੇ ਆ ਜਿਨ੍ਹਾਂ ਸਿਆਸੀ ਪਨਾਹ ਲੈਣੀ ਹੁੰਦੀ ਹੈ। ਮੈਂ ਅੰਗਰੇਜ਼ੀ 'ਚ ਬੋਲਣ ਦੀ ਪੂਰੀ ਰਿਹਰਸਲ ਕਰਕੇ ਗਿਆ ਸੀ। ਉਹਨਾਂ ਪੁੱਛਿਆ, ਤੇਰੇ ਕਾਲਜ ਟੀਚਰ ਹੋਣ ਦਾ ਕੋਈ ਪ੍ਰਮਾਣ? ਪੁੱਛਣ ਵਾਲੀ ਔਰਤ ਸੀ, ਗੋਰੀ ਸੋਹਣੀ, ਬੜੇ ਚੰਗੇ ਸੁਭਾਅ ਦੀ। ਉਹਦੇ ਚਿਹਰੇ ਤੋਂ ਲੱਗ ਰਿਹਾ ਸੀ ਜਿਵੇਂ ਮੇਰੇ ਨਾਲ ਉਹਨੂੰ ਹਮਦਰਦੀ ਹੈ। ਮੇਰੇ ਕੋਲ ਬੈਂਕ ਦੀ ਪਾਸਬੁੱਕ ਸੀ ਜਿੱਥੇ ਮੇਰੀ ਤਨਖਾਹ ਸਿੱਧੀ ਕਾਲਜ ਤੋਂ ਜਾਂਦੀ ਸੀ। ਮੇਰਾ ਨਾਂ ਅੱਗੇ ਲੈਕਚਰਰ ਲਿਖਿਆ ਸੀ ਤੇ ਮੈਂ ਉਹ ਪਾਸਬੁੱਕ ਲੈ ਗਿਆ ਸੀ। ਸਾਰਾ ਕੁਝ ਵਕੀਲ ਨੇ ਪਹਿਲਾਂ ਹੀ ਸਮਝਾ ਦਿੱਤਾ ਸੀ। ਜਦ ਮੈਂ ਪਾਸਬੁੱਕ ਦਿਖਾਈ ਤਾਂ ਕਹਿਣ ਲੱਗੇ, ਓਕੇ, ਵਿਲ ਲੈਟ ਯੂ ਨੋ ਸੂਨ। ਵਕੀਲ ਨੂੰ ਦੱਸਿਆ ਤਾਂ ਕਹਿਣ ਲੱਗਾ, ਤੇਰਾ ਕੰਮ ਹੋ ਗਿਆ, ਜਾ ਮੌਜ ਕਰ। ਮੇਰੇ ਪੱਕੇ ਹੋਣ ਤੇ ਜਗਦੀਸ਼ ਨੇ ਪਿੰਡ ਫੋਨ ਕੀਤਾ। ਬਾਪੂ ਬਹੁਤ ਖੁਸ਼ ਹੋਇਆ, ਪਰ ਬੇਬੇ ਰੋਣ ਲੱਗ ਪਈ। ਕਹੇ, ਤੂੰ ਜੀਤੇ ਦਾ ਕਾਤਲ ਹੈ। ਮੈਨੂੰ ਸੁਪਨਾ ਆਇਆ ਤੂੰ ਉਹਨੂੰ ਮਾਰ ਕੇ ਲਾਸ਼ ਨਹਿਰ 'ਚ ਸੁੱਟਤੀ ਆ। ਰੋਂਦੀ ਨੇ ਫੋਨ ਬੰਦ ਕਰਤਾ। ਮੈਂ ਵੀ ਗੱਲ ਨਾ ਕਰ ਸਕਿਆ। ਤਦ ਤੋਂ ਸਾਰੇ ਮੈਨੂੰ ਮੁਕੱਦਰ ਵਾਲਾ ਕਹੀ ਜਾਂਦੇ ਨੇ। ਅਖੇ ਪੁਸ਼ਤਾਂ ਤਰ ਗਈਆਂ। ਮੈਂ ਚੁੱਪ ਕਰਕੇ ਇਹੀ ਜ਼ਾਹਰ ਕਰਦਾ ਕਿ ਵਾਕਈ ਮੈਂ ਮੁਕੱਦਰ ਵਾਲਾ, ਪਰ ਕਦੇ ਦਿਲ 'ਚ ਆਉਂਦਾ ਹੈ, ਇਹਦੇ 'ਚ ਪੁਸ਼ਤਾਂ ਦੇ ਤਰਨ ਵਾਲੀ ਕੀ ਗੱਲ ਹੈ? ਪੁਸ਼ਤਾਂ ਤਰ ਗਈਆਂ ਕਿ ਵੜ ਗਈਆਂ? ਗਾਲ ਕੱਢਣ ਤੇ ਦਿਲ ਕਰਦਾ ਹੈ। ਸਾਰਾ ਲਫੜਾ ਵੱਡੇ ਜਗਦੀਸ਼ ਦਾ ਹੈ। ਆਪ ਬਹਿਰਾ ਸੀ, ਮੈਨੂੰ ਵੀ ਬਹਿਰਾ ਬਣਾ ਕੇ ਛੱਡਿਆ। ਉਹਦੀ ਰਨ ਸਾਲੀ ਕੰਜਰੀ। ਮੈਂ ਮਾੜਾ ਮਲੂਕੜਾ ਬੰਦਾ, ਸਰੀਰ ਦਾ ਕਮਜ਼ੋਰ, ਦਿਲ ਦਾ ਵੱਧ ਕਮਜ਼ੋਰ। ਤਦ ਹੀ ਮਾਂ ਨੇ ਕਿਹਾ ਸੀ ਕਿ ਦਿਲ ਨਹੀਂ ਮੰਨਦਾ ਤਾਂ ਨਾ ਜਾ। ਉਹ ਦੀਸ਼ੇ ਨੂੰ ਕਹਿ ਚੁੱਕੀ ਸੀ ਕਿ ਜੇ ਜੀਤਾ ਵੀ ਚਲਾ ਗਿਆ ਤਾਂ ਉਹ ਕਿਹਦੇ ਆਸਰੇ ਦਿਨ ਕੱਟੇਗੀ। ਉਹ ਮੇਰੇ ਆਉਣ ਤੇ ਦੀਸ਼ੇ ਨੂੰ ਕੋਸੀ ਜਾਂਦੀ ਸੀ। ਮੈਂ ਪੰਜਾਬ 'ਚ ਜੋ ਵਾਪਰ ਰਿਹਾ ਸੀ ਉਸ ਤੋਂ ਬੇਚੈਨ ਸਾਂ। ਅਮਰੀਕਾ 'ਚ ਬੇਚੈਨੀ ਤਾਂ ਨਹੀਂ ਹੋਏਗੀ, ਨਾ ਪੁਲਿਸ ਦੀ, ਨਾ ਬੰਦੂਕਾਂ ਚੁੱਕੀ ਮੁੰਡਿਆਂ ਦੀ। ਪ੍ਰੋਫੈਸਰੀ ਜੋ ਮਿਲੀ ਉਹ 6 ਮਹੀਨੇ ਤੇ ਕੋਈ ਛੁੱਟੀ ਤੇ ਗਿਆ ਤਾਂ ਉਹਦੇ ਬਦਲੇ ਬਾਅਦ ਵਿੱਚ ਵਿਹਲਾ ਰਹਿਣਾ ਸੀ। ਜਹਾਜ਼ ਤੇ ਬੈਠਾ ਇੰਡੀਆ ਤੋਂ ਉੱਡਣ ਲੱਗਾ ਤਾਂ ਜਹਾਜ਼ ਹੀ ਨਾ ਉੱਡੇ। ਮੈਂ ਉੱਥੇ ਦਾ ਉੱਥੇ ਗੱਡਿਆ ਗਿਆ। ਅਖੇ ਕੋਈ ਪੰਜਾਬ ਦਾ ਦਹਿਸ਼ਤਗਰਦ ਜਹਾਜ਼ ਦੇ ਮੁਸਾਫਰਾਂ 'ਚ ਹੈ। ਸਾਰੀਆਂ ਸਵਾਰੀਆਂ ਬਾਹਰ। ਨੌਜਵਾਨ ਮੁੰਡਿਆਂ ਨਾਲ ਮੈਨੂੰ ਵੀ ਅਲੱਗ ਕਰ ਦਿੱਤਾ ਗਿਆ। ਪੁੱਛਾਂ ਲਈ ਮੇਰੇ ਕੋਲ ਕਾਲਜ ਲੈਕਚਰਰ ਦਾ ਪਛਾਣ ਪੱਤਰ ਸੀ। ਸੌਖ ਹੋ ਗਈ। 2 ਘੰਟੇ ਬਾਅਦ ਜਹਾਜ਼ ਉੱਡਿਆ। ਪਤਾ ਨਹੀਂ ਕੋਈ ਸ਼ੱਕੀ ਫੜਿਆ ਗਿਆ ਜਾਂ ਨਾ। ਉਸ ਵੇਲੇ ਮੈਨੂੰ ਕਹਿ ਆਉਣ ਦੀ ਹਾਜਤ ਪਹਿਲੀ ਵਾਰ ਹੋਈ। ਪਹਿਲੀ ਵਾਰ ਜਹਾਜ਼ 'ਚ ਸਵਾਰ ਹੋਣ ਕਰਕੇ, ਜਾਂ ਦੇਸ਼ ਛੱਡਣ ਕਰਕੇ, ਜਾਂ ਬਾਹਰ ਛੱਡਣ ਆਏ ਬਾਪੂ, ਮਾਂ ਤੇ ਦੋਸਤਾਂ ਬਾਰੇ ਸੋਚ ਕੇ, ਜਾਂ ਸ਼ਾਇਦ ਕਿਸੇ ਵੀ ਗੱਲ ਕਰਕੇ ਨਹੀਂ, ਸਿਰਫ ਮੇਰੇ ਅੰਦਰ ਦੀ ਕਮਜ਼ੋਰੀ ਕਰਕੇ। ਮੈਂ ਕਿਸੇ ਵੀ ਵੱਖਰੀ ਅਜੀਬ ਸਥਿਤੀ 'ਚ ਘਬਰਾ ਜਾਂਦਾ। ਪਹਿਲਾਂ ਲੱਗਦਾ ਹੁੰਦਾ ਸੀ ਮੈਂ ਰੋ ਪਵਾਂਗਾ, ਹੁਣ ਲੱਗਦਾ ਕਹਿ ਆਉਣ ਵਾਲੀ ਹੈ। ਨਾ ਉਦੋਂ ਰੋਂਦਾ ਸੀ, ਨਾ ਹੁਣ ਕਹਿ ਆਉਂਦੀ ਹੈ। ਹਾਜਤ ਹੋਈ ਰਹਿੰਦੀ ਹੈ। ਜ਼ਹਿਨ 'ਚ ਕੋਈ ਨੁਕਸ ਲੱਗਦਾ। ਇੱਕ ਦਿਨ ਕਰਤਾਰਾ ਜਗਦੀਸ਼ ਨੂੰ ਮੇਰੇ ਬਾਰੇ ਕਹਿਣ ਲੱਗਾ, ਜੀਤੇ ਦੇ ਦਿਮਾਗ 'ਚ ਕੋਈ ਨੁਕਸ ਹੈ। ਸੁਨੀਤਾ ਅਕਸਰ ਮੇਰੀ ਗੱਲ ਤੇ ਹੱਸ ਦਿੰਦੀ ਹੈ ਤੇ ਤਾਂ ਲੱਗਦਾ ਕਹਿ ਰਹੀ ਹੋਵੇ, ਤੇਰਾ ਕੀ ਹੈ? ਤੇਰੇ ਤਾਂ ਦਿਮਾਗ 'ਚ ਕੋਈ ਨੁਕਸ ਹੈ। ਮੇਰੇ ਦਿਮਾਗ 'ਚ ਕੋਈ ਨੁਕਸ ਨਹੀਂ। ਅਸਲ ਗੱਲ ਇਹ ਹੈ ਕਿ ਮੈਂ ਡਰ ਜਲਦੀ ਜਾਣਾ। ਸਹਿਮ ਮੇਰੇ ਹੱਡਾਂ 'ਚ ਖੁੱਭਿਆ ਹੋਇਆ ਹੈ। ਪੌੜੀ ਚੜ੍ਹਦੇ ਨੂੰ ਲੱਗਦਾ ਹੁਣੇ ਕੋਈ ਹੇਠੋਂ ਪੌੜੀ ਖਿੱਚ ਲਏਗਾ। ਨਿਊਯਾਰਕ 'ਚ ਰਹਿ ਕੇ ਧੁੜਕੂ ਇਹ ਰਹਿੰਦਾ ਕਿ ਕੋਈ ਕਾਲਾ ਚਾਕੂ ਨਾਲ ਮੇਰੇ ਤੇ ਝਪਟ ਪਏਗਾ। ਇਹ ਵਾਰਦਾਤਾਂ ਤਾਂ ਇੱਥੇ ਨਿੱਤ ਹੁੰਦੀਆਂ ਰਹਿੰਦੀਆਂ, ਅਖਬਾਰਾਂ 'ਚ ਛਪਦੀਆਂ। ਮੈਂ ਤਦ ਹੀ ਅਖਬਾਰ ਨਹੀਂ ਪੜ੍ਹਦਾ। ਮੈਂ ਸੋਚਦਾ ਮੈਨੂੰ ਕਿਸੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਤਾਂ ਇਹ ਸੋਚ ਕੇ ਵੀ ਮੇਰਾ ਮੰਦਾ ਹਾਲ ਹੋਣ ਲੱਗਦਾ ਹੈ। ਉਹਨੇ $100 ਮੰਗ ਲੈਣਾ ਤੇ ਮੈਨੂੰ ਗਸ਼ ਪੈ ਜਾਣੀ ਹੈ। ਫਿਰ ਪੁਲਿਸ ਆ ਜਾਣੀ ਹੈ, ਐਂਬੂਲੈਂਸ, ਇਸ ਸਭ ਦਾ ਖਰਚਾ। ਜਗਦੀਸ਼ ਨੂੰ ਫੋਨ, ਇਹ ਕੰਮ ਛੱਡ ਕੇ ਆਏਗਾ। ਸੁਨੀਤਾ ਮੂੰਹ 'ਚ ਬੁੜਬੁੜ ਕਰਦੀ ਕਵੇਗੀ, ਇਹ ਮੇਰਾ ਉੱਲੂ ਹੈ। ਕੁਛ ਦਿਨ ਹੋਏ ਕਹਿਣ ਲੱਗੀ, ਤੇਰੇ ਚੁੱਕਾ ਤੰਤ ਨਹੀਂ, ਤੂੰ ਜਗਦੀਸ਼ ਵਰਗਾ ਹੀ ਹੈ। ਕਰਤਾਰਾ ਸੁਣ ਰਿਹਾ ਸੀ, ਮੁਸਕਰਾ ਪਿਆ। ਇੱਕ ਦਿਨ ਮੈਂ ਤੇ ਕਰਤਾਰਾ ਦੋਵੇਂ ਘਰ ਸੀ। ਉਹਨੇ ਸ਼ਾਮ ਨੂੰ ਕੰਮ ਤੇ ਲੱਗਣਾ ਸੀ। ਉਹ ਮੇਰੇ ਨਾਲ ਵਾਲੇ ਬੈੱਡ ਤੇ ਬੈਠਾ ਸੀ। ਬੋਲਿਆ, ਤੂੰ ਗਰਾਊਂਡ ਫਲੋਰ ਵਾਲੇ ਕੱਲੂ ਨੂੰ ਜਾਣਦਾ? ਉਹ ਜਿਹੜਾ ਕਿੰਗ ਹੈ, 6 ਫੁੱਟਾ। ਮੈਨੂੰ ਪਤਾ ਸੀ ਉਹ ਕੀ ਕਹਿਣ ਵਾਲਾ ਹੈ। ਮੈਂ ਕਰਤਾਰੇ ਦੀ ਬਕਵਾਸ ਸੁਣਨ ਤੋਂ ਪਹਿਲਾਂ ਫਲੈਟ ਤੋਂ ਬਾਹਰ ਆ ਗਿਆ। ਪਾਰਕ ਵੱਲ ਤੁਰਨ ਲੱਗਾ। ਸ਼ਾਇਦ ਘਬਰਾਹਟ ਦੂਰ ਹੋਵੇ। ਕਹਿ ਹੀ ਆ ਜਾਏ, ਕਹਿ ਨਹੀਂ ਆਈ। ਜਗਦੀਸ਼ ਹਰ ਸਨਿਚਰਵਾਰ ਸ਼ਾਮ ਨੂੰ ਵਿਸਕੀ ਪੀਣ ਲੱਗੇ ਆਪਣੀ ਅਕਲ ਦੀਆਂ ਗੱਲਾਂ ਨੂੰ ਐਲਾਨ ਵਾਂਗ ਬੋਲਦਾ ਹੈ। ਮੈਂ ਅਮਰੀਕਾ 'ਚ ਆ ਕੇ ਪਿਛਲੇ 7 ਸਾਲਾਂ 'ਚ ਡਾਕਟਰ ਦੀ ਸ਼ਕਲ ਤੱਕ ਨਹੀਂ ਦੇਖੀ। ਇੱਥੇ ਕੰਮ ਕਰਨ ਆਇਆ, ਬਿਮਾਰ ਹੋਣ ਨਹੀਂ। ਮੈਂ ਜਗਦੀਸ਼ ਨਾਲ ਆਪਣੀ ਬਿਮਾਰੀ ਦੀ ਗੱਲ ਨਹੀਂ ਕੀਤੀ, ਪਰ ਇਹ ਤਾਂ ਮਾਨਸਿਕ ਰੋਗ ਹੈ, ਆਪਣੇ ਮਾਹੌਲ ਤੋਂ ਟੁੱਟਣ ਤੇ ਨਵੇਂ ਮਾਹੌਲ 'ਚ ਫਿੱਟ ਨਾ ਹੋ ਸਕਣ ਦਾ। ਜਗਦੀਸ਼ ਨੇ ਸਿੱਧਾ ਠੋਕ ਕੇ ਕਹਿਣਾ, ਡਾਕਟਰਾਂ ਦੇ ਚੱਕਰ 'ਚ ਹੋ ਗਈ ਕਮਾਈ।
500 ਡਾਲੇ ਅਗਲੇ ਮਹੀਨੇ ਬਾਪੂ ਨੂੰ ਭੇਜਣੇ ਆ। ਸਵੇਰੇ ਲਿਫਟ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਕਿੰਗ ਦਿਖਿਆ। ਮੇਰਾ ਸਾਹ ਸੁੱਤਿਆ ਗਿਆ। ਇਸ ਬੰਦੇ ਤੋਂ ਮੈਨੂੰ ਇੰਨਾ ਡਰ ਕਿਉਂ ਲੱਗਦਾ ਹੈ? ਡਰ ਇਸ ਕਰਕੇ ਲੱਗਦਾ ਹੈ ਕਿ ਡਰੱਗਾਂ ਦੇ ਚੱਕਰ 'ਚ ਹੈ। ਡਰ ਇਸ ਕਰਕੇ ਵੀ ਲੱਗਦਾ ਹੈ ਕਿ ਇੱਕ ਦਿਨ ਮੈਂ ਚਾਬੀ ਲਗਾਈ ਅੰਦਰ ਆਇਆ, ਬੈੱਡ ਤੇ ਬੈਠਿਆ ਹੀ ਸੀ ਤਾਂ ਕਿੰਗ ਸੁਨੀਤਾ ਨਾਲ ਗੱਲਾਂ ਕਰ ਰਿਹਾ ਸੀ। ਫਿਰ ਉਹਦੀ ਉੱਚੀ ਬੋਲਣ ਦੀ ਆਵਾਜ਼, ਤਦ ਉਹ ਗੁੱਸੇ 'ਚ ਬਾਹਰ ਨਿਕਲ ਗਿਆ। ਸੁਨੀਤਾ ਨੇ ਜ਼ੋਰ ਦੀ ਆਪਣੇ ਬੈੱਡਰੂਮ ਦਾ ਦਰਵਾਜ਼ਾ ਬੰਦ ਕਰ ਦਿੱਤਾ, ਜਿਵੇਂ ਇਸ ਗੱਲ ਤੇ ਗੁੱਸਾ ਚੜ ਗਿਆ ਹੋਵੇ। ਮੈਂ ਅਚਾਨਕ ਦੁਪਹਿਰੀ ਕੰਮ ਤੋਂ ਵਾਪਸ ਕਿਵੇਂ ਪਰਤ ਆਇਆ। ਲੱਗਾ ਜਿਵੇਂ ਰੋ ਰਹੀ ਹੈ। ਸ਼ਾਇਦ ਉਹ ਰੋ ਨਹੀਂ ਰਹੀ ਸੀ, ਸ਼ਾਇਦ ਮੈਂ ਹੀ ਸੋਚ ਰਿਹਾ ਸੀ ਉਹਨੂੰ ਰੋਣਾ ਚਾਹੀਦਾ ਹੈ। ਸ਼ਾਇਦ ਸੁਨੀਤਾ ਨੂੰ ਪਤਾ ਵੀ ਨਾ ਹੋਵੇ ਮੈਂ ਆਪਣੇ ਬਿਸਤਰੇ ਤੇ ਲੇਟਿਆ ਹੋਇਆ। ਕਿੰਗ ਨੇ ਲੌਬੀ 'ਚ ਆਵਾਜ਼ ਦਿੱਤੀ, ਆਈ ਮੈਨ, ਵੇਅਰ ਯੋਰ ਫਕਿੰਗ ਬ੍ਰਦਰ। ਮੈਨੂੰ ਇੱਕ ਪਲ ਲਈ ਸਮਝ ਨਾ ਆਈ ਕਿ ਉਹ ਮੈਨੂੰ ਹੀ ਕੁਝ ਕਹਿ ਰਿਹਾ। ਆਈ ਐਮ ਆਸਕਿੰਗ ਯੂ ਮੈਨ, ਵੇਅਰ ਇਜ਼ ਜੈਕ। ਮੈਂ ਬਿਨਾਂ ਜਵਾਬ ਦਿੱਤੇ ਅਣਸੁਣੇ ਤੁਰੀ ਆਇਆ। ਨਿਊਯਾਰਕ ਜਿਸ ਦਿਨ ਪੁੱਜਾ ਸੀ ਤਾਂ ਦੂਜੇ ਦਿਨ ਹੀ ਭਰਾ ਮੈਨੂੰ ਕੰਮ ਤੇ ਲੈ ਗਿਆ। ਥਕਾਵਟ ਵੀ ਨਾ ਲੱਥੀ। ਜਗਦੀਸ਼ ਹੈੱਡ ਵੇਟਰ ਸੀ। ਗੰਜਾ ਮਾਲਕ ਉਹ ਤੋਂ ਬਹੁਤ ਖੁਸ਼ ਸੀ ਤੇ ਉਹਨੂੰ ਯਕੀਨ ਸੀ ਮੈਂ ਵੀ ਮਿਹਨਤੀ ਕਾਮਾ ਹੋਵਾਂਗਾ। ਉਹਨੇ ਕਿਹਾ, ਆਈ ਲਵ ਇੰਡੀਅਨਸ, ਵੈਰੀ ਹਾਰਡ ਵਰਕਿੰਗ, ਤੇ ਸਾਈਕਲਾਂ ਦੀ ਪਾਲ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, ਸਾਈਕਲ ਤੇ ਸਪਲਾਈ ਸ਼ੁਰੂ ਕਰ ਦੇ, ਮਾਮੂਲੀ ਕੰਮ ਹੈ, ਜਗਦੀਸ਼ ਸਮਝਾ ਦੇਗਾ। ਹੁਣ ਮੈਂ ਸਾਰਾ ਦਿਨ ਗਾਰਡ ਵਾਲੀ ਕੁਰਸੀ ਤੇ ਬੈਠਾ ਰਹਿਣਾ। ਕਈ ਵਾਰੀ ਦੂਰੀ ਡਿਊਟੀ ਕਰਦਾ 16 ਘੰਟੇ, ਜਿਸਮ ਟੁੱਟਣ ਲੱਗਦਾ। ਘਰ ਪੁੱਜ ਕੇ ਫ੍ਰਿਜ 'ਚ ਜੋ ਪਿਆ ਹੋਵੇ ਖਾ ਲੈਂਦਾ ਤੇ ਸੌ ਜਾਣਾ। ਇਹ ਸਾਰਾ ਕਮਾਈ ਦਾ ਚੱਕਰ ਹੈ, ਚੂਹਾ ਚੱਕਰ ਜਾਂ ਚੂਹਿਆਂ ਦਾ ਡਾਲਰ ਚੱਕਰ। ਮੈਨੂੰ ਆਪਣੇ ਆਪ ਤੋਂ ਕੋਫਤ ਹੋਣ ਲੱਗਦੀ ਹੈ, ਜਿਵੇਂ ਬੰਦੇ ਨੂੰ ਚੂਹੇ ਤੋਂ ਹੁੰਦੀ ਹੈ। ਆਪਣੇ ਬੰਦੇ ਜੋ ਮੇਰੇ ਵਾਂਗ ਇਹਨਾਂ ਚੱਕਰਾਂ 'ਚ ਫਾਥੇ ਹੋਏ ਹਨ, ਮੈਨੂੰ ਚੂਹੇ ਲੱਗਦੇ ਨੇ। ਪੰਜਾਬ 'ਚ ਹੋਰ ਤਰ੍ਹਾਂ ਦੀ ਭਕਾਈ ਸੀ। ਇੱਧਰ ਆਉਣ ਦੀ ਤਾਂਘ ਸੀ, ਹੁਣ ਕੋਈ ਤਾਂਘ ਨਹੀਂ ਰਹੀ। ਪੰਜਾਬ 'ਚ ਮੈਂ ਕਦੀ ਕਦੀ ਕਵਿਤਾ ਲਿਖਦਾ, ਹੁਣ ਜ਼ਿਹਨ 'ਚ ਕਵਿਤਾ ਲਈ ਸਪੇਸ ਹੀ ਨਹੀਂ ਬਚੀ, ਜਿਵੇਂ ਸਰੋਤ ਸੁੱਕ ਜਾਣ। ਇਹ ਹਾਲ ਨਵੇਂ ਆਏ ਆਪਣੇ ਬਹੁਤਿਆਂ ਦਾ ਹੈ। ਮੈਂ ਤਾਂ ਫਿਰ ਵੀ ਪੜ੍ਹਿਆ ਲਿਖਿਆ, ਪਰ ਪੰਜਾਬੀ ਦੀ MA ਵੀ ਕੋਈ ਪੜ੍ਹਾਈ ਹੈ? ਇੱਥੇ ਤਾਂ ਇੰਜੀਨੀਅਰ ਹੀ ਕਰਕੇ ਆਏ ਵੀ ਕੈਬ ਚਲਾਉਂਦੇ ਨੇ। ਕੈਬ ਚਲਾਉਣ ਵਾਲੇ $200 ਜਦ ਤੱਕ ਨਾ ਬਣ ਜਾਣ ਘਰ ਨਹੀਂ ਜਾਣਗੇ, ਭਾਵੇਂ 24 ਘੰਟੇ 'ਚ ਬਣਨ ਜਾਂ 12 'ਚ। ਇਹ ਡਾਲਰ ਇੰਨੀ ਖਿੱਚ ਕਿਉਂ ਪਾਉਂਦੇ ਨੇ? ਆਪਣੇ ਬੰਦੇ ਮਰਨ ਲੱਗਿਆਂ ਵੀ ਇਸੇ ਗਮ ਨਾਲ ਚੱਲਦੇ ਬਣਦੇ ਆ ਕਿ ਹੁਣ ਉਹਨਾਂ ਕਮਾਈ ਨਹੀਂ ਕਰ ਸਕਣੀ। ਮੈਨੂੰ ਵੀ ਲੱਗਦਾ ਹੋਰ ਇੱਧਰ ਉੱਧਰ ਝੱਖ ਮਾਰਨ ਦਾ ਕੀ ਫਾਇਦਾ, 12 ਤੋਂ 16 ਘੰਟੇ ਡਿਊਟੀ ਕਰੀ ਜਾਵਾਂ। ਭਾਈ ਨੂੰ ਕਿਹਾ ਕਿ ਮੈਂ ਵੱਖ ਰਹਿਣਾ ਚਾਹੁੰਦਾ। ਹੈ ਮੂਰਖ, ਜਗਦੀਸ਼ ਨੇ ਕਿਹਾ ਤੇ ਦਲੀਲ ਦਿੱਤੀ, ਵੱਖ ਰਹੇਗਾ ਤਾਂ ਬਚਾਏਗਾ ਕੀ? ਜਗਦੀਸ਼ ਹਮੇਸ਼ਾ ਪੇਇੰਗ ਗੈਸਟ ਰੱਖਦਾ ਹੈ। ਮੈਂ ਚਲਾ ਗਿਆ ਤਾਂ ਕਿਸੇ ਹੋਰ ਨੂੰ ਰੱਖੇਗਾ। ਕਰਤਾਰਾ ਜਦ ਦਾ ਆਇਆ ਫਲੈਟ 'ਚ ਹੀ ਰਹਿੰਦਾ ਹੈ। ਸਾਰਿਆਂ ਦੇ ਮੰਜੇ ਡਰਾਇੰਗ ਰੂਮ 'ਚ ਲੱਗੇ ਰਹਿੰਦੇ ਆ, ਬਸ ਸੌਣਾ ਹੀ ਹੁੰਦਾ। ਖਾਣ ਪੀਣ ਤਾਂ ਆਪੇ ਪਕਾਉਣਾ ਪੈਂਦਾ। ਸੁਨੀਤਾ ਕਦੇ ਕਦਾਈ ਸਬਜ਼ੀ ਬਣਾ ਦਿੰਦੀ ਹੈ, ਕਈ ਵਾਰ ਕੁਝ ਵੀ ਨਹੀਂ। ਫਲਸ਼ਿੰਗ ਦਾ ਇਲਾਕਾ ਆਵਾਸੀਆਂ ਨਾਲ ਭਰਿਆ ਪਿਆ ਹੈ। ਜ਼ਿਆਦਾ ਚੀਨੀ, ਕੋਰੀਆਈ ਤੇ ਆਪਣੇ ਪੰਜਾਬੀ ਇੱਥੇ ਰਹਿੰਦੇ ਆ। ਸਾਰਾ ਦਿਨ ਕੰਮ ਤੇ ਗੁਜ਼ਰ ਜਾਂਦਾ ਹੈ। ਵਕਤ ਕੱਟੀ ਹੈ, ਰਹਿਣ ਵਾਲੀ ਕੋਈ ਗੱਲ ਹੈ ਨਹੀਂ। ਇਹ ਥਾਂ ਮੈਨੂੰ ਉੱਕਾ ਚੰਗੀ ਨਹੀਂ ਲੱਗਦੀ। ਇਸ ਗੱਲ ਦਾ ਹੁਣ ਪਤਾ ਲੱਗਾ। ਸ਼ੁਰੂ 'ਚ ਜਦ ਮੈਂ ਆਇਆ ਤਾਂ ਚੰਗੇ ਮੰਦੇ ਬਾਰੇ ਸੁਰਤ ਨਹੀਂ ਸੀ। ਜ਼ਹਿਨ 'ਚ ਅਮਰੀਕਾ ਸਵਾਰ ਸੀ। ਇੱਥੇ ਪੁੱਜ ਕੇ ਮੇਰੇ ਅੰਦਰ ਅਚਾਨਕ ਤਬਦੀਲੀ ਆਉਣ ਲੱਗੀ, ਜਿਵੇਂ ਦਿਨ ਰਾਤ 'ਚ ਬਦਲ ਜਾਵੇ। ਕੁਝ ਦੇਰ ਜ਼ਹਿਨ ਤੇ ਇਹ ਗੱਲ ਬੋਝ ਬਣੀ ਰਹੀ ਕਿ ਸੱਚਮੁੱਚ ਇੱਥੇ ਪੁੱਜ ਗਿਆ ਹਾਂ। ਜਦ ਮੈਂ ਇੱਥੇ ਤਿਆਰ ਹੋ ਕੇ ਕੰਮ ਤੇ ਜਾਣਾ, ਜਦ ਅਮਰੀਕਾ ਜਾਗ ਦੌੜ ਰਿਹਾ ਹੁੰਦਾ ਤਾਂ ਪਿੰਡ ਸੁੱਤਾ ਹੁੰਦਾ। ਪੰਜਾਬ 'ਚ ਤਦ ਰਾਤ ਦਾ ਹਨੇਰਾ ਹੁੰਦਾ। ਮੈਂ ਪੱਕਾ ਹੋਇਆ ਤਾਂ ਜਗਦੀਸ਼ ਨੇ 4 ਬੰਦਿਆਂ ਦੀ ਪਾਰਟੀ ਕੀਤੀ। ਮੈਂ ਲੋੜ 'ਚ ਆ ਕੇ ਕਹਿਤਾ, ਐਵੇਂ ਕੀ ਮੁਕੱਦਰ ਵਾਲਾ ਕਹੀ ਜਾਂਦੇ ਹੋ ਸਾਰੇ? ਕੀ ਪਿਆ ਅਮਰੀਕਾ 'ਚ? ਸਾਲਾ ਕੋਈ ਮੁਲਕ ਹੈ? ਮੇਰਾ ਨਹੀਂ ਲੱਗਾ ਦਿਲ ਇੱਥੇ, ਮੈਂ ਮੁੜ ਜਾਣਾ। ਕਰਤਾਰਾ ਮੇਰੇ ਮੂੰਹ ਵੱਲ ਵੇਖੇ। ਉਹ ਰੋ ਕੇ ਹਟਿਆ ਸੀ, ਇਸ ਅਫਸੋਸ ਨਾਲ ਕਿ ਉਹਦਾ ਸ਼ਾਇਦ ਕਦੇ ਵੀ ਕੰਮ ਨਾ ਬਣ ਸਕੇ। ਬੀਵੀ ਬੱਚੇ ਦੇਸ਼ 'ਚ, ਸ਼ਰਾਬ ਪੀ ਲੈਂਦਾ ਤੇ ਪਿੰਡ ਫੋਨ ਤੇ ਤਬਾ ਬੋਲਦਾ, ਵਹੁਟੀ ਨੂੰ ਗਾਲਾਂ ਕੱਢਦਾ। ਕੀ ਮਤਲਬ? ਜਗਦੀਸ਼ ਨੇ ਠੋਡੀ ਉੱਚੀ ਕੀਤੀ। ਮਤਲਬ ਇਹ ਕਿ ਮਾਤੜ ਇੱਥੇ ਵੀ ਰੁਲਦੇ ਆ। ਕੀ ਪਿਆ ਅਮਰੀਕਾ 'ਚ? ਸਾਲਾ ਪੀਜ਼ਾ। ਆਪਣੀਆਂ ਤੀਵੀਆਂ ਕੋਲ ਰੋਟੀ ਬਣਾਉਣ ਲਈ ਵਿਹਲ ਨਹੀਂ, ਪੀਜ਼ਾ ਹੀ ਖਾਈ ਖਵਾਈ ਜਾਂਦੀ ਹੈ। ਮੈਂ ਕਿਸੇ ਦੀ ਨੌਕਰ ਨਹੀਂ ਲੱਗੀ, ਆਪੇ ਰੋਟੀ ਬਣਾ ਕੇ ਖਾ ਲਿਆ ਕਰੋ। ਸੁਨੀਤਾ ਨੂੰ ਪਤਾ ਸੀ ਮੈਨੂੰ ਪੀਜ਼ਾ ਖਾਣਾ ਚੰਗਾ ਨਹੀਂ ਲੱਗਦਾ। ਅੱਜ ਵੀ ਪੀਜ਼ੇ ਦਾ ਆਰਡਰ ਦਿੱਤਾ ਗਿਆ ਸੀ। ਕੋਰੀਅਰ ਵਾਲਾ ਮੁੰਡਾ ਪੀਜ਼ੇ ਦੇ ਗਿਆ ਸੀ। ਪੀਜ਼ਿਆਂ ਵਾਲੇ ਪੈਕਟ ਬੰਦ ਸਨ। ਮੈਨੂੰ ਇਸ ਗੱਲ ਦੀ ਬੜੀ ਰੜਕ ਸੀ
ਪੀਜ਼ਾ ਖਾ ਕੇ ਮੇਰੀ ਕਦੇ ਤਸੱਲੀ ਨਹੀਂ ਸੀ ਹੁੰਦੀ। ਕਾਫੀ ਦੇਰ ਚੁੱਪ ਛਾਈ ਰਹੀ। ਸੁਨੀਤਾ ਆਪਣੇ ਬੈਡਰੂਮ 'ਚ ਚਲੀ ਗਈ ਸੀ। ਕਰਤਾਰਾ ਕਹੀ ਜਾਏ ਇਹਨੂੰ ਗੱਲਾਂ ਆਉਂਦੀਆਂ, ਮੁਫਤ 'ਚ ਪੱਕਾ ਜੋ ਹੋ ਗਿਆ। ਜਗਦੀਸ਼ ਨੂੰ ਚੜ੍ਹ ਗਈ ਸੀ। ਦੇਖ ਕੀ ਕਹਿੰਦਾ ਜੀਤਾ, ਆਖੇ ਕੀ ਪਿਆ ਅਮਰੀਕਾ 'ਚ, ਉਹ ਇੱਕ ਕੰਜਰਾ ਪੰਜਾਬ 'ਚ ਕੀ ਪਿਆ। ਤੇਰੀ ਸਾਲੀ ਸ਼ਾਇਰੀ ਜੋ ਟਕੇ ਭਾਅ ਨਹੀਂ ਵਿਕਦੀ। ਕੌਡੀਓ ਖੋਟੇ ਬੰਦੇ ਹੋ ਤੁਸੀਂ, ਕਵੀ ਲੋਕ। ਮੈਂ ਸਭ ਜਾਣਨਾ। ਸਾਲੇ ਕੁੱਤੇ, ਅਮਰੀਕਾ ਨੂੰ ਗਾਲਾਂ ਕੱਢਦਾ। ਤੂੰ ਆ ਗਿਆ ਇੱਥੇ ਸੌਖਾ, ਵਰਨਾ 8 ਲੱਖ ਦੇ ਬੈਠਾ ਕਰਤਾਰਾ ਸਿੰਘ। ਜਗਦੀਸ਼ ਨੇ ਫੇਰ ਕਿਹਾ, ਤੂੰ ਸੋਚਦਾ ਹੀ ਕਿਉਂ ਏਦਾਂ? ਸੋਚਣਾ ਬੰਦ ਕਰ ਦੇ ਜੇ ਅਮਰੀਕਾ 'ਚ ਕਾਮਯਾਬ ਹੋਣਾ। ਮੈਂ ਨਹੀਂ ਕਾਮਯਾਬ ਹੋਣਾ। ਤੂੰ ਹੋ ਕੇ ਦੇਖ ਲਿਆ, ਇੰਨੇ ਤੇਰੇ ਪੈਸੇ ਬਣਦੇ ਆ, ਫਿਰ ਵੀ ਘਰ 'ਚ 2 ਤੂੰ ਪੇਇੰਗ ਗੈਸਟ ਰੱਖੇ ਆ। ਬੀਵੀ ਤੇਰੀ ਦਾ ਤੈਨੂੰ ਪਤਾ ਨਹੀਂ ਕਿੱਥੇ ਹੈ, ਕੀ ਕਰਦੀ ਹੈ। ਜਗਦੀਸ਼ ਕਹਿੰਦਾ, ਸ਼ਟ ਅਪ, ਨਹੀਂ ਤਾਂ ਤੁੰਨ ਦਿਆਂਗਾ। ਉਹ ਮੇਰੇ ਤੇ ਵਰਨ ਲਈ ਉੱਠ ਖਲੋਤਾ। ਉਹਨੇ ਕਾਹਲੀ ਨਾਲ ਵਿਸਕੀ ਦਾ ਅਗਲਾ ਪੈਗ ਪਾਇਆ, ਅੰਦਰ ਖਿੱਚਿਆ ਤੇ ਫਰਮਾਇਆ, ਸੁਨੀਤਾ ਬਾਰੇ ਤੇਰੇ ਮੂੰਹ 'ਚੋਂ ਇੱਕ ਗੱਲ ਵੀ ਨਿਕਲੀ, ਆਈਲ ਕਿਲ ਯੂ। ਉਹ ਬਿਨਾਂ ਕੁਝ ਖਾਧੇ ਮੰਜੇ ਤੇ ਡਿੱਗ ਪਿਆ। ਸਾਹਮਣੇ ਮੇਜ਼ ਤੇ ਮਾਈਕਰੋ ਕੀਤਾ ਮੁਰਗਾ ਪਿਆ ਰਿਹਾ। ਸੁਨੀਤਾ ਆਪਣੇ ਬੈਡਰੂਮ 'ਚ ਸੁੱਤੀ ਪਈ ਸੀ। ਪੱਕੇ ਹੋਣ ਦੀ ਪਾਰਟੀ ਫੇਲ ਹੋ ਗਈ। ਕਰਤਾਰਾ ਤੇ ਜਗਦੀਸ਼ ਸ਼ਰਾਬੀ ਹੋਈ ਸੌਂ ਚੁੱਕੇ ਸਨ। ਮੈਂ ਲਾਈਟ ਬੰਦ ਕਰਕੇ ਸੌਂ ਗਿਆ। ਦੂਜੇ ਦਿਨ ਮੇਰਾ ਆਫ ਸੀ। ਜਗਦੀਸ਼ ਨੇ ਸਵੇਰੇ 6 ਵਜੇ ਸਬਵੇ ਫੜਨੀ ਸੀ। ਮੈਂ 10 ਵਜੇ ਉੱਠਿਆ। ਘਰ 'ਚ ਕੋਈ ਨਹੀਂ ਸੀ। ਮੇਰਾ ਸਿਰ ਵਿਸਕੀ ਨਾਲ ਗਰਮ ਸੀ। ਕਈ ਦਿਨ ਮੇਰੀ ਸੋਚ ਦੀ ਫਿਰਕੀ ਕਹਿੰਦੀ ਰਹੀ ਕਿ ਬਹੁਤ ਮਾੜਾ ਹੋਇਆ, ਵਾਧੂ ਦਾ ਪੰਗਾ ਪੈ ਗਿਆ। ਇੱਕ ਦਿਨ ਜਗਦੀਸ਼ ਕਹਿਣ ਲੱਗਾ, ਦਿਲ ਲਗਾ ਕੇ ਕੰਮ ਕਰ, ਨੋਟ ਕਮਾ, ਸਾਰੇ ਦਾ ਸਾਰਾ ਪੰਜਾਬ ਵਿਸਰ ਜਾਣਾ ਹੋਰ 2-4 ਸਾਲਾਂ ਨੂੰ। ਸਾਲਾ ਪਿਆ ਕੀ ਆ ਉੱਥੇ, ਤੈਨੂੰ ਕੀ ਤਕਲੀਫ ਹੈ ਇੱਥੇ? ਕਰਤਾਰਾ ਕੋਲ ਬੈਠਾ ਸੀ, ਬੋਲਿਆ, ਤਕਲੀਫ ਇਹ ਆ ਵੀ ਇਹਨੂੰ ਬਲੈਕ ਲੇਬਲ ਨਹੀਂ ਪਚਦੀ, ਹਾਜ਼ਮਾ ਇਹਦਾ ਬੈਗ ਪਾਈਪਰ ਲਈ ਫਿੱਟ ਹੈ। ਕਰਤਾਰਾ ਸਨੀਚਰ ਨੂੰ ਅੱਧੀ ਬੋਤਲ ਖਤਮ ਕਰ ਦਿੰਦਾ ਤੇ ਬੁੜਕਣ ਲੱਗ ਪੈਂਦਾ। ਫਿਰ ਉਹ ਆਉਂਦੀ ਜਾਂਦੀ ਸੁਨੀਤਾ ਦੀਆਂ ਛਾਤੀਆਂ ਵੱਲ ਟੀਰੀ ਨਜ਼ਰ ਮਾਰਦਾ। ਜਗਦੀਸ਼ ਘੇਸਲੀ ਵੱਟ ਲੈਂਦਾ। ਮੈਨੂੰ ਕਰਤਾਰੇ ਦਾ ਤੌਰ ਤਰੀਕਾ ਔਖਾ ਕਰਦਾ। ਮੈਂ ਉਦੋਂ ਪੀਤੀ ਨਹੀਂ ਸੀ। ਸੋਚ ਕੇ ਜਗਦੀਸ਼ ਨੂੰ ਆਪਣੀ ਤਕਲੀਫ ਦੱਸੀ। ਇਸ ਦੇਸ਼ 'ਚ ਰੁਪਏ ਦੀ ਜਗ੍ਹਾ ਡਾਲਰ ਮਿਲਦੇ ਨੇ। ਹੋਰ ਇੱਥੇ ਕੀ ਹੈ, ਰੁਲਣਾ ਜਿਹੜਾ ਪੈਂਦਾ, ਜ਼ਲੀਲ ਜਿਹੜਾ ਹੋਣਾ ਪੈਂਦਾ। ਇਸ ਕਵੀ ਨੂੰ ਡਾਲਰ ਨਹੀਂ ਚਾਹੀਦੇ, ਪਿੰਡ ਦੀ ਸ਼ਿਟ ਚਾਹੀਦੀ ਹੈ। ਸੁਨੀਤਾ ਅਚਾਨਕ ਅੰਦਰ ਆ ਗਈ ਸੀ। ਮੇਰੇ ਵੱਲ ਔਖਾ ਜਿਹਾ ਮੂੰਹ ਬਣਾ ਕੇ ਕਹਿਣ ਲੱਗੀ, ਬੈਟਰ ਯੂ ਗੋ ਬੈਕ ਟੂ ਯੋਰ ਪੰਜਾਬ। ਕਹਿੰਦੇ ਉਹ ਕਿਚਨ 'ਚ ਜਾ ਪਹੁੰਚੀ। ਕਰਤਾਰਾ ਲੰਮਾ ਪਿਆ ਸੀ। ਅਚਾਨਕ ਬੋਲਿਆ, ਆ ਗੋਰੇ ਵੀ ਚਾਹੀਦੇ ਆ ਮੇਰੇ ਅਰਗਿਆਂ ਨੂੰ, ਪਰ ਮਿਲਦੇ ਹੀ ਨਹੀਂ, ਮਹਿੰਗੇ ਪੈਂਦੇ ਆ। ਓਏ ਸ਼ਟ ਅਪ, ਜਗਦੀਸ਼ ਨੇ ਕਿਹਾ। ਸੁਨੀਤਾ ਹੱਸ ਪਈ। ਉਹ ਸਭ ਸੁਣ ਰਹੀ ਸੀ। ਆਪਣੇ ਬੈਡਰੂਮ 'ਚ ਜਾਂਦੀ ਉਹਨੇ ਕਿਹਾ, ਵਾਟ ਰਬਿਸ਼ ਆਰ ਯੂ ਟਾਕਿੰਗ? ਸੁਨੀਤਾ, ਮੈਨੂੰ ਉੱਕਾ ਚੰਗੀ ਨਹੀਂ ਲੱਗਦੀ। ਜਗਦੀਸ਼ ਨੇ ਸੁਨੀਤਾ ਨਾਲ ਸ਼ਾਦੀ ਕਰਾ ਕੇ ਅਮਰੀਕਾ 'ਚ ਆਪਣੀ ਰਹਾਇਸ਼ ਪੱਕੀ ਕਰ ਲਈ। ਸੁਨੀਤਾ ਨੇ ਜਗਦੀਸ਼ ਨਾਲ ਸ਼ਾਦੀ ਕਿਉਂ ਕਰਾਈ, ਮੇਰੀ ਇਹ ਗੱਲ ਅਜੇ ਤੱਕ ਸਮਝ ਨਹੀਂ ਪਈ। ਜਗਦੀਸ਼ 7 ਸਾਲ ਗੈਰ ਕਾਨੂੰਨੀ ਕੰਮ ਕਰਦਾ ਰਿਹਾ। ਕਰਤਾਰਾ ਜਦ ਆਇਆ ਇਹੋ ਕਹਿੰਦਾ ਰਹਿੰਦਾ, ਕੋਈ ਮੇਰਾ ਜੁਗਾੜ ਕਰੋ। ਇਹ ਗੱਲ ਉਹ ਅਕਸਰ ਸੁਨੀਤਾ ਨੂੰ ਕਹਿੰਦਾ ਹੈ। ਇੱਕ ਦਿਨ ਕਹਿਣ ਲੱਗਾ, ਕਰਦੇ ਮੇਰਾ ਜੁਗਾੜ, ਕੋਈ ਕੁੜੀ ਤਿਆਰ ਕਰਵਾ ਦੇ, ਜਿੰਨਾ ਖਰਚਾ ਆਏਗਾ ਮੈਂ ਦੇਣ ਨੂੰ ਤਿਆਰ ਹਾਂ। ਕੋਈ ਕਾਲੀ ਨਾਲ ਵਿਆਹੀ ਕਰਵਾ ਦਿਓ, ਮੈਂ ਜੀਤੋ ਤੋਂ ਤਲਾਕ ਦੇ ਕਾਗਜ਼ ਮੰਗਵਾ ਲਵਾਂਗਾ। ਸੁਨੀਤਾ ਹੱਸਦਿਆਂ ਕਹਿਣ ਲੱਗੀ, ਇੱਕੋ ਰਾਹ ਸੌਖਾ ਹੈ, ਕੱਢ $1,00,000, ਮੈਂ ਜਗਦੀਸ਼ ਨੂੰ ਤਲਾਕ ਦੇ ਕੇ ਤੇਰੇ ਨਾਲ ਵਿਆਹ ਕਰ ਲੈਂਦੀ ਹਾਂ। ਫਿਰ ਹੱਸਣ ਲੱਗ ਪਈ। ਮੈਂ ਕਿਤਾਬ ਪੜ੍ਹ ਰਿਹਾ ਸੀ, ਤਦ ਸੁਣ ਕੇ ਪਸੀਨੇ ਛੁੱਟ ਗਏ। ਜਗਦੀਸ਼ ਕੰਮ ਤੇ ਗਿਆ ਸੀ। ਸੁਨੀਤਾ ਨੇ ਕਿਹਾ, ਸੌਦਾ ਹੀ ਤਾਂ ਹੈ, ਹਰ ਵਿਆਹ ਸੌਦਾ ਹੁੰਦਾ ਹੈ, ਵਿਆਹ ਨਕਲੀ ਹੈ ਜਾਂ ਅਸਲੀ, ਇਟਸ ਬਿਜ਼ਨਸ। ਇੱਕ ਦਿਨ ਮੈਂ ਫਿਰ ਜਗਦੀਸ਼ ਨੂੰ ਕਹਿ ਦਿੱਤਾ, ਮੈਂ ਇੱਥੇ ਨਹੀਂ ਰਹਿਣਾ, ਕੋਈ ਫਲੈਟ ਲੱਭ ਦੇ। ਉਹ ਮੇਰੇ ਵੱਲ ਮੂੰਹ ਅੱਡੀ ਵੇਖਣ ਲੱਗ ਪਿਆ। ਉਹਨੂੰ ਸ਼ਾਇਦ ਪਤਾ ਸੀ ਮੈਂ ਕੀ ਕਹਿਣ ਵਾਲਾ। ਮੈਂ ਕਿਹਾ, ਦੇਖ, ਤੂੰ ਭਾਵੇਂ ਮੇਰੇ ਤੋਂ ਵੱਡਾ, ਪਰ ਤੇਰੀ ਵਹੁਟੀ ਦੀਆਂ ਆਦਤਾਂ ਠੀਕ ਨਹੀਂ। ਉਹ ਕੁਛ ਦੇਰ ਲਈ ਗੁੰਮਸੁੰਮ ਹੋ ਗਿਆ। ਕਹਿਣ ਲੱਗਾ, ਕਿੱਥੇ ਜਾਏਗਾ, ਵਾਧੂ ਦਾ ਖਰਚਾ, ਕਿਸੇ ਨਾਲ ਮਿਲ ਕੇ ਫਲੈਟ ਲਾਏਗਾ ਤਾਂ $500 ਤੋਂ ਘੱਟ ਨਹੀਂ ਲੱਗਣੇ। ਫਿਰ ਫੂਡ ਦਾ ਖਰਚਾ। ਅਸੀਂ ਦੋਵੇਂ ਸਬਵੇ 'ਚ ਬੈਠੇ ਸੀ। ਉਹ ਅਚਾਨਕ ਬੋਲਿਆ, ਤੈਨੂੰ ਸੁਨੀਤਾ ਕੀ ਕਹਿੰਦੀ ਹੈ? ਜੋ ਔਖਾ ਉਹਦੇ ਨਾਲ ਕਹਿਣਾ ਕੀ ਆ, ਬਸ ਐਵੇਂ ਚੰਗਾ ਨਹੀਂ ਲੱਗਦਾ। ਬੰਦੇ ਨੂੰ ਪ੍ਰੈਕਟੀਕਲ ਹੋਣਾ ਪੈਂਦਾ। ਵਿਆਹ ਤੋਂ ਪਹਿਲਾਂ ਵੀ ਉਹ ਇਦਾਂ ਦੀ ਸੀ। ਮੈਂ ਪੱਕਾ ਹੋ ਗਿਆ ਉਹਦੇ ਕਰਕੇ, ਤੂੰ ਇੱਥੇ ਆਇਆ ਮੇਰੇ ਕਰਕੇ। ਹੁਣ ਆਪਾਂ ਬੇਬੇ ਬਾਪੂ ਨੂੰ ਬੁਲਾ ਲੈਣਾ। ਤੈਨੂੰ ਪਤਾ ਕਿੰਗ ਆਉਂਦਾ? ਜਗਦੀਸ਼ ਬੋਲਿਆ ਨਹੀਂ। ਅਸੀਂ ਆਪੋ ਆਪਣੇ ਕੰਮਾਂ ਵੱਲ ਤੁਰ ਪਏ। ਘੰਟੇ ਕੁ ਮਗਰੋਂ ਜਗਦੀਸ਼ ਦਾ ਮੈਨੂੰ ਕੰਮ ਤੇ ਫੋਨ ਆਇਆ। ਇਹ ਪੰਜਾਬ ਨਹੀਂ,
ਰਿਲੈਕਸ ਰਹੋ, ਆਪਣਾ ਕੰਮ ਸਾਰੀਦਾ ਹੈ। ਧੰਨਵਾਦ। ਦੂਸਰਾ ਅੰਗ ਹੈਪੀ ਫੈਮਿਲੀ। ਆਮਸਟਰਡਮ। ਮੈਂ ਇੱਕ ਸਸਤਾ ਹੋਟਲ ਲੱਭ ਲਿਆ। ਮੈਨੇਜਰ ਨੇ ਕਮਰਾ ਦਿਖਾਇਆ ਤੇ ਕਿਹਾ ਇਹਦੇ ਬਾਥਰੂਮ ਦਾ ਸ਼ਾਵਰ ਖਰਾਬ ਹੈ, ਨਹਾ ਨਹੀਂ ਸਕਦਾ, ਇਹਦਾ ਕਿਰਾਇਆ ਅੱਧਾ। ਮੈਂ ਕਿਹਾ ਇਹੀ ਠੀਕ ਰਹੇਗਾ, ਨਹਾ ਕੇ ਕੀ ਕਰਨਾ। ਉਹ ਸਾਹਮਣੇ ਲੌਬੀ 'ਚ ਸਾਂਝਾ ਬਾਥਰੂਮ ਹੈ, ਤੂੰ ਉਹ ਵਰਤ ਸਕਦਾ ਹੈ। ਮੈਂ ਕਿਹਾ ਇਹ ਹੋਰ ਵੀ ਠੀਕ ਹੈ। ਰੇਲਵੇ ਸਟੇਸ਼ਨ 'ਤੇ ਜਾ ਕੇ ਫਰੈਂਕਫਰਟ ਦੀ ਟਿਕਟ ਬੁੱਕ ਕਰਵਾਈ। ਉੱਥੇ ਜਰਮਨੀ ਵਾਲੇ ਕਾਮਰੇਡ ਕਰਨੈਲ ਨੂੰ ਫੋਨ ਕੀਤਾ। ਹੁਣ ਮੇਰੇ ਪਾਸ ਆਮਸਟਰਡਮ 'ਚ ਲਟੋਰੀਆਂ ਮਾਰਨ ਲਈ 3 ਦਿਨ ਸਨ। ਪੱਛਮ ਦੇ ਸ਼ਹਿਰਾਂ 'ਚ ਮੇਰੀ ਤਾਂਘ ਆਪਣੇ ਬੰਦਿਆਂ ਨੂੰ ਮਿਲਣ ਦੀ ਹੁੰਦੀ ਹੈ। ਆਮਸਟਰਡਮ 'ਚ ਕੋਈ ਮੇਰਾ ਜਾਣੂ ਨਹੀਂ ਸੀ ਕਿ ਉਹਨੂੰ ਫੋਨ ਕਰਦਾ। ਸਟੇਸ਼ਨ 'ਤੇ ਟਿਕਟ ਵਿੰਡੋ ਅੱਗੇ ਖੜਾ ਸੀ ਤਾਂ ਇੱਕ ਕਿਰਮਚੀ ਪੱਗ ਦੂਰੋਂ ਝਲਕਾਰੇ ਸੁੱਟਦੀ ਦਿਖਾਈ ਦਿੱਤੀ। ਪੱਗ ਅਚਾਨਕ ਦਿਸਣੋਂ ਹਟ ਗਈ। ਘਣਾ ਅਫਸੋਸ ਹੋਇਆ। ਲਟੋਰੀ ਦੌਰਾਨ ਆਪਣਾ ਬੰਦਾ ਦਿਸੇ ਤਾਂ ਮੈਂ ਉਹਦੇ ਨਾਲ ਗੱਲਾਂ ਕਰਨ ਦਾ ਬਹਾਨਾ ਲੱਭਦਾ। ਜਿਸ ਜਗ੍ਹਾ ਆਪਣੇ ਬੰਦੇ ਘੱਟ ਨੇ, ਜਿਵੇਂ ਹਾਲੈਂਡ 'ਚ, ਉੱਥੇ ਦੇਸੀ ਬੰਦਾ ਦਿਸੇ ਤਾਂ ਬੁਲਾਏ ਬਗੈਰ ਰਹਿ ਨਹੀਂ ਸਕਦਾ। ਉਹਨੂੰ ਪੁੱਛਣ ਦਾ ਮਨ ਹੁੰਦਾ ਹੈ, ਭਾਈ ਸਾਹਿਬ ਤੁਹਾਡੀ ਜ਼ਿੰਦਗੀ ਦਾ ਸਮਾਚਾਰ ਕੀ ਹੈ। ਉੱਤਰ 'ਚ ਉਹਨੇ ਕਹਿਣਾ ਹੁੰਦਾ, ਸਮਾਚਾਰ ਚੰਗਾ ਹੈ, ਤੁਸੀਂ ਕਿੱਥੋਂ। ਫਿਰ ਜਿਵੇਂ ਅਗਲਾ ਸਵਾਲ ਮੇਰੇ ਚਿੱਤ 'ਚ ਪਹਿਲਾਂ ਹੀ ਤਿਆਰ ਹੁੰਦਾ, ਜਨਾਬ ਜਿਹੜਾ ਕਿਲ੍ਹਾ ਫਤਿਹ ਕਰਨ ਲਈ ਤੁਸੀਂ ਅੱਧੀ ਸਦੀ ਪਹਿਲਾਂ ਘਰ ਛੱਡ ਕੇ ਆਏ, ਉਹ ਫਤਿਹ ਹੋਇਆ ਕਿ ਨਹੀਂ। ਉੱਪਰੇ ਬੰਦੇ ਨੂੰ ਇੱਦਾਂ ਦਾ ਮੂੰਹ ਫੱਟ ਸਵਾਲ ਪੁੱਛਿਆ ਨਹੀਂ ਜਾ ਸਕਦਾ, ਇਸ ਲਈ ਮੈਂ ਉਹਦੇ ਨਾਲ ਪਹਿਲਾਂ ਲਟਬੌਰੀਆਂ ਮਾਰਦਾ ਰਹਿੰਦਾ। ਉਹਦੇ ਤੇਵਰ ਪਛਾਣਦਾ। ਪੈਦਲ ਲਟੋਰੀਆਂ ਤੇ ਕਲਾਮੀ ਲਟਬੌਰੀਆਂ ਮਾਰਨ ਵਾਲਾ ਨੁਸਖਾ ਮੈਂ ਬਹੁਤ ਹੰਢਾਇਆ। ਲਟੋਰੀਆਂ ਵਾਲੇ ਨੁਸਖੇ ਰਾਹੀਂ ਪਤਾ ਲੱਗਾ ਕਿ ਸਮੇਂ ਸਪੇਸ ਦੀ ਲੀਲਾ ਘੁੰਡੀਆਂ ਨਾਲ ਭਰੀ ਪਈ ਹੈ। ਸਮੇਂ ਦੇ ਬੀਤਣ ਨਾਲ ਪੁਸ਼ਤਾਂ ਬਿਲੇ ਲੱਗ ਜਾਂਦੀਆਂ ਹਰ ਥਾਂ, ਪਰ ਸਪੇਸ ਦੀ ਤਬਦੀਲੀ ਜਿਵੇਂ ਆਪਣੇ ਬੰਦੇ ਪਿੰਡ ਤੋਂ ਸਿੱਧਾ ਯੂਰਪ ਆਏ ਘਣਾ ਮਾਰੂ ਅਸਰ ਛੱਡਦੀ ਰਹੀ ਹੈ। ਯੂਰਪ 'ਚ ਸਾਰੀ ਵਜੂਦੀ ਸਪੇਸ ਗੋਰਿਆਂ ਲਈ ਰਾਖਵੀਂ ਹੈ। ਆਪਣੇ ਬੰਦੀ ਲਈ ਥਾਂ ਕਿੱਥੇ ਬਚਦੀ ਹੈ, ਉਹ ਖਿਲਰੇ ਰਹਿੰਦੇ ਹੈ। ਲਟੋਰੀਆਂ ਦੇ ਚੱਕਰ 'ਚ ਦੂਜੇ ਦਿਨ ਬਾਅਦ ਦੁਪਹਿਰ ਉਹ ਔਰਤ ਮਿਲੀ। ਪਤਾ ਲੱਗਾ ਉਹ ਕਿਰਮਚੀ ਪੱਗ ਵਾਲੇ ਦੀ ਪਤਨੀ ਹੈ। ਪਤੀ ਦਾ ਨਾਂ ਦਲੀਪ। ਉਹਦੇ ਮੂੰਹ ਸੁਣਿਆ। ਇਸ ਔਰਤ ਦਾ ਨਾਂ ਰੀਟਾ। ਪਤੀ ਦਲੀਪ ਕੋਲੋਂ ਬਾਅਦ 'ਚ ਪਤਾ ਲੱਗਾ। ਮਿਲਣ ਗਿਲਣ ਦੌਰਾਨ ਇੱਕ ਹੋਰ ਕੰਮ ਦੀ ਗੱਲ ਦਾ ਪਤਾ ਲੱਗਾ ਵੀ ਵਿਦੇਸ਼ਾਂ 'ਚ ਆਪਣਿਆਂ ਦੀ ਆਵਾਜ਼ ਸੁਣਨੋਂ ਬੰਦਾ ਤਰਸ ਜਾਂਦਾ ਹੈ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ਮੈਨੂੰ ਜਾਣਨਾ 'ਚ ਰਿਕਸ਼ਾ ਵਾਲੇ ਮੁੰਡੇ ਵਾਂਗ ਇਸੇ ਕਰਕੇ ਯੂਰਪ ਜਾਂ ਅਮਰੀਕਾ ਕੈਨੇਡਾ 'ਚ ਦੇਸੀ ਆਵਾਜ਼ਾਂ ਦਾ ਨਿਰਯਾਤ ਨਿੱਤ ਹੁੰਦਾ ਰਹਿੰਦਾ। ਮੰਚ ਸਿੰਗਰ, ਕੀਰਤਨੀਏ, ਭਗਵੇ ਸੰਤ, ਮਹਾਤਮਾ ਤੇ ਭਾਸ਼ਣਕਾਰ, ਤਰੰਨਮੀ ਕਵੀ, ਫਿਲਮੀ ਸਿਤਾਰੇ ਉੱਧਰ ਤੁਰੇ ਰਹਿੰਦੇ ਨੇ ਤੇ ਆਪਣੀਆਂ ਆਵਾਜ਼ਾਂ ਸਮੇਤ। ਮੈਂ ਨਿਊਯਾਰਕ 'ਚ ਸੀ ਤਾਂ ਪੰਜਾਬ ਤੋਂ ਬੋਲੇ ਸੋ ਨਿਹਾਲ ਨਾਟਕ ਦਾ ਵਿਗਿਆਪਨ ਦੇਖਿਆ। ਸ਼ਿਕਾਗੋ ਪੁੱਜਾ ਤਾਂ ਅਕਸ਼ੇ ਕੁਮਾਰ, ਟਵਿੰਕਲ ਖੰਨਾ ਤੇ ਉਲਟਾ ਪੁਲਟਾ ਵਾਲੇ ਜਸਪਾਲ ਭੱਟੀ ਦਾ ਪ੍ਰੋਗਰਾਮ ਆਉਂਦੇ ਸਨਿਚਰਵਾਰ ਸੀ। ਕੈਨੇਡਾ 'ਚ 1-2 ਥਾਵਾਂ ਤੇ ਕੁਝ ਇੱਕ ਨੇ ਮੈਨੂੰ ਘੇਰ ਲਿਆ ਕਿ ਮੈਂ ਆਪਣੀ ਇੱਕ ਐਕਸਪੋਰਟ ਕੁਆਲਿਟੀ ਤਰੰਨਮੀ ਕਵੀ ਬਾਰੇ ਇੱਕ ਲੇਖ 'ਚ ਨੁਕਤਾਚੀਨੀ ਕਿਉਂ ਕੀਤੀ। ਉਹ ਲੁਧਿਆਣੇ ਤੋਂ ਹੇਕਾਂ ਸਮੇਤ ਕੈਨੇਡਾ ਆਉਂਦਾ, ਵਧੀਆ ਗਾਉਂਦਾ। ਲਟੋਰੀਆਂ ਮਾਰਦੇ ਰਹਿਣ ਦਾ ਇਹ ਨਤੀਜਾ ਕਿ ਆਪਣੇ ਅੰਦਰ ਰਿੰਗ ਦੀਆਂ ਖੋਹਾਂ ਦੀ ਦਰਸ ਵੀ ਹੋਈ ਜਾਂਦੇ ਸਨ ਕਿ ਉਹ ਵਤਨ ਤੋਂ ਕਿਵੇਂ ਤੁੱਠੇ ਹੋਏ ਹਨ। ਕੁਝ ਹੋਰ ਵੀ ਦੇਖਿਆ ਕਿ ਵਲਾਇਤ 'ਚ ਸਾਊਥ ਹਾਲ ਜਾਂ ਲੈਸਟਰ ਵਰਗੀਆਂ ਘੁਰਨਾ ਬਸਤੀਆਂ, ਜਿਨ੍ਹਾਂ ਨੂੰ ਅੰਗਰੇਜ਼ੀ 'ਚ ਗੈਟੋ ਕਹਿੰਦੇ ਨੇ, ਜਿਵੇਂ ਨਿਊਯਾਰਕ 'ਚ ਕਾਲਿਆਂ ਦੀ ਬਸਤੀ ਹਾਰਲਮ ਜਾਂ ਬ੍ਰੌਂਕਸ, ਜਾਂ ਚੰਡੀਗੜ੍ਹ 'ਚ ਯੂਪੀ ਬਿਹਾਰ ਤੇ ਕਾਮਿਆਂ ਦੀ ਕਲੋਨੀ ਨੰਬਰ 5 ਹੈ। ਬਣਨ ਦਾ ਕਾਰਨ ਵੀ ਇਹੀ ਹੈ ਵੀ ਘੁਰਨਿਆਂ 'ਚ ਆਪਣੀਆਂ ਆਵਾਜ਼ਾਂ ਸੁਣਨ ਤੇ ਪਛਾਣੇ ਚਿਹਰੇ ਦੇਖਣ ਦੇ ਮੌਕੇ ਮਿਲਦੇ ਰਹਿੰਦੇ ਨੇ, ਨਹੀਂ ਤਾਂ ਬੰਦੇ ਦਾ ਚੁਪੀਤੇ ਦਮਨ ਹੋਈ ਜਾਂਦਾ ਹੈ। ਦਮਨ ਦੀ ਮਾਰ ਦਾ ਪਤਾ ਚੱਲਦਾ ਜਦ ਉਮਰ ਪਾਰ ਹੋ ਜਾਂਦੀ ਹੈ। ਇਸ ਗਲਪ ਵਿਚਲੇ ਰੀਟਾ ਦਲੀਪ ਸਿੰਘ ਇਹਦੀ ਮਿਸਾਲ ਨੇ। ਗਲਾਸਗੋ, ਸਕਾਟਲੈਂਡ 'ਚ ਕਾਮਰੇਡ ਸੁਖਚੈਨ ਹੈ ਜਿਹਦਾ ਜ਼ਿਕਰ ਇਸ ਲਿਖਤ ਵਿੱਚ ਹੈ, ਦੂਜੀ ਮਿਸਾਲ ਹੈ। ਆਮਸਟਰਡਮ ਵਾਲੀ ਰੀਟਾ ਤੇ ਉਹਦੇ ਪਤੀ ਦਲੀਪ ਨੂੰ ਮਿਲਣ ਬਾਅਦ ਇਹ ਪੱਕ ਵੀ ਹੋ ਗਈ ਕਿ ਜ਼ਹਿਨੀ ਘੁੰਡੀਆਂ ਦੇ ਪ੍ਰਸੰਗ ਲੱਭਣ ਲਈ ਗਲਪ ਸਿਰਜਣਾ ਪੈਂਦਾ ਹੈ। ਕਈ ਵਾਰ ਗਲਪ ਵੀ ਘੁੰਡੀ ਬਣ ਜਾਂਦਾ ਹੈ। ਨਾਤਿਆਂ ਦਾ ਸਿਲਸਿਲਾ ਹੀ ਐਸਾ ਹੈ ਕਿ ਇੱਕ ਘੁੰਡੀ ਖੋਲਦਿਆਂ ਹੋਰ ਘੁੰਡੀ ਪੈਦਾ ਹੋਈ ਜਾਂਦੀ ਹੈ। ਮਿਸਾਲ, ਰੀਟਾ ਮੈਨੂੰ ਆਮਸਟਰਡਮ ਦੇ ਡਾਊਨਟਾਊਨ ਦੀ ਇੱਕ ਸਟਰੀਟ, ਜਿਹਦੇ ਬਾਰੇ ਮੈਨੂੰ ਪਤਾ ਬਾਅਦ 'ਚ ਲੱਗਾ ਕਿ ਇਹ ਨਾਈਟ ਲਾਈਫ ਇਲਾਕੇ ਦਾ ਹਿੱਸਾ ਹੈ, 'ਚ ਘੁੰਡੀ ਬਣ ਕੇ ਮਿਲੀ। ਲਟਬੌਰੀਆਂ ਮਾਰਦਿਆਂ ਮੈਂ ਘੁੰਡੀ ਦੀਆਂ ਨੋਕਾਂ 'ਚ ਆਪ ਫਸ ਗਿਆ। ਹੋਰ ਘੁੰਡੀਆਂ ਮੇਰੇ ਜ਼ਹਿਨ 'ਚ ਚੋਹ ਮਾਰਨ ਲੱਗੀਆਂ। ਉਹਨਾਂ ਨੇ ਅਮਰੀਕਾ ਰਹਿੰਦੀਆਂ 2 ਬੇਟੀਆਂ ਬਾਰੇ ਗੱਲ ਕੀਤੀ। ਇੱਕ ਬੇਟਾ ਵੀ ਹੈ
ਜਿਸ ਬਾਰੇ ਰੀਟਾ ਨੇ ਦੱਸਿਆ ਕਿ ਉਹ ਲੰਡਨ 'ਚ ਹੈ। ਦਲੀਪ ਨੇ ਮੁੰਡੇ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਅੰਗਰੇਜ਼ੀ 'ਚ ਉਹਨੇ ਫਿਕਰਾ ਬੋਲਿਆ, ਹੀ ਇਜ਼ ਲੌਸਟ ਫॉर ਅਸ। ਆਮਸਟਰਡਮ ਤੋਂ ਫਰੈਂਕਫਰਟ ਵਾਲੀ ਗੱਡੀ 'ਚ ਬੈਠਣ ਬਾਅਦ ਮੈਂ ਸੋਚਣ ਲੱਗਾ, ਸ਼ਾਇਦ ਉਹਨਾਂ ਦਾ ਮੁੰਡਾ ਜੇਲ੍ਹ 'ਚ ਹੋਵੇ, ਜਿਵੇਂ ਸਾਊਥ ਹਾਲ 'ਚ ਇੱਕ ਮਿੱਤਰ ਦਾ ਬੇਟਾ ਨਿੱਕੇ ਮੋਟੇ ਜੁਰਮ ਕਰਨ ਕਰਕੇ 2-3 ਵਾਰ ਜੇਲ੍ਹ 'ਚ ਗਿਆ। ਹੋ ਸਕਦਾ ਇਸ ਮੁੰਡੇ ਨੇ ਆਪਣੇ ਪਿਓ ਦਾ ਨੱਕ ਲਹੂ ਲੁਹਾਨ ਕਰ ਦਿੱਤਾ ਹੋਵੇ, ਜਿਵੇਂ ਸਾਊਥ ਹਾਲ 'ਚ ਪਿਓ ਨੇ ਉਸੇ ਮੁੰਡੇ ਨੂੰ ਮਾਂ ਦੇ ਪਰਸ 'ਚੋਂ 20 ਪਾਉਂਡ ਲਿਜਾਣ ਤੋਂ ਰੋਕਿਆ ਤਾਂ ਮੁੰਡੇ ਨੇ ਪਿਓ ਦੇ ਮੂੰਹ ਤੇ ਘਸੁੰਨ ਜੜ ਦਿੱਤਾ। ਪਿਓ ਆਪਣੇ ਨੱਕ ਤੋਂ ਵਗਦਾ ਲਹੂ ਵੇਖ ਕੇ ਰੋਣ ਲੱਗ ਪਿਆ। ਰੀਟਾ ਦਲੀਪ ਦੇ ਪੁੱਤਰ ਨੇ ਕੀ ਕੀਤਾ, ਜਾਂ ਉਹ ਇਹਨਾਂ ਤੋਂ ਉਂਝ ਹੀ ਟੁੱਟ ਚੁੱਕਾ ਹੈ, ਉਹ ਕੀ ਕਰਦਾ ਹੈ? ਇਹ ਕੁੰਡੀ ਮੇਰੇ ਜ਼ਹਿਨ 'ਚ ਅਜੇ ਤੱਕ ਚੋਭ ਮਾਰ ਰਹੀ ਹੈ। ਮਿਲਣ ਗਿਲਣ ਦੇ ਚੱਕਰ 'ਚ ਮੈਂ ਦੇਖਿਆ ਗੱਲ ਦੇ ਅਸਲ ਤੱਕ ਪੁੱਜਣ ਲਈ ਸਤਾ ਨੂੰ ਕਾਫੀ ਕੁਰੇਦਣਾ ਪੈਂਦਾ, ਜੋ ਚੋਖਾ ਜ਼ੋਖਮ ਵਾਲਾ ਕੰਮ ਹੈ। ਪਰ ਇਸ ਬਗੈਰ ਉਹੀ ਕੁਝ ਪੱਲੇ ਪੈਂਦਾ ਜੋ ਸਤਾ ਤੇ ਜਗਮਗ ਕਰਦਾ ਹੁੰਦਾ। ਸਤਾ ਵਾਲਾ ਲੇਖਾ ਤਾਂ ਪੱਛਮੀ ਸ਼ਹਿਰਾਂ 'ਚ ਨਾਈਟ ਲਾਈਫ ਵਰਗਾ, ਬਸ ਰੌਸ਼ਨੀਆਂ ਝੁੰਨ ਆਉਂਦੀਆਂ ਨੇ। ਇਹੀ ਇਲਾਕਾ ਦਿਨ ਵੇਲੇ ਮੁੱਦਾ ਪਿਆ ਹੁੰਦਾ ਹੈ। ਇਹਦੀ ਕਲਾਸਿਕੀ ਮਿਸਾਲ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ 'ਚ ਦਿਖਾਈ ਦਿੱਤੀ। ਜਦ ਮੈਂ ਦਿਨੇ ਉੱਥੋਂ ਲੰਘਿਆ, ਰਾਤ ਵੇਲੇ ਦੁਨੀਆ 'ਚ ਸਭ ਤੋਂ ਵੱਧ ਉਛਾਲੇ ਮਾਰਦਾ ਸ਼ਹਿਰ ਦਿਨੇ ਮੁੱਦੀ ਲਾਸ਼ ਵਾਂਗ ਢੱਠਾ ਪਿਆ ਸੀ। ਰੀਟਾ ਦੂਰੋਂ ਆਉਂਦੀ ਦਿਖੀ ਤਾਂ ਉਹਦਾ ਰੰਗ ਰੂਪ ਜਗਮਗ ਕਰ ਰਿਹਾ ਸੀ। ਨੇੜਿਓਂ ਚੁੱਪੀ ਗਿਟਕ ਵਾਂਗ ਲੱਗੀ। ਮੂੰਹ ਸੁੱਕੜ, ਮੇਕਅਪ ਨਾਲ ਲੱਥਪੱਥ, ਉਮਰ ਬੇਰਹਿਮ ਹੋ ਕੇ ਟੱਕਰੀ ਸੀ। ਜਾਂ ਇਹ ਸਪੇਸ ਦੀ ਲੀਲਾ ਸੀ, ਜਾਂ ਇਹ ਦਿਨ ਰਾਤ ਦੀ ਮੁਸ਼ੱਕਤ ਕਰਕੇ ਸੀ। 25 ਸਾਲ ਪਹਿਲਾਂ ਉਹ ਬਿਲਕੁਲ ਹੋਰ ਲੱਗਦੀ ਸੀ, ਤੰਦਰੁਸਤ, ਸੁਨੱਖੀ, ਹਰੀ ਭਰੀ। ਸਟਰੀਟ 'ਚ ਪੁਲ ਕੋਲੇ ਮੈਂ ਉਹਨੂੰ ਦੂਰੋਂ ਦੇਖਿਆ। ਗਹਿਰੀ ਤੱਕਣੀ ਉਹਦੀ ਵੱਲ ਗੱਡ ਦਿੱਤੀ। ਉਹ ਨੇੜੇ ਪੁੱਜੀ, ਮੇਰੇ ਅੰਦਰ ਝੁੰਝਣੀ ਪੈਦਾ ਹੋਈ। ਇਹਨੂੰ ਤਾਂ ਮੈਂ ਜਾਣਦਾ, ਮੈਂ ਬੋਲ ਪਿਆ। ਇਹ ਤਾਂ ਉਹੀ ਹੈ ਜੋ 25 ਸਾਲ ਪਹਿਲਾਂ ਮੋਹਾਲੀ 'ਚ ਗੋਲਡਨ ਨਰਸਰੀ ਸਕੂਲ 'ਚ ਪੜ੍ਹਾਉਂਦੀ ਸੀ। ਉਹਦਾ ਓਵਰਸੀਅਰ ਪਤੀ ਕਰਪਸ਼ਨ ਦੇ ਕੇਸ 'ਚ ਸਸਪੈਂਡ ਹੋ ਚੁੱਕਾ ਸੀ। ਪਤੀ ਨਾਲ ਉਹਦੀ ਅਕਸਰ ਲੜਾਈ ਰਹਿੰਦੀ। ਨਰਸਰੀ ਸਕੂਲ ਦਾ ਮਾਲਕ ਪ੍ਰਿੰਸੀਪਲ ਮੇਰਾ ਜਾਣੂ ਸੀ। ਮੈਂ ਇੱਕ ਵਾਰ ਉੱਥੇ ਗਿਆ ਤਾਂ ਬੌਬ ਕੱਟ ਵਾਲਾਂ ਵਾਲੀ ਸਮਾਰਟ ਟੀਚਰ ਪ੍ਰਿੰਸੀਪਲ ਦੇ ਕਮਰੇ 'ਚ ਬੈਠੀ ਗੱਲਾਂ ਮਾਰ ਰਹੀ ਸੀ। ਮੇਰੇ ਜਾਣੂ ਨੇ ਦੱਸਿਆ ਕਿ ਇਸ ਕੁੜੀ ਦੀ ਪਤੀ ਨਾਲ ਨਹੀਂ ਬਣਦੀ। ਮੈਨੂੰ ਲੱਗਾ ਇਹ ਬੰਦਾ ਇਸ ਅਣਬਣ ਦਾ ਫਾਇਦਾ ਉਠਾਉਣ ਦੇ ਚੱਕਰ 'ਚ ਸੀ। ਅਚਾਨਕ ਇੱਕ ਦਿਨ ਉਹ ਮਾਯੂਸੀ 'ਚ ਫੋਨ ਤੇ ਬੋਲਿਆ, ਉਹ ਚਲੀ ਗਈ। ਮਤਲਬ ਇਹ ਕਿ ਉਹ ਟੀਚਰ ਜਿਸ ਤੇ ਮੇਰਾ ਜਾਣੂ ਡੋਰੇ ਪਾ ਰਿਹਾ ਸੀ, ਆਪਣੇ ਪਤੀ ਨਾਲ ਹਾਲੈਂਡ ਚਲੀ ਗਈ। ਕੱਲ ਮੈਂ ਕੋਚ ਰਾਹੀਂ ਇੱਥੇ ਪੁੱਜਾ ਤਾਂ ਉਸ ਟੀਚਰ ਨੂੰ ਯਾਦ ਕੀਤਾ। ਉਹ ਜ਼ਰੂਰ ਆਪਣੇ ਪਤੀ ਨਾਲ ਇੱਥੇ ਹੋਏਗੀ। ਇੱਕ ਹੋਰ ਔਰਤ ਬਾਰੇ ਵੀ ਪਤਾ ਸੀ ਕਿ ਉਹ ਆਮਸਟਰਡਮ 'ਚ ਢਾਬਾ ਚਲਾਉਣ ਦੇ ਨਾਲ ਕਲਮ ਘਸੀਟੀ ਕਰਦੀ ਹੈ, ਯਾਨੀ ਕਿ ਉਹ ਲੇਖਕ ਵੀ ਹੈ। ਸ਼ੁਗਲ ਮੇਲੇ ਲਈ ਬਣੇ ਲੇਖਕ ਕਲਮ ਘਸੀਟੀ ਹੁੰਦੇ ਨੇ। ਹਰ ਥਾਂ ਸਾਹਿਤਕਾਰ ਘਟ ਰਹੇ ਨੇ ਤੇ ਘਸੀਟਾਂ ਦੀ ਫੌਜ ਵੱਡੀ ਹੋ ਰਹੀ ਹੈ। ਇਸ ਲੇਡੀ ਨੂੰ ਮੈਂ ਉਹਦੀਆਂ ਅਖਬਾਰਾਂ 'ਚ ਛਪੀਆਂ ਫੋਟੋਆਂ ਕਰਕੇ ਜਾਣਦਾ ਸੀ। ਚਿੱਤ 'ਚ ਸੀ ਜੇ ਉਹ ਟੱਕਰ ਪਈ ਤਾਂ ਵਾਕਫੀ ਪੈਦਾ ਕਰਾਂਗਾ। ਮਿਲੀ ਪਰ ਮੋਹਾਲੀ ਵਾਲੀ ਰੀਟਾ ਦਿਖੀ। ਚਿਹਰਾ ਬੇਜਾਨ ਪਰ ਵਾਲਾਂ ਦੀ ਸ਼ੈਲੀ ਮਾਧੁਰੀ ਦੀਕਸ਼ਿਤ ਵਰਗੀ ਲਿਸ਼। ਉਹ ਚਲੀ ਗਈ ਤਾਂ ਅਗਾਂਹ ਰਾਵੀ ਰੈਸਟੋਰੈਂਟ 'ਚ ਉਹਦੇ ਪਤੀ ਨਾਲ ਮੇਲ ਹੋਇਆ। ਕਹਿਣ ਲੱਗਾ, ਤੁਸੀਂ ਹੀ ਹੁਣੇ ਰੀਟਾ ਨੂੰ ਮਿਲੇ ਸੀ? ਉਹਦੇ ਅੰਦਾਜ਼ ਤੋਂ ਲੱਗ ਰਿਹਾ ਸੀ ਜਿਵੇਂ ਮੈਂ ਉਹਦੀ ਬੀਵੀ ਨੂੰ ਮਿਲ ਕੇ ਗੁਨਾਹ ਕੀਤਾ। ਰੀਟਾ ਨਾਲ ਮੈਂ ਮੋਹਾਲੀ ਦੇ ਦਿਨਾਂ ਦੀ ਗੱਲ ਕੀਤੀ। ਉਹਨੂੰ ਲੱਗਾ ਜਿਵੇਂ ਮੈਂ ਕਿਸੇ ਹੋਰ ਦੁਨੀਆ ਦੀ ਗੱਲ ਕੀਤੀ ਹੋਵੇ। ਉਹ ਆਪਣੀਆਂ ਮਾਰੀ ਜਾ ਰਹੀ ਸੀ ਗੱਲਾਂ ਤੋਂ ਕੁਝ ਵੀ ਪੱਧਰਾ ਨਹੀਂ ਸੀ ਜਾਪਦਾ। ਸ਼ਾਇਦ ਇਹ ਮੋਹਾਲੀ ਵਾਲੇ ਪਤੀ ਪਤਨੀ ਨਾ ਹੋਣ, ਮੈਂ ਸੋਚਿਆ। ਉਹਨੂੰ ਹੈਰਾਨੀ ਇਹ ਸੀ ਕਿ ਮੈਂ ਮਾਰਕੀਟ ਜਾਂਦੀ ਨੂੰ ਬੁਲਾਇਆ। ਮੈਨੂੰ ਹੈਰਾਨੀ ਸੀ ਕਿ 2 ਗੱਲਾਂ ਕਰਨ ਲਈ ਮੈਂ ਉਹਨੂੰ ਰੋਕ ਲਿਆ ਤਾਂ ਉਹ ਸੁਰ ਦਾ ਜਵਾਬ ਦੇਣ ਤੋਂ ਇਨਕਾਰ ਕਰ ਰਹੀ ਸੀ। ਉਹਦੇ ਪਾਸ ਫੁਰਸਤ ਨਹੀਂ, ਉਹਨੇ ਕਿਹਾ। ਬਿਨਾਂ ਪੁੱਛੇ ਆਪਣੇ ਬਾਰੇ ਬਹੁਤ ਕੁਝ ਦੱਸੀ ਵੀ ਜਾ ਰਹੀ ਸੀ। ਦਲੀਪ ਦੂਜੇ ਦਿਨ ਮਿਲਿਆ ਤਾਂ ਗੱਲ ਸਤਾ ਤੇ ਆਉਣ ਲੱਗੀ। ਜੋ ਉਹਨੇ ਗੱਲਾਂ ਕੀਤੀਆਂ ਕੋਈ ਓਪਰੇ ਬੰਦੇ ਨਾਲ ਕਰਦਾ ਨਹੀਂ। ਇਹ ਵੋਦਕਾ ਦਾ ਅਸਰ ਸੀ, ਜਿਸ ਦੇ 2 ਪੈਗ ਦਲੀਪ ਨੇ ਤੇਜ਼ੀ ਨਾਲ ਖਤਮ ਕੀਤੇ। ਐਲਾਨ ਕੀਤਾ ਕਿ ਚਿਰਾਂ ਤੋਂ ਉਹਨੇ ਕਿਸੇ ਨਾਲ ਬੈਠ ਕੇ ਪੀਤੀ ਨਹੀਂ। ਫੁਰਸਤ ਹੀ ਕਿੱਥੇ ਹੈ ਇਹੋ ਜਿਹੇ ਕੰਮਾਂ ਲਈ, ਕਹਿ ਕੇ ਉਹਨੇ ਮੇਰੇ ਵੱਲ ਤੱਕਣੀ ਸੁੱਟੀ। ਮੈਂ ਸੋਚਿਆ ਉਹ ਮੇਰੀ ਵਿਹਲੜਾਂ ਵਾਲੀ ਫੁਰਸਤ ਤੇ ਟਿੱਪਣੀ ਕਰ ਰਿਹਾ। ਫਿਰ ਬੋਲਿਆ, ਹਾਰਡ ਡਰਿੰਕ ਪੀਤਿਆਂ 10 ਸਾਲ ਤੋਂ ਵੱਧ ਹੋ ਗਏ। ਗੱਲ ਨੂੰ ਸਮੇਟਣ ਲਈ ਉਹਨੇ ਫੁਰਸਤ ਹੀ ਕਿੱਥੇ ਹੈ ਇਹੋ ਜਿਹੇ ਕੰਮਾਂ ਲਈ ਵਾਲਾ ਜੁਮਲਾ ਕਈ ਵਾਰ ਵਰਤਿਆ। ਉਹਦੀਆਂ ਗੱਲਾਂ ਨਾਲ ਕੁਝ ਇੱਕ ਘੁੰਡੀਆਂ ਖੁੱਲਣ ਲੱਗੀਆਂ। ਤੁਰਨ ਲੱਗਿਆਂ ਤੱਕ ਉਹ ਮੇਰਾ ਮਿੱਤਰ ਬਣ ਗਿਆ। ਮੈਂ ਸਿੱਟਾ ਕੱਢਿਆ, ਪਤੀ ਪਤਨੀ ਦੇ ਜ਼ਹਿਨ ਦੀ ਕੁੱਲ ਸਪੇਸ ਹੁਣ ਦੇ ਮਸਲਿਆਂ ਨੇ ਮੱਲ ਰੱਖੀ ਹੈ। ਰੀਟਾ ਨਿੱਕੀ ਕੁੜੀ ਮੀਲੂ ਦਾ ਬੜਾ ਗਮ ਕਰਦੀ ਹੈ।
ਫਿਕਰ ਨਾਲ ਉਹਨੂੰ ਡਾਇਬਟੀਜ਼ ਹੋ ਗਈ। ਦਲੀਪ ਨੇ ਕਿਹਾ, ਕਿਉਂ ਕਰਦੀ ਹੈ ਉਹ ਇੰਨਾ ਗਮ ਨਿੱਕੀ ਕੁੜੀ ਬਾਰੇ? ਦਲੀਪ ਕਹੇ, ਇੱਕ ਖਾਸਾ ਪਰਸਨਲ ਮਾਮਲਾ ਹੈ। ਮੈਂ ਚੁੱਪ ਰਿਹਾ, ਸੋਚਿਆ ਲਹਿਰ ਚ ਆਇਆ ਤਾਂ ਆਪੇ ਗੱਲ ਕਰੇਗਾ। ਹੁਣ ਵੀ ਫਿਕਰ ਬੀਤ ਚੁੱਕੇ ਨਾਲ ਨਾਤਾ ਕਮਜ਼ੋਰ ਕਰ ਦਿੰਦੇ ਹਨ। ਜ਼ਹਿਨ 'ਚ ਸਪੇਸ ਹੀ ਨਹੀਂ ਬਚਦੀ ਬਹੁਤੇ ਨਾਤੇ ਕਾਇਮ ਰੱਖਣ ਦੀ। ਕਈਆਂ ਨਾਲ ਇਹਦੇ ਉਲਟ ਹੁੰਦਾ, ਜਿਵੇਂ ਗਲਾਸਗੋ ਸਕਾਟਲੈਂਡ ਵਾਲੇ ਕਾਮਰੇਡ ਸੁਖਚੈਨ ਸਿੰਘ ਨੂੰ ਮਿਲ ਕੇ ਮੈਨੂੰ ਪਤਾ ਚੱਲਿਆ। ਕਾਮਰੇਡ ਹਰੇਕ ਨਾਲ ਆਪਣੀ ਜ਼ਿੰਦਗੀ ਦਾ ਜਮਾ ਮੰਨਫੀ ਖਾਤਾ ਖੋਲ੍ਹਣ ਲੱਗਦਾ। ਦਲੀਪ ਦੀ ਉਮਰ ਬਜ਼ੁਰਗੀ ਵਾਲੀ ਨਹੀਂ ਸੀ। ਦਾਰੂ ਪੀ ਕੇ ਹੀ ਉਹ ਜ਼ਿੰਦਗੀ ਦੇ ਖਾਤੇ ਵਾਲੇ ਪਾਸੇ ਪਿਘਲਿਆ, ਬਹੁਤਾ ਨਹੀਂ। ਉਹ ਸੋਚ ਸਮਝ ਕੇ ਗੱਲ ਕਰਨ ਵਾਲਾ ਬੰਦਾ ਸੀ, ਅਨੁਭਵੀ ਬੰਦਾ। ਮੈਂ ਸੋਚਿਆ ਇਹ ਬੰਦਾ ਐਵੇਂ ਤੰਦੂਰੀ ਮੁਰਗਾ ਪਕਾਉਂਦਾ ਬੁੱਢਾ ਹੋ ਗਿਆ, ਇਹ ਤਾਂ ਬੁੱਧੀਜੀਵੀ ਹੈ। ਪਹਿਲਾਂ ਰੀਟਾ ਨਾਲ ਹੋਏ ਟਾਕਰੇ ਬਾਰੇ ਗੱਲ ਪੂਰੀ ਕਰ ਲਈਏ, ਜੇ ਕਿਤੇ ਅੜ ਨਾ ਗਈ। ਜਿਵੇਂ ਕਿ ਹੈ, ਰੀਟਾ ਮੈਨੂੰ ਦੂਜੇ ਦਿਨ ਬਾਅਦ ਦੁਪਹਿਰ ਮਿਲੀ, ਜਦ ਮੈਂ ਡਾਊਨਟਾਊਨ 'ਚ ਲਟੋਰੀ ਮਾਰ ਰਿਹਾ ਸੀ। ਲਟੋਰੀ ਮਾਰਨ ਦਾ ਤਦ ਹੀ ਬਹੁਤ ਫਾਇਦਾ ਜੋ ਵਾਪਰਦਾ ਜਾਂ ਦਿਸਦਾ ਹੈ, ਸਭ ਕੁਝ ਨਵਾਂ ਤੇ ਵਿੱਕੋ ਲਿਤਰਾ ਹੁੰਦਾ ਹੈ। ਬਾਤ ਰੀਟਾ ਦੀ ਹੈ, ਪਰ ਅਚਾਨਕ ਇਹਦੇ 'ਚ ਟੇਢ ਲਟੋਰੀਆਂ ਮਾਰਨ ਵਾਲੀ ਗੱਲ ਨਾਲ ਪੈਦਾ ਹੋ ਗਈ ਹੈ। ਲੰਡਨ ਤੇ ਪੈਰਿਸ ਮੈਂ ਲਟੋਰੀਆਂ ਮਾਰਦਿਆਂ ਦੇਖੇ, ਜਿੱਧਰ ਮਨ ਕਰਦਾ ਤੁਰੀ ਜਾਂਦਾ, ਜਿਵੇਂ ਸਦੀਵੀ ਵੇਲ ਹੋਵੇ। ਜੇਬ 'ਚ ਬਹੁਤੇ ਪੈਸੇ ਨਾ ਹੋਣ ਤਾਂ ਦੁਨੀਆ ਇਦਾਂ ਹੀ ਦੇਖੀ ਦੀ ਹੈ। ਪੈਰਿਸ 'ਚ ਮੈਂ ਝੋਲੇ 'ਚ ਸਟੀਲ ਦਾ ਗਲਾਸ ਰੱਖਿਆ ਹੋਇਆ ਸੀ। ਖਾਣ ਵਾਲਾ ਮਸੌਦਾ, ਚੀਜ਼, ਬ੍ਰੈਡ ਤੇ ਰੈੱਡ ਵਾਈਨ ਦੀ ਲੀਟਰ ਵਾਲੀ ਬੋਤਲ ਮੈਂ ਖਰੀਦ ਕੇ ਝੋਲੇ 'ਚ ਪਾ ਲੈਂਦਾ। ਲੰਡਨ 'ਚ ਮੈਂ ਤੁਰਨ ਲੱਗਿਆ ਚੀਜ਼, ਹੈਮ ਦੇ ਸੈਂਡਵਿਚ, ਬੀਅਰ ਦੇ 3-4 ਨਿੱਕੇ ਟਿਨ ਝੋਲੇ 'ਚ ਸੁੱਟਦਾ, ਥੱਕ ਟੁੱਟ ਚੂਰ ਹੋ ਜਾਂਦਾ। ਖਾ ਪੀ ਕੇ ਪਾਰਕ 'ਚ ਬੈਗ ਸਰਾਣੇ ਰੱਖ ਆਰਾਮ ਕਰਦਾ। ਪੈਰਿਸ 'ਚ 12ਵੀਂ ਸਦੀ ਦੇ ਮਸ਼ਹੂਰ ਮਹਾਂਗਿਰਜੇ ਨੋਰਤਰਦਾਮ ਦੇ ਕੋਲ ਸੈਨ ਦਰਿਆ ਦੇ ਕਿਨਾਰੇ ਇੱਕ ਬੈਂਚ ਪਿਆ ਹੋਇਆ। ਮੈਂ ਉੱਥੇ ਥਕਾਵਟ ਲਾਉਣ ਲਈ ਸੌਂਦਾ, ਤਾਜ਼ਾ ਹੋ ਕੇ ਤੁਰ ਪੈਂਦਾ। ਪਹਿਲਾਂ ਪੈਰਿਸ 'ਚ ਮਿਲੀ ਔਰਤ ਬਾਰੇ ਦੱਸਦਾ ਕਿ ਅਵਾਰਾ ਘੁੰਮਦਿਆਂ ਬੰਦੇ ਨਾਲ ਇੱਦਾਂ ਵੀ ਹੁੰਦਾ ਹੈ। ਰੀਟਾ ਦੀ ਬਾਤ 'ਚ ਇੱਕ ਹੋਰ ਰੁਕਾਵਟ। ਪੈਰਿਸ 'ਚ ਦਿਨੇ ਘੁੰਮਦਿਆਂ ਪਤਾ ਨਾ ਲੱਗਾ ਮੈਂ ਐਸੇ ਵੈਸੇ ਇਲਾਕੇ 'ਚ ਪੁੱਜ ਗਿਆ। ਉਚਾਈ ਤੋਂ ਨਿਵਾਨ ਵੱਲ ਆਉਂਦੀ ਇੱਕ ਸਟਰੀਟ ਵਿੱਚੋਂ ਗੁਜ਼ਰਿਆ ਸੀ ਤਾਂ ਦੇਖਿਆ ਕੰਧ ਵੱਲ ਪਿੱਠ ਟਿਕਾਈ ਇੱਕ ਗੱਠਵੇਂ ਸਰੀਰ ਵਾਲੀ ਸੁਨੱਖੀ ਕੁੜੀ, ਸਾਂਵਲਾ ਚਿਹਰਾ, ਮੇਰੇ ਵੱਲ ਤੱਕੀ ਜਾ ਰਹੀ ਹੈ। ਜਿਵੇਂ ਤੁਰੇ ਜਾਂਦੇ ਨੂੰ ਕੈਮਰਾ ਪੈਨ ਕਰਦਾ ਹੈ, ਘੁਮਕੜੀ ਕਰਦਾ ਹੈ। ਇਕੱਲਾ ਬੰਦਾ ਹੀ ਜਾਣਦਾ ਕਿ ਸੋਹਣੀ ਕੁੜੀ ਏਦਾਂ ਦੇਖੇ ਤਾਂ ਚਿੱਤ ਕਿੰਨਾ ਪ੍ਰਸੰਨ ਹੁੰਦਾ ਹੈ। ਉਹਨੇ ਮੁਸਕਰਾਹਟ ਸੁੱਟੀ ਤਾਂ ਮੇਰੇ ਦਿਲ 'ਚ ਆਇਆ ਉਹਨੂੰ ਕਵਾਂ, ਆ ਆਪਾਂ ਸਾਰਤਰ ਕੰਮ ਵਾਲੇ ਕੈਫੇ 'ਚ ਬੈਠ ਕੇ ਕੌਫੀ ਪੀਵੀਏ। ਮੈਂ ਉਸ ਦਿਨ ਬੜੀ ਕੋਸ਼ਿਸ਼ ਕਰਕੇ ਕੈਫੇ ਦ ਮਾਗੋ ਨੂੰ ਲੱਭਿਆ ਸੀ, ਜਿੱਥੇ ਸਾਰਤਰ, ਕਾਮੂ ਤੇ ਹੋਰ ਕਈ ਲੇਖਕ, ਫਿਲਾਸਫਰ ਦਿਨ ਭਰ ਬੈਠਿਆ ਕਰਦੇ ਸਨ। ਕੁੜੀ ਦੀ ਅੰਗਰੇਜ਼ੀ 'ਚ ਆਵਾਜ਼ ਆਈ, ਲੋੜ ਹੈ ਤੈਨੂੰ ਮੇਰੀ? ਮੈਂ ਮੂੰਹ 'ਚ ਗੁਣਗੁਣਾਇਆ, ਅਰੇ ਲੋੜ ਕਿਉਂ ਨਹੀਂ, ਲੋੜ ਹੀ ਲੋੜ ਹੈ ਕਿ? ਕਹਿਣ ਲੱਗੀ, 100 ਫਰੈਂਕ 1 ਘੰਟੇ ਦੇ, ਕਮਰੇ ਦਾ ਕਿਰਾਇਆ ਅਲੱਗ, ਆ ਜਾ ਮੇਰੇ ਪਿੱਛੇ ਪਿੱਛੇ। ਮੈਂ ਉਹਦੇ ਵੱਲ ਬਿਨਾਂ ਵੇਖੇ ਆਪਣੀ ਚਾਲ ਤੇਜ਼ ਕਰ ਦਿੱਤੀ। ਝੋਲੇ 'ਚ ਪਿਆ ਸਟੀਲ ਦਾ ਗਲਾਸ ਮੇਰੇ ਸਰੀਰ ਨਾਲ ਟਕਰਾਉਣ ਲੱਗਾ। ਹੁਣ ਰੀਟਾ। ਸਵੇਰੇ ਮੈਂ ਸ਼ਹਿਰ 'ਚ ਵਗਦੀ ਵੱਡੀ ਨਹਿਰ 'ਚ ਟੂਰਿਸਟ ਬੋਟ 'ਤੇ ਸਵਾਰ ਹੋ ਗਿਆ ਤੇ ਆਸ-ਪਾਸ 17ਵੀਂ-18ਵੀਂ ਸਦੀ ਦੀਆਂ ਇਮਾਰਤਾਂ ਦੇਖੀਆਂ। ਇਹਨਾਂ ਇਮਾਰਤਾਂ 'ਚ ਉਹਨਾਂ ਕੰਪਨੀਆਂ ਦੇ ਦਫ਼ਤਰ ਸਨ ਜੋ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਵਾਂਗ ਏਸ਼ੀਆ, ਅਫਰੀਕਾ 'ਚ ਵਪਾਰ ਕਰਨ ਦੇ ਇਰਾਦੇ ਨਾਲ ਗਈ ਤੇ ਉਹਨਾਂ ਮੁਲਕਾਂ 'ਤੇ ਰਾਜ ਕਰਨ ਲੱਗ ਪਈ। ਬਾਅਦ 'ਚ ਵਾਨ ਗਾਗ ਕਲਾ ਗੈਲਰੀ ਦੇਖਣ ਚਲਾ ਗਿਆ। ਦੁਪਹਿਰ ਪਾਰ ਹੁੰਦਿਆਂ ਥੱਕ ਗਿਆ। ਇੱਕ ਹੋਰ ਵੱਡੀ ਕਲਾ ਗੈਲਰੀ ਅਗਲੇ ਦਿਨ ਦੇਖਣ ਤੇ ਪਾ ਕੇ ਪੈਦਲ ਡਾਊਨਟਾਊਨ ਵਾਲੇ ਪਾਸੇ ਆ ਗਿਆ। ਪੀਜ਼ਾ ਢਾਬੇ ਤੋਂ ਪੀਜ਼ਾ ਦਾ ਸਲਾਈਸ ਖਰੀਦਿਆ, ਇੱਕ ਬੀਅਰ। ਪੀਜ਼ਾ ਖਾਂਦਿਆਂ ਮੈਂ ਬੀਅਰ ਦੀਆਂ ਚੁਸਕੀਆਂ ਭਰੀਆਂ ਤੇ ਲਟੋਰੀਆਂ ਮਾਰਨ ਲੱਗਾ, ਆਨੰਦ ਮਸਤ। ਤਦ ਮੈਨੂੰ ਰੀਟਾ ਮਿਲੀ। ਰੀਟਾ ਨੂੰ ਮੈਂ ਰੋਕਿਆ ਤਾਂ ਉਹਨੇ ਦੱਸਿਆ ਉਹਦੇ ਇਸ ਏਰੀਏ 'ਚ 2 ਰੈਸਤੋਰਾਂ ਨੇ। ਉਹ ਰੈਸਤੋਰਾਂ ਨੂੰ ਢਾਬਾ ਕਹੀ ਜਾ ਰਹੀ ਸੀ। ਉਹਦੇ ਪਤੀ ਨੇ ਬਾਅਦ 'ਚ ਮੈਨੂੰ ਦੱਸਿਆ ਕਿ ਰਾਵੀ ਰੈਸਤੋਰਾਂ ਦੇ ਉੱਤੇ ਹੀ ਉਹਨਾਂ ਦੀ ਰਿਹਾਇਸ਼ ਹੈ। ਮੈਂ ਪੁੱਛਿਆ, ਇਸ ਇਲਾਕੇ 'ਚ ਯੂਨੀਕ ਨਾਈਟ ਲਾਈਫ ਵਾਲੇ ਏਰੀਏ 'ਚ? ਪਤੀ, ਕੀ ਕਹਿੰਦੀ ਹੈ ਨਾਈਟ ਲਾਈਫ? ਕਦੇ ਅਸੀਂ ਡਾਊਨਟਾਊਨ ਦੇ ਬਾਹਰ ਰਹਿੰਦੇ ਸੀ, ਬੱਚੇ ਵੱਡੇ ਹੋ ਚਲੇ ਗਏ, ਹੁਣ ਪਤੀ ਪਤਨੀ ਤੇ 2 ਰੈਸਤੋਰਾਂ, ਦਿਨ ਰਾਤ ਬਿਜ਼ੀ। ਦਲੀਪ ਨੇ ਇਹ ਨਹੀਂ ਕਿਹਾ ਉਹਨਾਂ ਦਾ ਇੱਕ ਬੇਟਾ ਵੀ ਹੈ। ਇਹ ਗੱਲ ਤੀਜੇ ਦਿਨ ਪਤਾ ਲੱਗੀ ਜਦ ਉਹਨਾਂ ਦੇ ਪਰਿਵਾਰ ਦੀ ਤਸਵੀਰ ਮਿਲੀ। ਤਸਵੀਰ 'ਚ 2 ਬੇਟੀਆਂ, ਟੀਲੂ ਮਿਲੂ ਤੇ ਉਹਨਾਂ ਦੇ ਨਾਲ ਇੱਕ ਮੁੰਡਾ ਸੀ। ਇਹ ਉਹਨਾਂ ਦਾ ਬੇਟਾ ਸੀ। ਦਲੀਪ ਨਾਲ ਮੇਰਾ 3 ਵਾਰੀ ਮੇਲ ਹੋਇਆ। ਦੂਜੇ ਦਿਨ ਆਉਂਦਿਆਂ ਹੀ ਕਹਿਣ ਲੱਗਾ, ਮੈਂ ਐਮਸਟਰਡਮ 'ਚ ਆਇਆ
ਤਾਂ ਇੱਕ ਇੰਡੀਅਨ ਰੈਸਟੋਰਾਂ 'ਚ ਤੰਦੂਰ ਤੇ ਰੋਟੀਆਂ ਲਗਾਉਣ ਦਾ ਕੰਮ ਮਿਲਿਆ। ਕਿਚਨ ਦੇ ਕੰਮ 'ਚੋਂ ਤਾਕ ਹੋ ਗਿਆ, ਮੈਨੇਜਰ ਬਣ ਗਿਆ। ਫਿਰ ਉਹਨੇ ਰੀਟਾ ਨਾਲ ਮਿਲ ਕੇ ਰਾਵੀ ਰੈਸਟੋਰਾਂ ਖੋਲ੍ਹਿਆ। ਬਾਅਦ 'ਚ ਸਤਲੁਜ ਰੈਸਟੋਰਾਂ, ਦੋਵੇਂ ਖੂਬ ਚੱਲਣ ਲੱਗੇ। ਢਾਬਿਆਂ ਰੈਸਟੋਰਾਂ ਬਾਰੇ ਗਲਾਸਗੋ ਸਕਾਟਲੈਂਡ 'ਚ ਨੇਤਾਗਿਰੀ ਕਰਦੇ ਇੱਕ ਭਾਈਬੰਦ ਨੇ ਦੱਸਿਆ ਕਿ ਸਦੀ ਸ਼ੁਰੂ 'ਚ ਆਪਣੇ ਬੰਦੇ ਲੋਹੇ ਦਾ ਬੂਰਾ ਢੋਣ ਵਾਲੇ ਸਮੁੰਦਰੀ ਜਹਾਜ਼ਾਂ 'ਚ ਲੇਬਰ ਕਰਦੇ ਸਕਾਟਲੈਂਡ 'ਚ ਡੰਡੀ ਨਾਂ ਦੀ ਬੰਦਰਗਾਹ 'ਤੇ ਆਏ। ਫਿਰ ਜਿਵੇਂ ਹੁੰਦਾ ਭਾਈਬੰਦ ਆਉਂਦੇ ਹੀ ਗਏ, ਜਿਵੇਂ ਯੂਪੀ ਬਿਹਾਰ ਦੇ ਭਈਏ ਲੁਧਿਆਣਾ ਚੰਡੀਗੜ੍ਹ 'ਚ ਆਉਂਦੇ ਆ। ਸਦੀ ਅੱਧੀ ਤੱਕ ਇੱਕ ਦੋ ਪੁਸ਼ਤਾਂ ਬੀਤੀਆਂ ਤਾਂ ਭਾਈਬੰਦਾਂ ਨੇ ਗਲਾਸਗੋ ਤੇ ਹੋਰ ਥਾਵਾਂ 'ਤੇ ਕਾਰਨਰ ਸ਼ਾਪਾਂ ਖੋਲ੍ਹ ਲਈਆਂ। ਸਦੀ ਅੰਤ ਤੱਕ ਪੁਰਾਣੀਆਂ ਪੁਸ਼ਤਾਂ ਮਰ ਮੁੱਕ ਗਈਆਂ, ਨਵੀਆਂ ਪੁਸ਼ਤਾਂ ਨੇ ਆਪਣੇ ਆਪ ਨੂੰ ਰੈਸਟੋਰਾਂ ਦੇ ਕੰਮ 'ਚ ਖੋਭ ਲਿਆ। 21ਵੀਂ ਸਦੀ ਦੇ ਅੰਤ ਤੱਕ ਗੱਲ ਕਿੱਥੇ ਪਹੁੰਚੇਗੀ, ਇਹਦੇ ਬਾਰੇ ਉਸ ਦਾਨਸ਼ਵਰ ਨੂੰ ਨਾ ਪਤਾ ਸੀ, ਨਾ ਉਹਨੇ ਦੱਸਿਆ। ਸਿੱਟਾ ਇਹੀ ਨਿਕਲਦਾ ਵੀ ਪਰਾਏ ਸਮਾਂ ਸਪੇਸ 'ਚ ਆਮ ਬੰਦਾ ਸਹਿਜੇ ਕਿਲਾ ਫਤਿਹ ਨਹੀਂ ਕਰ ਸਕਦਾ। ਜੇ ਉਹਨੇ ਕਿਲਾ ਫਤਿਹ ਕੀਤੇ ਬਗੈਰ ਸਾਹ ਨਹੀਂ ਲੈਣਾ, ਜਿਵੇਂ ਕਾਮਰੇਡ ਸੁਖਚੈਨ ਸਿੰਘ ਵਾਂਗ ਕਈਆਂ ਨੇ ਨਹੀਂ ਲਿਆ, ਤਾਂ ਇਸ ਮਾਰੋ ਮਾਰੀ 'ਚ ਕਿੰਨਾ ਕੁਝ ਬਿਲੇ ਲੱਗ ਜਾਂਦਾ ਹੈ। ਕਾਮਰੇਡ ਸੁਖਚੈਨ ਸਿੰਘ ਦੇ ਕਿਲੇ ਬਾਰੇ ਸੁਣ ਲਓ, ਉਹਦੇ ਸਿਰੜ ਤੇ ਕਾਮਯਾਬੀ ਬਾਰੇ। ਮੈਂ ਸਕਾਟਲੈਂਡ 'ਚ ਲਟੋਰੀ ਮਾਰਦਿਆਂ ਉਹਨੂੰ ਜਾ ਟੱਕਰਿਆ। ਉਹਦਾ ਗਲਾਸਗੋ 'ਚ ਬਹੁਤ ਵੱਡਾ ਕਰੀ ਰੈਸਟੋਰਾਂ ਹੈ। ਉਹ 50 ਸਾਲਾਂ ਤੋਂ ਬਾਹਰ ਹੈ। ਪੁਰਾਣਾ ਕਾਮਰੇਡ ਹੋਣ ਕਰਕੇ ਇੰਡੀਆ ਦੀ ਮਾਰਕਸੀ ਪਾਰਟੀ ਦਾ ਪੈਰੋਕਾਰ ਹੈ। ਪਹਿਲਾਂ ਉਹਨੇ ਹੋਰਾਂ ਵਾਂਗ ਮਜ਼ਦੂਰੀ ਕੀਤੀ, ਫਿਰ ਇੱਕ ਹੋਟਲ 'ਚ ਵੇਟਰੀ, ਬਾਅਦ 'ਚੋਂ ਇੰਗਲੈਂਡ ਦੇ ਯੋਰਕਸ਼ਾਇਰ ਇਲਾਕੇ 'ਚ ਲੀਡਸ ਨਾਂ ਦੇ ਨਗਰ 'ਚ ਆ ਗਿਆ, ਜਿੱਥੇ ਕਿਸੇ ਹੋਰ ਭਾਈਬੰਦ ਨਾਲ ਮਿਲ ਕੇ ਉਹਨੇ ਰੈਸਟੋਰਾਂ ਖੋਲ੍ਹਿਆ। ਕੰਮ ਜ਼ਿਆਦਾ ਨਾ ਚੱਲਿਆ ਤਾਂ ਉਸ ਰੈਸਟੋਰਾਂ ਨੂੰ ਉਹਨੇ ਕੈਬਰੇ ਸ਼ੋਅ 'ਚ ਬਦਲ ਲਿਆ। ਕੈਬਰੇ 'ਚ ਧੰਦੇ 'ਚ ਪੰਗਾ ਵੀ ਬਹੁਤ ਹੁੰਦਾ ਹੈ, ਸੈਕਸ, ਡਰੱਗਾਂ ਦਾ, ਕਦੇ ਕਦਾਈ ਮਾਰ ਧਾੜ, ਪੁਲਿਸ ਤੱਕ ਦੀ ਨੌਬਤ ਆ ਜਾਂਦੀ ਹੈ। ਪੁਰਾਣੇ ਸੰਸਕਾਰਾਂ ਕਰਕੇ ਕਾਮਰੇਡ ਇਹਨੂੰ ਠੀਕ ਨਹੀਂ ਸੀ ਸਮਝਦਾ। ਦੇਸ਼ ਤੋਂ ਮਾਰਕਸੀ ਲੀਡਰ ਉਸ ਪਾਸ ਫੰਡ ਲਈ ਆਉਂਦੇ ਤਾਂ ਉਹ ਕੈਬਰੇ ਦੇ ਚੱਕਰ 'ਚ ਸ਼ਰਮਿੰਦਗੀ ਮਹਿਸੂਸ ਕਰਦਾ, ਫੰਡ ਲਈ ਦੁੱਗਣੀ ਰਾਸ਼ੀ ਦੇ ਦਿੰਦਾ। ਉਹਦੀ ਸ਼ਾਖ ਕਾਇਮ ਰਹੀ। ਸਮਾਂ ਬੀਤ ਗਿਆ, ਨਿੱਕਾ ਮੁੰਡਾ ਪੜ੍ਹਾਈ 'ਚ ਸਿਰ ਕੱਢ ਨਿਕਲਿਆ, ਆਕਸਫੋਰਡ 'ਚ ਪੜ੍ਹਾਈ ਕਰਨ ਚਲਾ ਗਿਆ। ਹੁਣ ਪਿਓ ਪੁੱਤਰ ਸਕਾਟਲੈਂਡ 'ਚ ਆਲੀਸ਼ਾਨ ਬੰਗਲੇ 'ਚ ਵੱਡਾ ਇੰਡੀਅਨ ਰੈਸਟੋਰਾਂ ਚਲਾਉਂਦੇ ਨੇ, ਜਿੱਥੇ ਗੋਰੇ ਟੁੱਟ ਕੇ ਪੈਂਦੇ ਨੇ। ਗਾਹਕੀ ਇੰਨੀ ਹੈ ਕਿ ਅੱਧੀ ਫਰਲਾਂਗ ਤੱਕ ਕਾਰ ਪਾਰਕਿੰਗ ਲਈ ਜਗ੍ਹਾ ਨਹੀਂ ਹੁੰਦੀ। ਪਿਓ ਪੁੱਤ ਕੋਲ ਪੌਂਡ ਗਿਣਨ ਦੀ ਵੇਲ ਨਹੀਂ। ਬੁੜਾ ਕਾਮਰੇਡ ਦੇਸੋਂ ਗਏ ਹਰ ਬੰਦੇ ਨੂੰ ਪੁੱਛਦਾ ਹੈ, ਹੋਰ ਫਿਰ ਕਾਮਰੇਡ ਦੇਸ਼ ਕੌਮ ਦਾ ਕੀ ਹਾਲ ਹੈ, ਤੁਹਾਡਾ ਕੀ ਖਿਆਲ ਹੈ, ਇਨਕਲਾਬ ਕਿੱਥੇ ਕੁ ਖੜਾ ਹੈ? ਕੋਈ ਕਹਿੰਦਾ ਬਜ਼ੁਰਗੋ ਹੁਣ ਇਨਕਲਾਬ ਨਹੀਂ ਆਉਣਾ, ਤਾਂ ਉਹ ਕਹੇਗਾ ਹੈ ਭਾਈ ਕਿਉਂ ਨਹੀਂ ਆਉਣਾ ਇਨਕਲਾਬ? ਜੇ ਇਨਕਲਾਬ ਨਹੀਂ ਆਉਣਾ ਤਾਂ ਹੋਰ ਕੀ ਆਉਣਾ, ਕੀ ਬਣੇਗਾ ਦੇਸ਼ ਕੌਮ ਦਾ? ਜੇ ਕੋਈ ਕਹਿੰਦਾ ਇਨਕਲਾਬ ਤਾਂ ਆਉਣ ਹੀ ਵਾਲਾ ਹੈ ਤਾਂ ਉਲਟਾ ਪਏਗਾ, ਕਿਉਂ ਮੂਰਖ ਬਣਾਉਣਾ ਹੈ? ਮੈਂ ਉਹਨੂੰ ਮਿਲਿਆ ਤਾਂ ਕਹਿਣ ਲੱਗਾ, ਇੱਥੇ ਆਪਣਾ ਕਾਮਰੇਡ ਸੁਰਜੀਤ ਸਿੰਘ ਆਉਂਦਾ ਹੈ ਫੰਡ ਲੈਣ। ਮੈਂ ਆਨਾ ਫੰਡ ਦਾ ਕਾਮਰੇਡ ਹਰ ਸਾਲ ਤੂੰ ਲੈ ਜਾਣਾ, ਪਰ ਇਹ ਤਾਂ ਦੱਸ ਵੀ ਆਪਣਾ ਇਨਕਲਾਬ ਅਜੇ ਕਿੱਥੇ ਖੜਿਆ ਬੈਠਾ ਹੈ, ਕਦ ਆਊ, ਆਊ ਕਿ ਨਾ ਆਊ? ਅੱਗੋਂ ਸੁਰਜੀਤ ਸਿੰਘ ਵੀ ਘੈਂਟ ਹੈ, ਕਹੇਗਾ ਸੰਘਰਸ਼ ਜਾਰੀ ਹੈ। ਕੇਰਾ ਮੈਂ ਕਹਿਤਾ ਅਸੀਂ ਵੀ ਕਿਹੜਾ ਘੱਟ ਕੀਤਾ ਸੰਘਰਸ਼ ਗੋਰਿਆਂ ਦੇ ਦੇਸ਼ 'ਚ ਆ ਕੇ। ਕਹਿਣ ਲੱਗਾ ਤੁਸੀਂ ਇੱਥੇ ਸੰਘਰਸ਼ ਜਾਰੀ ਰੱਖੋ, ਅਸੀਂ ਦੇਸ਼ 'ਚ ਜਾਰੀ ਰੱਖਦੇ ਹਾਂ। ਯਕੀਨ ਜਿਹਾ ਨਹੀਂ ਆਉਂਦਾ ਦੇਸ਼ ਕੌਮ ਦਾ ਕੁਝ ਬਣੂ। ਆਮਸਟਰਡਮ 'ਚ ਨਾ ਸੁਖਚੈਨ ਸਿੰਘ ਵਰਗੀ ਪੁਰਾਣੀ ਪੁਸ਼ਤ ਹੈ, ਨਾ ਉਸ ਜਿਹੇ ਪ੍ਰਤੀਬੱਧ ਕਾਮਰੇਡ। ਇੱਥੇ ਕਿਸੇ ਨੂੰ ਇਨਕਲਾਬ ਦੀ ਉਡੀਕ ਨਹੀਂ। ਦਲੀਪ ਸਿੰਘ ਨੂੰ ਮੈਂ ਕਾਮਰੇਡ ਦੀ ਗੱਲ ਦੱਸੀ ਤਾਂ ਕਹਿਣ ਲੱਗਾ, ਸੱਚ ਦੱਸਾਂ ਆਪਣੇ ਬੰਦੇ ਪੌਂਡਾਂ ਦੇ ਪਿੱਸੂ ਨੇ। ਸਾਡੇ 2 ਰੈਸਟੋਰਾਂ ਨੇ, ਦਿਨ ਰਾਤ ਗਾਹਕਾਂ ਦੇ ਸੁਪਨੇ ਆਈ ਜਾਣਗੇ। ਇਹੀ ਸੋਚੀਦਾ ਵੀ ਸਾਰੀਆਂ ਸੀਟਾਂ ਭਰੀਆਂ ਦਿਸਣ, ਗਾਹਕ ਨਾ ਆਵੇ ਤਾਂ ਰੀਟਾ ਦਾ ਚਿਹਰਾ ਉਤਰਨ ਲੱਗਦਾ ਹੈ। ਇਸ ਸੀਜ਼ਨ 'ਚ ਬੋਸਨੀਆ ਦੀ ਲੜਾਈ ਕਰਕੇ ਪੂਰਬੀ ਯੂਰਪ ਤੋਂ ਟੂਰਿਸਟ ਆਏ ਹੀ ਨਹੀਂ। ਬੜੀ ਟੈਨਸ਼ਨ ਰਹਿੰਦੀ ਹੈ ਇਸ ਕਰਕੇ ਵੀ। ਹੁਣ ਸਿੱਧੀ ਰੀਟਾ ਨਾਲ ਟੱਕਰੇ ਦੀ ਗੱਲ। ਮੈਂ ਉਹਨੂੰ ਕਿਹਾ, ਮੈਂ ਪਹਿਲਾਂ ਤੁਹਾਨੂੰ ਕਿਤੇ ਦੇਖਿਆ ਮੋਹਾਲੀ। ਉਹ ਜਿਹੜਾ ਵੀ ਇੱਥੇ ਨਾਈਟ ਲਾਈਫ ਦੇਖਣ ਆਉਂਦਾ ਇਹੀ ਕਹਿੰਦਾ। ਮੈਂ ਟੁੱਲਾ ਮਾਰਿਆ, ਮਾਫ਼ ਕਰਨਾ, ਤੁਸੀਂ ਜੋ ਮੇਕਅਪ ਲਗਾਈ ਹੈ ਉਹ ਕੁਝ ਵੀ ਲੁਕੋ ਨਹੀਂ ਸਕੀ। ਇਸ ਗੱਲ ਨੇ ਉਹਨੂੰ ਪ੍ਰਵੋਕ ਕਰਨਾ ਹੀ ਸੀ। ਮੈਂ ਉਹਨੂੰ ਪ੍ਰਵੋਕ ਹੀ ਕਰਨਾ ਚਾਹੁੰਦਾ ਸੀ। ਉਹ ਬੋਲੀ, ਕੀ ਮਤਲਬ? ਮਤਲਬ ਇਹ ਕਿ ਤੁਹਾਡੇ ਚਿਹਰੇ ਤੇ ਟੈਨਸ਼ਨ ਦਿਸਦੀ ਹੈ, ਤੁਸੀਂ ਪਰੇਸ਼ਾਨ ਹੋ। ਉਹ ਕਿੱਦਾਂ ਦੇ ਬੰਦੇ ਹੋ? ਮੈਂ ਤੁਹਾਨੂੰ ਨਹੀਂ ਜਾਣਦੀ, ਮੇਰੇ ਪਾਸ ਫੁਰਸਤ ਨਹੀਂ।
ਤੁਸੀਂ ਕੋਈ ਐਰੇ ਗਹਿਰੇ ਬੰਦੇ ਲੱਗਦੇ ਹੋ ਨਾਈਟ ਲਾਈਫ ਦੇਖਣ ਵਾਲੇ। ਨਾਈਟ ਲਾਈਫ? ਉਹ ਤੁਰਨ ਲੱਗੀ। ਮੈਂ ਇੰਡੀਆ ਤੋਂ ਆਇਆ, ਐਰਾ ਗਹਿਰਾ ਕਿਵੇਂ ਹੋ ਸਕਦਾ? ਮੈਂ ਤੁਹਾਨੂੰ ਮੋਹਾਲੀ ਦੇ ਨਰਸਰੀ ਸਕੂਲ 'ਚ, ਇੱਥੇ ਜਿਹੜਾ ਇੰਡੀਆ ਤੋਂ ਆਉਂਦਾ ਕਲਾ ਗੈਲਰੀਆਂ ਨਹੀਂ ਦੇਖਦਾ, ਉਹਨੇ ਕਿਹਾ ਤੇ ਤੁਰ ਪਈ। ਮੈਂ ਗੱਲ ਜਾਰੀ ਰੱਖਣਾ ਚਾਹੁੰਦਾ ਸੀ। ਮੈਂ ਕਿਹਾ ਤੁਸੀਂ ਉਹ ਤਾਂ ਨਹੀਂ ਜੋ ਇੱਥੇ ਆਮਸਟਰਡਮ 'ਚ ਉਹ ਦੁਬਾਰਾ ਪਹਿਲਾਂ ਵਾਲਾ ਡਾਇਲੌਗ ਬੋਲੀ। ਇੰਡੀਆ ਤੋਂ ਜਿਹੜਾ ਵੀ ਇੱਥੇ ਨਾਈਟ ਲਾਈਫ ਵੇਖਣ ਆਉਂਦਾ ਮੈਨੂੰ ਦੇਖ ਕੇ ਇਹੀ ਕਹਿੰਦਾ। ਕੀ ਕਹਿੰਦਾ? ਮੇਰੇ ਮੂੰਹ ਨਿਕਲਿਆ। ਇਹੀ ਕਹਿੰਦਾ ਮੈਂ ਤੁਹਾਨੂੰ ਕਿਤੇ ਦੇਖਿਆ। ਠੀਕ ਤਾਂ ਹੈ, ਮੈਂ ਤੁਹਾਨੂੰ ਕਿਤੇ, ਪਰ ਮੈਂ ਤੁਹਾਨੂੰ ਕਦੇ ਨਹੀਂ ਦੇਖਿਆ। ਤੁਹਾਡੀ ਫੋਟੋ, ਮੇਰੀ ਫੋਟੋ ਇੱਕ ਅਖਬਾਰ 'ਚ ਦੇਖੀ ਸੀ। ਇੱਥੇ ਤੁਹਾਡੇ ਇੰਡੀਆ ਤੋਂ ਕੋਈ ਜਰਨਲਿਸਟ ਆਉਂਦਾ ਹੈ ਨਾਈਟ ਲਾਈਫ ਦੇਖਣ? ਜਿਹੜਾ ਵੀ ਆਉਂਦਾ ਸਿੱਧਾ ਆਉਂਦਾ ਸੈਕਸ ਬਾਜ਼ਾਰ 'ਚ। ਮੇਰੀ ਉਹਦੇ 'ਚ ਦਿਲਚਸਪੀ ਵਧਣ ਲੱਗੀ। ਸ਼ਾਇਦ ਇਹ ਮੋਹਾਲੀ ਵਾਲੀ ਟੀਚਰ ਨਹੀਂ ਸੀ। ਤੁਹਾਨੂੰ ਇੰਡੀਆ ਤੋਂ ਚਿੜ ਲੱਗਦੀ ਹੈ? ਮੈਂ ਕਿਹਾ ਇੰਡੀਅਨਾਂ ਤੋਂ ਚਿੜ ਹੈ, ਮੈਨਰਜ਼ ਨਹੀਂ। ਆਪਣੇ ਵੱਲ ਹੀ ਦੇਖ ਲਓ। ਆਖਿਰ ਤੁਹਾਡੇ ਫੇਸ ਤੇ ਟੈਨਸ਼ਨ ਹੈ। ਮੈਂ ਕੱਲ ਦਾ ਕਿਸੇ ਆਪਣੇ ਬੰਦੇ ਨੂੰ ਲੱਭ ਰਿਹਾ। ਤੁਹਾਨੂੰ ਦੇਖ ਕੇ ਮਨ ਖੁਸ਼ ਹੋਇਆ। ਇੰਡੀਆ ਨਹੀਂ ਜਿੱਥੇ ਦਿਲ ਕੀਤਾ ਖੜ ਗਏ। ਤਦ ਹੀ ਉੱਥੇ ਆਪਣੇ ਬੰਦੇ ਤਰੱਕੀ ਨਹੀਂ ਕਰਦੇ। ਤੇ ਤੁਹਾਨੂੰ ਆਪਣੇ ਬੰਦਿਆਂ ਤੋਂ ਚਿੜ ਕਿਉਂ ਹੈ? ਤੁਸੀਂ ਵੀ ਤਾਂ ਆਪਣੇ ਲੋਕਾਂ ਨੂੰ ਟਾਈਮ ਦੀ ਕਦਰ ਨਹੀਂ। ਠੱਗੀ ਜਿੰਨੀ ਮਰਜ਼ੀ ਕਰਵਾ ਲਓ। ਇੰਡੀਆ ਤੋਂ ਜਿਹੜਾ ਵੀ ਆਉਂਦਾ ਐਕਸਪਲੋਇਟ ਕਰਨ ਆਉਂਦਾ। ਸਾਡੇ ਢਾਬੇ 'ਚ ਆ ਕੇ ਮੇਰੇ ਹਸਬੈਂਡ ਦੀ ਪੱਗ ਦੇਖ ਕੇ ਕਹੇਗਾ ਸਤਿ ਸ਼੍ਰੀ ਅਕਾਲ। ਲਓ ਤੁਸੀਂ ਤਾਂ ਆਪਣੇ ਹੀ ਹੋ, ਬੈਠ ਜਾਏਗਾ। ਅਸੀਂ ਮੈਨੂ ਕਾਰਡ ਲੈ ਕੇ ਜਾਵਾਂਗੇ ਤਾਂ ਕਹੇਗਾ ਜੋ ਮਰਜ਼ੀ ਖਵਾ ਦਿਓ। ਖਾ ਪੀ ਕੇ ਸੋਚੇਗਾ ਅਸੀਂ ਕਹੀਏ ਰਹਿਣ ਦਿਓ ਬਿੱਲ, ਤੁਸੀਂ ਤਾਂ ਆਪਣੇ ਹੀ ਹੋ। ਅੱਗੋਂ ਦਲੀਪ ਵੀ ਇਹੋ ਜਿਹਾ ਕਹੇਗਾ ਰਹਿਣ ਦਿਓ ਬਿੱਲ, ਦੇਣ ਨੂੰ ਗੋਰੇ ਜੋ ਇੰਨੇ ਤੁਰੇ ਫਿਰਦੇ ਨੇ। ਤੇ ਇਹਦੇ 'ਚ ਮਾੜੀ ਕੀ ਗੱਲ ਹੈ? ਉੱਥੇ ਵਾਲੇ ਇਹੀ ਸੋਚਦੇ ਆ ਵੀ ਇੱਥੇ ਸਾਡੇ ਲੋਕਾਂ ਪਾਸ ਵਾਧੂ ਦੇ ਨੋਟ ਨੇ। ਗਜ਼ਲ ਸਿੰਗਰ ਜਗਜੀਤ ਸਿੰਘ ਆਇਆ, ਦਲੇਰ ਮਹਿੰਦੀ ਆਇਆ, ਕਮਾਈ ਕਰਨ ਆਉਂਦੇ ਨੇ। ਤੇ ਤੁਸੀਂ ਵੀ ਤਾਂ ਕਮਾਈ ਕਰਨ ਆਏ ਹੋ। ਅਸੀਂ ਆ ਕੇ ਮਿਹਨਤਾਂ ਕੀਤੀਆਂ, ਰੁਲੇ। ਮੇਰੇ ਹਸਬੈਂਡ ਨੇ ਸਾਲਾਂ ਦੇ ਸਾਲ ਤੰਦੂਰ ਤੇ ਰੋਟੀਆਂ ਲਗਾਉਣ ਦਾ ਕੰਮ ਕੀਤਾ। ਮੈਂ ਸਟੋਰ 'ਚ ਕੰਮ ਕੀਤਾ। ਬੱਚਿਆਂ ਨੇ ਸਮਰ ਜੌਬਾਂ ਕੀਤੀਆਂ। ਹੁਣ ਕਿਤੇ ਜਾ ਕੇ ਸਾਡੇ 2 ਢਾਬੇ ਨੇ। ਇੰਡੀਆ ਤੋਂ ਲੋਕ ਇੱਥੇ ਉਗਰਾਹੀਆਂ ਕਰਨ ਤੁਰੇ ਰਹਿੰਦੇ ਨੇ। ਪੋਲੀਟੀਸ਼ੀਅਨ, ਕੀਰਤਨੀਏ, ਹਿੱਕਾਂ ਵਾਲੇ ਕਵੀ, ਜਰਨਲਿਸਟ। ਪਰ ਤੁਸੀਂ ਕੌਣ? ਜਗਜੀਤ ਸਿੰਘ ਤੇ ਦਲੇਰ ਮਹਿੰਦੀ ਦੇ ਪਿੱਛੇ ਤਾਂ ਲੋਕ ਪਾਗਲ ਹੋਈ ਫਿਰਦੇ ਨੇ। ਲੋਕ ਕੰਮ ਛੱਡ ਕੇ ਸੁਣਨ ਜਾਂਦੇ ਨੇ ਕਿ ਆਪਣੇ ਦੇਸ਼ ਤੋਂ ਆਏ ਆ। ਪਰ ਇੱਥੇ ਤਾਂ ਹੁਣ ਉਹ ਵੀ ਤੁਰੀ ਆਉਂਦੇ ਨੇ ਜਿਨ੍ਹਾਂ ਦਾ ਕਦੇ ਨਾਂ ਨਹੀਂ ਸੁਣਿਆ। ਫਿਰ ਇੱਧਰ ਇਸ ਇਲਾਕੇ 'ਚ ਆ ਜਾਣਗੇ ਨਾਈਟ ਲਾਈਫ ਦੇ ਚੱਕਰ 'ਚ। ਜਿਵੇਂ ਤੁਸੀਂ, ਕੋਈ ਮੈਨੂੰ ਆ ਕੇ ਕਹੇਗਾ ਮੈਂ ਤੁਹਾਡੇ ਪਿਤਾ ਜੀ ਦਾ ਪੁਰਾਣਾ ਕੁਲੀਗ ਹਾਂ, ਸਕੂਲ 'ਚ ਅਸੀਂ ਇਕੱਠੇ ਸੀ। ਦਲੀਪ ਨੂੰ ਕਹੇਗਾ ਇੱਥੋਂ ਦੀ ਨਾਈਟ ਲਾਈਫ ਦਿਖਾ ਦਿਓ। ਤੁਸੀਂ ਬਾਰ-ਬਾਰ ਨਾਈਟ ਲਾਈਫ ਬਾਰੇ, ਮੇਰਾ ਮਤਲਬ ਨਾਈਟ ਲਾਈਫ ਦੀ ਰੱਟ। ਮੈਂ ਕਿਹਾ ਸਾਡੇ ਬੰਦੇ ਸੈਕਸ ਦੇ ਭੁੱਖੇ ਆ। ਇਹੋ ਹਾਲ ਬਾਲਟੀਮੋਰ ਦਾ। ਉੱਥੇ ਬਲੈਕਸ ਨੇ ਗੰਦ ਪਾ ਰੱਖਿਆ, ਉਹ ਵੀ ਸੈਕਸ ਦੇ ਭੁੱਖੇ ਆ। ਬਾਲਟੀਮੋਰ? ਬਾਲਟੀਮੋਰ ਤਾਂ ਅਮਰੀਕਾ 'ਚ ਹੈ। ਮੈਂ ਕਿਹਾ ਤੇ ਮੈਂ ਕਦ ਕਿਹਾ ਬਾਲਟੀਮੋਰ ਇੰਡੀਆ 'ਚ ਹੈ। ਆਪਣੇ ਬੰਦੇ ਇੱਥੇ ਸੈਕਸ ਬਾਜ਼ਾਰ 'ਚ ਘੁੰਮਦੇ ਦਿਸਣਗੇ। ਅਸੀਂ ਨਿੱਤ ਦੇਖਦੇ ਹਾਂ। ਸਾਡੇ 2 ਢਾਬੇ ਇਸੇ ਇਲਾਕੇ 'ਚ ਹੀ ਨੇ। ਢਾਬੇ ਯਾਨੀ ਕਿ ਰੈਸਟੋਰਾਂ? ਮੈਂ ਕਿਹਾ। ਮੈਂ ਚੁੱਪ ਸੁਣਦਾ ਗਿਆ। ਹੁਣ ਤੁਸੀਂ ਆਪਣੇ ਵੱਲ ਦੇਖੋ। ਮੈਂ ਤੁਹਾਨੂੰ ਜਾਣਦੀ ਨਹੀਂ ਤੇ ਤੁਸੀਂ ਮੇਰਾ ਰਸਤਾ ਰੋਕੀ ਬੈਠੇ ਹੋ। ਮੈਂ ਵੈਜ ਮਾਰਕੀਟ ਸ਼ਾਪਿੰਗ ਕਰਨ ਜਾਣਾ। 10 ਮਿੰਟ ਤੁਰ ਕੇ ਗਾਂ ਪਾਰਕਿੰਗ ਤੇ ਕਾਰ ਲੈਣੀ ਹੈ। ਸ਼ਹਿਰ ਤੋਂ 20 ਮੀਲ ਦੂਰ ਮਾਰਕੀਟ ਹੈ। ਮੈਂ ਸੌਰੀ ਹਾਂ, ਮੇਰੇ ਪਾਸ ਵਕਤ ਨਹੀਂ, ਮੈਂ ਚੱਲਦੀ ਹਾਂ। ਮੈਨੂੰ ਯਕੀਨ ਹੋ ਗਿਆ ਕਿ ਉਹ ਨਹੀਂ ਜਾਏਗੀ। ਪਿਛਲੇ ਸਾਲ ਟੂਰਿਸਟ ਬਹੁਤ ਆਏ, ਬਹੁਤ ਕੰਮ ਸੀ। ਇਸ ਸਾਲ ਕਸਟਮਰ ਘੱਟ ਨੇ। ਅੱਛਾ ਮੈਂ ਚੱਲਦੀ ਹਾਂ। ਤੁਹਾਡੇ ਰੈਸਟੋਰੈਂਟ 'ਚ ਪੰਜਾਬੀ ਖਾਣਾ ਵੀ ਮਿਲਦਾ? ਸ਼ੁੱਧ ਪੰਜਾਬੀ ਖਾਣਾ ਮਿਲਦਾ। ਪਰੌਂਠੇ, ਮੱਕੀ ਦੀ ਰੋਟੀ, ਸਾਗ, ਫਿਰਨੀ, ਮਾਂਹ ਦੀ ਦਾਲ, ਪਾਪੜ। ਮੈਂ ਟੁੱਲਾ ਮਾਰਿਆ। ਪਾਲਕ ਪਨੀਰ ਵੀ ਮਿਲਦਾ? ਉਹ ਉਤਸ਼ਾਹ 'ਚ ਬੋਲਣ ਲੱਗੀ ਪਾਲਕ ਪਨੀਰ? ਇੱਥੇ ਇੱਕ ਪੰਜਾਬੀ ਜੋੜਾ ਆਇਆ ਪਰਸੋਂ, ਆਖੇ ਪਾਲਕ ਪਨੀਰ ਖਾਣਾ। ਫਿਰ ਪੁੱਛਣ ਤੁਸੀਂ ਖੀਰ ਵੀ ਬਣਾਉਂਦੇ ਜੇ? ਅਸੀਂ ਕਿਹਾ ਰੁਕੋ ਬਣਾ ਦਿੰਦੇ ਹਾਂ। ਉਹਨਾਂ ਲਈ ਸਪੈਸ਼ਲ ਖੀਰ ਬਣਾਈ। ਤਦ ਤੱਕ ਬੰਦਾ ਵਾਈਨ ਦੀਆਂ 2 ਬੋਤਲਾਂ ਪੀ ਗਿਆ। ਮੀਆਂ ਬੀਵੀ ਨੇ ਕਿੰਨਾ ਕੁਝ ਮੰਗਵਾ ਲਿਆ ਜਿਵੇਂ ਦਿਨਾਂ ਦੇ ਭੁੱਖੇ ਹੋਣ। ਬਿੱਲ ਦੇਣ ਲੱਗੇ ਤਾਂ ਕਹਿਣ ਸਾਡੇ ਕੋਲ ਤਾਂ ਆਹ 20 ਦਾ ਨੋਟ ਹੈ। ਮੈਨੂੰ ਗੁੱਸਾ ਆ ਗਿਆ। ਕਹਿਣ ਲੱਗੇ ਸਾਡੇ ਪਾਸ ਤਾਂ ਇੰਨੇ ਹੀ ਨੇ। ਅਸੀਂ ਕਿਹਾ ਤੁਸੀਂ ਰਹਿੰਦੇ ਕਿੱਥੇ ਜੇ? ਕੁੜੀ ਨੇ ਕਿਹਾ ਤੁਸੀਂ ਮੇਰੀ ਚੂੜੀ ਰੱਖ ਲਓ, ਸਾਡੇ ਪਾਸ ਹੋਰ ਪੈਸੇ ਨਹੀਂ। ਮੈਨੂੰ ਤਰਸ ਆ ਗਿਆ। ਪੰਜਾਬੀ ਸਨ, ਹੋਰ ਕੋਈ ਹੁੰਦਾ ਤਾਂ ਪੁਲਿਸ ਨੂੰ ਬੁਲਾ ਲੈਂਦੇ। ਆਪਣੇ ਬੰਦੇ ਜਿਹੋ ਜਿਹੇ ਇੰਡੀਆ 'ਚ ਉਵੇਂ ਹੀ ਯੂਰਪ 'ਚ ਬਿਹੇਵ ਕਰਦੇ ਨੇ। ਟੀਲੂ ਮਿਲੂ ਇੰਡੀਆ ਗਈਆਂ ਪਹਿਲੀ ਵਾਰ, ਦਿੱਲੀ 'ਚ ਹੀ ਰੋਣ ਲੱਗੀਆਂ। ਕਹਿਣ ਕਿੱਥੇ ਆ ਗਏ ਆ। ਦਿੱਲੀ ਏਅਰਪੋਰਟ ਤੋਂ ਕਾਰ ਸ਼ਹਿਰ ਵੱਲ ਪਈ ਤਾਂ ਮਿਲੂ ਮੇਰੀ ਜਾਨ ਕਵੇ ਮੰਮੀ ਇੱਥੇ ਬੰਦੇ ਕਿਹੋ ਜਿਹੇ ਨੇ? ਇਹਨਾਂ ਦੇ ਚਿਹਰੇ ਤੋਂ ਲੱਗਦਾ ਜਿਵੇਂ ਕ੍ਰਿਮੀਨਲ ਹੋਣ।
ਸਾਡੇ ਬੱਚੇ ਬਹੁਤ ਸੈਂਸਿਟਿਵ ਨੇ। ਉਹ ਫਿਰ ਬੋਲੀ, ਪਿਛਲੇ ਸਾਲ ਯੂਰਪੀ ਦੇਸ਼ਾਂ ਤੋਂ ਬੜੇ ਟੂਰਿਸਟ ਆਏ, ਇਸ ਸਾਲ ਗਾਹਕਾਂ ਦਾ ਮੰਦਾ ਹੈ, ਸਾਰੇ ਪਾਸੇ ਰਿਸੈਸ਼ਨ ਹੈ। ਬੋਸਨੀਆ ਦੀ ਲੜਾਈ ਕਰਕੇ ਈਸਟ ਯੂਰਪ ਤੋਂ ਟੂਰਿਸਟ ਨਹੀਂ ਆਏ। ਉਹ ਤੁਰਨ ਲੱਗੀ ਤਾਂ ਮੈਂ ਪੁੱਛਿਆ, ਤੁਸੀਂ ਮੋਹਾਲੀ ਦੇ ਇੱਕ ਨਰਸਰੀ ਸਕੂਲ 'ਚ? ਉਹ ਮੇਰੀ ਬੇਟੀ ਦਾ ਨਾਂ ਤਾਂ ਮੀਲੂ ਹੈ। ਮੈਂ ਕਿਹਾ 25 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਤੁਸੀਂ ਗੋਲਡਨ ਨਰਸਰੀ 'ਚ ਜਦ ਸੀ ਉੱਥੇ ਮੈਂ ਤੁਹਾਨੂੰ 25 ਸਾਲ ਪਹਿਲਾਂ। ਦੱਬੇ ਮੁਰਦੇ ਪੁੱਟਣ ਵਾਲੀ ਗੱਲ ਹੈ। ਆਪਣੇ ਬੰਦੇ ਦੱਬੇ ਮੁਰਦੇ ਹੀ ਪੁੱਟੇ ਜਾਣਗੇ। ਇਹ ਸ਼ਾਇਦ ਕੋਈ ਹੋਰ ਔਰਤ ਹੈ। ਉਹਦੇ ਅੰਦਾਜ਼ ਨੇ ਮੇਰੇ ਮੂਡ 'ਚ ਵਿੰਗ ਪੈਦਾ ਕਰ ਦਿੱਤੀ। ਮੈਂ ਕਿਹਾ ਮੈਂ ਸੌਰੀ ਹਾਂ, ਤੁਸੀਂ ਕਾਹਲੀ 'ਚ ਲੱਗਦੇ ਹੋ, ਮੈਂ ਇੱਥੇ ਕੁਝ ਦਿਨਾਂ ਲਈ ਆਇਆ, ਐਵੇਂ ਤੁਹਾਡਾ ਵਕਤ ਜ਼ਾਇਆ ਕੀਤਾ। ਮੈਂ ਇੰਡੀਆ ਤੋਂ ਸਾਊਥ ਹਾਲ ਆਇਆ ਤੇ ਸੋਚਿਆ ਆਮਸਟਰਡਮ। ਉਹ ਬੋਲੀ, ਸਾਊਥ ਹਾਲ ਜਿਹੜਾ ਵੀ ਆਉਂਦਾ ਹੈ ਸੋਚਦਾ ਹੈ ਆਮਸਟਰਡਮ ਦੀ ਨਾਈਟ ਲਾਈਫ ਦੇਖ ਆਵਾਂ, ਫਿਰ ਸਾਡੇ ਰਾਵੀ ਢਾਬੇ 'ਚ ਆ ਜਾਂਦਾ ਹੈ। ਆਪਣੇ ਬੰਦੇ ਫਜ਼ੂਲ ਗੱਲਾਂ ਬੜੀਆਂ ਕਰ ਦੇਣਗੇ, ਪੁੱਛਣਗੇ ਇੱਥੇ ਆਟਾ ਦਾਲ ਮਿਲਦੇ ਆ, ਨਿੱਜੀ ਸਵਾਲ ਬੜੇ ਕਰਦੇ ਆ। ਇਸ ਕੰਟਰੀ 'ਚ ਲੋਕ ਆਪਣੇ ਮਤਲਬ ਨਾਲ ਮਤਲਬ ਰੱਖਦੇ ਨੇ, ਤਦੇ ਹੀ ਇੰਨਾ ਤਰੱਕੀ ਕੀਤੀ ਹੈ। ਉਹ ਤੁਰਨ ਲੱਗੀ ਤਾਂ ਮੈਂ ਕਿਹਾ, ਇੱਥੇ ਇੱਕ ਮੈਡਮ ਵੀ ਰਹਿੰਦੀ ਹੈ, ਉਹਦਾ ਵੀ ਤੁਹਾਡੇ ਵਾਂਗ ਇੱਕ ਰੈਸਤੋਰਾਂ ਹੈ, ਉਹਦੀ ਪੰਜਾਬ 'ਚ ਫੋਟੋਆਂ ਬਹੁਤ ਛਪਦੀਆਂ, ਪੋਇਟਰੀ ਲਿਖਦੀ ਹੈ, ਤੁਸੀਂ ਕਿਤੇ ਉਹ ਤਾਂ ਨਹੀਂ? ਮੇਰੀ ਗੱਲ ਨੇ ਉਹਨੂੰ ਹੋਰ ਔਖਾ ਕਰਤਾ। ਬੋਲੀ, ਮੈਨੂੰ ਕੀ ਤਕਲੀਫ ਹੈ ਜੇ ਮੈਂ ਪੋਇਮ ਲਿਖਾਂ? ਵੇਲ ਕਿਸ ਪਾਸ ਹੈ? ਪਿਛਲੇ ਸਾਲ ਇੰਨੇ ਟੂਰਿਸਟ ਆਏ, ਸਾਡੇ ਢਾਬਿਆਂ ਤੇ ਤਿਲ ਸੁੱਟਣ ਲਈ ਜਗ੍ਹਾ ਨਹੀਂ ਸੀ ਰਹਿੰਦੀ। ਇੱਕ ਇੰਡੀਆ ਜਿੱਥੇ ਵੇਲ ਹੀ ਵੇਲ ਹੈ। ਮੈਂ ਪੁੱਛਿਆ ਕਿ ਤੁਸੀਂ ਉਸ ਮੈਡਮ ਨੂੰ ਜਾਣਦੇ ਹੋਗੇ? ਇੱਥੇ ਅਗਲੀ ਸਟਰੀਟ 'ਚ ਇੱਕ ਪੰਜਾਬੀ ਫੈਮਿਲੀ ਹੈ, ਉਹਨਾਂ ਦਾ ਵੀ ਇੱਕ ਢਾਬਾ ਹੈ। ਉਹ ਲੇਡੀ ਕਿਤਾਬਾਂ ਲਿਖਦੀ ਹੈ, ਹਸਬੈਂਡ ਢਾਬੇ ਤੇ ਲੱਗਾ ਰਹਿੰਦਾ ਤੇ ਉਹ ਪੋਇਮਾਂ ਲੈ ਕੇ ਤੁਰੀ ਰਹਿੰਦੀ ਹੈ। ਬੜੀ ਕਲੈਵਰ ਹੈ। ਮੇਰਾ ਹਸਬੈਂਡ ਉਸ ਫੈਮਿਲੀ ਨੂੰ ਵੱਧ ਜਾਣਦਾ ਹੈ। ਢਾਬੇ ਦੇ ਕੰਮ 'ਚ ਕਿਸੇ ਨੂੰ ਵੇਲ ਨਹੀਂ ਮਿਲਦੀ। ਪਤਾ ਨਹੀਂ ਪੋਇਮਾਂ 'ਚੋਂ ਕੀ ਲੱਭਦਾ। ਦਲੀਪ ਨੂੰ ਕਿਤਾਬ ਦੇ ਕੇ ਕਹੇਗੀ ਇਹਨੂੰ ਜ਼ਰੂਰ ਪੜ੍ਹਿਓ। ਪਰ ਤੁਸੀਂ ਕੌਣ ਹੋ? ਜਰਨਲਿਸਟ। ਮੈਨੂੰ ਜਰਨਲਿਸਟਾਂ ਨਾਲ ਬਹੁਤ ਹੇਟ ਹੈ। ਇੱਕ ਅਖਬਾਰ ਦਾ ਬੰਦਾ ਆਇਆ ਪਿਛਲੇ ਸਾਲ ਉਸ ਫੈਮਿਲੀ ਕੋਲ ਜਿਨ੍ਹਾਂ ਦੀ ਲੇਡੀ ਪੋਇਮਾਂ ਲਿਖਦੀ ਹੈ, ਮੈਨੂੰ ਮਿਲਿਆ ਤੇ ਕਹਿਣ ਲੱਗਾ ਤੁਹਾਡੀ ਫੋਟੋ ਮੈਂ ਆਪਣੇ ਅਖਬਾਰ 'ਚ ਛਾਪਾਂਗਾ। ਮੈਂ ਕਿਹਾ ਮੈਂ ਕੋਈ ਪੋਇਮਾਂ ਲਿਖਦੀ ਹਾਂ? ਕਹਿਣ ਲੱਗਾ ਤੁਸੀਂ ਤਾਂ ਆਪ ਹੀ ਪੋਇਮ ਹੋ। ਮੈਂ ਕਿਹਾ ਇਹ ਕੋਈ ਚੀਟ ਹੈ। ਕਿੰਨੇ ਦਿਨ ਰਿਹਾ ਉਹ? ਬੜੇ ਫੈਡਅਪ ਹੋਏ ਉਹ ਹਸਬੈਂਡ ਵਾਈਫ। ਇਹਦੇ ਵਿੱਚ ਫੈਡਅਪ ਵਾਲੀ ਕੀ ਗੱਲ ਹੈ? ਤੁਸੀਂ ਹਰ ਗੱਲ ਨੂੰ ਨੈਗੇਟਿਵਲੀ ਲੈਂਦੇ ਹੋ। ਹਾਊਸ ਗੈਸਟਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਯੂਰਪ 'ਚ। ਆਪਣੇ ਗੈਸਟਾਂ ਨੂੰ ਮੈਨਰਜ਼ ਵੀ ਨਹੀਂ। ਉਹ ਬੰਦਾ ਕਿੰਨੇ ਦਿਨ ਇਹਨਾਂ ਕੋਲੋਂ ਮੁਫਤ ਦਾ ਖਾਣਾ ਖਾਂਦਾ ਰਿਹਾ। ਕਹੇ ਮੈਨੂੰ ਤਾਂ ਵਾਈਨ ਪਸੰਦ ਹੈ। ਆਪਣੇ ਲੋਕ ਮੁਫਤ ਦਾ ਖਾਣਾ ਮਿਲੇ ਤਾਂ ਖਾਂਦੇ ਵੀ ਬਹੁਤ ਨੇ। ਫਿਰ ਦੇਖੋ ਕੀ ਹੋਇਆ ਉਹ ਲੇਡੀ ਨਾਲ। ਉਸ ਅਖਬਾਰੀ ਬੰਦੇ ਨੇ ਵਾਪਸ ਜਾ ਕੇ ਗਾਹਕਾਂ ਨੂੰ ਖਾਣਾ ਸਰਵ ਕਰਦੀ ਦੀ ਇੱਥੇ ਤਸਵੀਰ ਖਿੱਚ ਕੇ ਅਖਬਾਰ 'ਚ ਛਾਪ ਦਿੱਤੀ। ਤਸਵੀਰ ਹੇਠ ਕੁਝ ਊਟ ਪਟਾਂਗ ਲਿਖ ਦਿੱਤਾ, ਜਿਹਦਾ ਮਤਲਬ ਸੀ ਸਾਡੇ ਲੋਕਾਂ ਨੇ ਯੂਰਪ 'ਚ ਜਾ ਕੇ ਬੜਾ ਹਾਰਡ ਵਰਕ ਕੀਤਾ ਤੇ ਪ੍ਰੋਗਰੈਸ ਕੀਤੀ ਹੈ। ਉਹ ਪੋਇਮਾਂ ਵਾਲੀ ਇੰਡੀਆ ਗਈ ਤਾਂ ਲੋਕ ਪੁੱਛਣਗੇ ਤੁਸੀਂ ਰੈਸਟੋਰਾਂ ਦੇ ਮਾਲਕ ਜੇ ਜਾਂ ਵੇਟਰੀ ਕਰਦੇ ਜੇ। ਇਹੋ ਜਿਹੇ ਲੋਕ ਵੀ ਆਉਂਦੇ ਆ ਇੱਥੇ, ਤੁਸੀਂ ਆਪਣੇ ਵੱਲ ਹੀ ਦੇਖੋ। ਮੇਰੀ ਲਟੋਰੀ ਦਾ ਬੇਸਵਾਦਾ ਹੋਣਾ ਤੈਅ ਹੋ ਚੁੱਕਾ ਸੀ। ਸਵੇਰ ਤੋਂ ਹੀ ਸ਼ਗਨ ਮਾੜਾ ਹੋਇਆ ਸੀ। ਜਦ ਮੈਂ ਹੋਟਲ ਤੋਂ ਨਿਕਲਿਆ ਤਾਂ ਇੱਕ ਫੁੱਲਾਂ ਵਾਲੀ ਦੁਕਾਨ ਤੇ ਪੰਜਾਬੀ ਔਰਤ ਦਿਖਾਈ ਦਿੱਤੀ। ਉਹਨੇ ਕਿਹਾ ਉਹ ਪਾਕਿਸਤਾਨ ਤੋਂ ਹੈ ਤੇ ਆਪਣੇ ਕੰਮ 'ਚ ਰੁੱਝ ਗਈ। ਮੈਂ ਜਿੱਚ ਹੋਇਆ ਗਾਂਹ ਤੁਰ ਪਿਆ। ਪਲ ਭਰ ਲਈ ਰੁਕ ਕੇ ਰੀਟਾ ਬੋਲੀ, ਇੱਥੇ ਕਿਸ ਪਾਸ ਗੱਲਾਂ ਕਰਨ ਦਾ ਟਾਈਮ ਨਹੀਂ, ਨਾਲੇ ਗਾਹਕਾਂ ਦੇ ਆਉਣ ਦਾ ਵੇਲਾ ਹੈ। ਮੇਰਾ ਹਸਬੈਂਡ ਰਾਵੀ 'ਚ ਮੇਰੀ ਉਡੀਕ ਕਰ ਰਿਹਾ। ਮੈਂ ਉਹਨੂੰ ਦੱਸੇ ਬਗੈਰ ਨਿਕਲ ਆਈ ਹਾਂ। ਟੀਲੂ ਮਿਲੂ ਨੂੰ ਵੀ ਫੋਨ ਕਰਨਾ। ਹੋ ਗਈ ਤਸੱਲੀ? ਕਾਹਦੀ ਤਸੱਲੀ? ਇਹੋ ਜਿਹੀਆਂ ਗੱਲਾਂ ਹੀ ਪੁੱਛਣੀਆਂ ਸੀ ਤੁਸੀਂ। ਮੈਂ ਕਿਹਾ ਤੁਹਾਨੂੰ ਦੱਸ ਦਿਆਂ ਤੇ ਤੁਰਦੀ ਬਣਾ। ਟੀਲੂ ਮਿਲੂ? ਸਮਝ ਨਹੀਂ ਆਈ। ਤੁਸੀਂ ਟੀਲੂ ਮਿਲੂ ਨੂੰ ਕਿਵੇਂ ਜਾਣਦੇ ਹੋ? ਤੁਸੀਂ ਹੁਣੇ ਹੀ ਤਾਂ ਕਿਹਾ ਟੀਲੂ ਮਿਲੂ ਨੂੰ ਫੋਨ ਕਰਨਾ। ਟੀਲੂ ਮਿਲੂ ਕੌਣ? ਉਹ ਟੀਲੂ ਮਿਲੂ ਮੇਰੀਆਂ ਬੇਟੀਆਂ ਨੇ ਅਮਰੀਕਾ 'ਚ। ਤੇ ਤੁਸੀਂ ਹਸਬੈਂਡ ਵਾਈਫ ਹੀ ਇੱਥੇ ਹੋ ਇਕੱਲੇ? ਕਾਹਦੇ ਇਕੱਲੇ? ਸਾਡੇ 2 ਢਾਬੇ ਨੇ। ਇੰਡੀਆ ਵਾਲੇ ਇੱਥੋਂ ਦੀ ਲਾਈਫ ਨਹੀਂ ਸਮਝ ਸਕਦੇ। ਇੱਥੇ ਹਰ ਬੰਦਾ ਇਕੱਲਾ, ਕੰਮ ਤਾਂ ਇਕੱਲਿਆਂ ਹੀ ਹੁੰਦਾ। ਮੇਰਾ ਹਸਬੈਂਡ ਰਾਵੀ 'ਚ ਹੁੰਦਾ, ਮੈਂ ਸਤਲੁਜ 'ਚ। ਮੇਰੀ ਇੱਕ ਬੇਟੀ ਬਾਲਟੀਮੋਰ ਹੈ, ਦੂਜੀ ਬੋਸਟਨ, ਮੁੰਡਾ ਲੰਡਨ 'ਚ ਹੈ। ਕੰਮ ਤੋਂ ਹੀ ਹੋਸ਼ ਨਹੀਂ, ਇਕੱਲੇ ਕਾਹਦੇ? ਉਹ ਸੱਚਮੁੱਚ ਜਾਣ ਲੱਗੀ ਤਾਂ ਮੈਂ ਕਿਹਾ ਉਸ ਪੰਜਾਬੀ ਮੀਆਂ ਬੀਵੀ ਨੇ ਬਿੱਲ ਅਦਾ ਕੀਤਾ ਕਿ ਨਾ? ਇਹ ਤਾਂ ਦੱਸਦੇ ਜਾਓ। ਪਤਾ ਲੱਗਾ ਮੁੰਡੇ ਨੂੰ ਡਰੱਗਾਂ ਦੀ ਆਦਤ ਹੈ। ਕੁੜੀ ਨੂੰ ਇੰਡੀਆ ਤੋਂ ਵਿਆਹ ਲਿਆਇਆ, ਹੁਣ ਦੋਵੇਂ ਕੋਈ ਕੰਮ ਨਹੀਂ ਕਰਦੇ। ਕੁੜੀ ਵੀ ਡਰੱਗਾਂ ਤੇ ਹੈ। ਇੱਥੇ ਨੇੜੇ ਇੱਕ ਪੁਲ ਹੈ, ਉੱਥੇ ਮੁੱਦੇ ਪਏ ਕੱਲ ਦਲੀਪ ਨੇ ਦੇਖੇ। ਇੱਦਾਂ ਦੇ ਬੰਦੇ ਵੀ ਆਉਂਦੇ ਆ ਸਾਡੇ ਢਾਬੇ 'ਚ। ਯੂਰਪੀਅਨ ਬੜੇ ਨਾਈਸ ਨੇ। ਸਾਡਾ ਕੰਮ ਉਹਨਾਂ ਦੇ ਸਿਰ ਤੇ ਹੀ ਚੱਲਦਾ ਹੈ। ਇਸ ਵਾਰ ਤਾਂ ਸੀਜ਼ਨ ਬੜਾ ਮਾੜਾ ਰਿਹਾ।
ਰਿਸੈਸ਼ਨ ਜੋ ਹੈ ਸਾਰੇ ਪਾਸੇ, ਉਹ ਚਲੀ ਗਈ। ਮੈਂ ਕਿੰਨੀ ਦੇਰ ਖੜਾ ਉਹਦੇ ਵੱਲ ਵੇਖਦਾ ਰਿਹਾ, ਅਜੀਬ ਜਿਹਾ। ਰੀਟਾ ਚਲੀ ਗਈ ਤੇ ਮੈਂ ਤੁਰਦਾ ਸਟਰੀਟ ਦੇ ਅਖੀਰ ਤੇ ਪੁੱਜਾ ਤਾਂ ਇੱਕ ਰੈਸਟੋਰੈਂਟ ਦੇ ਅੰਦਰ ਝਾਤ ਮਾਰੀ। ਉਹੀ ਕੱਲ੍ਹ ਵਾਲਾ ਕਿਰਮਚੀ ਪੱਗ ਵਾਲਾ ਬੰਦਾ ਕਾਊਂਟਰ ਤੇ ਖੜਾ ਸੀ। ਅੰਦਰ ਲੰਘ ਕੇ ਮੈਂ ਉਹਨੂੰ ਜਾ ਫਤਿਹ ਬੁਲਾਈ ਤੇ ਕਿਹਾ, ਮੈਂ ਇੰਡੀਆ ਤੋਂ ਆਇਆ। ਉਹ ਮੁਸਕਰਾਇਆ, ਕਹਿਣ ਲੱਗਾ, ਆਓ ਬੈਠੋ, ਤੇ ਕੰਮ 'ਚ ਰੁੱਝ ਗਿਆ। ਮੈਂ ਉਹਨੂੰ ਕਿਹਾ, ਮੈਂ ਤੁਹਾਨੂੰ ਜਾਣਦਾ, ਤੁਸੀਂ ਮੋਹਾਲੀ 'ਚ? ਉਹਨੇ ਕਿਹਾ, ਕੁਛ ਯਾਦ ਨਹੀਂ, ਅਸੀਂ ਮੋਹਾਲੀ 'ਚ ਰਹੇ ਹੀ ਨਹੀਂ। ਥੋੜ੍ਹੀ ਦੇਰ ਬਾਅਦ ਉਹ ਕਿਚਨ 'ਚੋਂ ਇੱਕ ਕੱਪ ਚਾਹ ਦਾ ਲੈ ਆਇਆ, ਕਹਿਣ ਲੱਗਾ, ਪੀਓ। ਫਿਰ ਕਿਚਨ 'ਚ ਜਾ ਵੜਿਆ, ਕਹਿਣ ਲੱਗਾ, ਇੰਡੀਆ 'ਚ ਹੋਰ ਗੱਲ ਹੈ। ਤੇ ਫਿਰ ਵਾਪਸ ਕਿਚਨ 'ਚ ਚਲਾ ਗਿਆ ਜਿੱਥੇ ਇੱਕ ਹੋਰ ਬੰਦਾ ਕੰਮ ਕਰ ਰਿਹਾ ਸੀ। ਟੈਲੀਫੋਨ ਦੀ ਘੰਟੀ ਸੁਣੋ ਕਾਹਲੀ ਨਾਲ ਬਾਹਰ ਕਾਊਂਟਰ ਕੋਲ ਆਇਆ। ਮੈਂ ਚਾਹ ਪੀਂਦਾ ਉਹਦੇ ਵੱਲ ਵੇਖ ਰਿਹਾ ਸੀ। ਕੋਲ ਆ ਕੇ ਕਹਿਣ ਲੱਗਾ, ਤੁਸੀਂ ਰੀਟਾ ਨੂੰ ਹੁਣੇ ਮਿਲੇ ਸੀ? ਕੌਣ ਰੀਟਾ? ਮੇਰੀ ਵਾਈਫ। ਮੋਬਾਈਲ ਤੇ ਉਹਨੇ ਦੱਸਿਆ, ਕੋਈ ਬੰਦਾ ਇੰਡੀਆ ਤੋਂ ਆਇਆ, ਰਸਤੇ 'ਚ ਉਹਨੂੰ ਰੋਕ ਕੇ ਟਾਈਮ ਵੇਸਟ ਕਰ ਦਿੱਤਾ। ਮੈਂ ਉੱਠ ਖਲੋਤਾ। ਅੱਛਾ, ਮੈਂ ਚੱਲਦਾ। ਉਹ ਕਿੱਥੇ ਰਹਿ ਰਹੇ ਹੋ? ਇਹ ਪੁੱਛਦਿਆਂ ਰੈਸਟੋਰੈਂਟ ਦੀਆਂ ਕੁਰਸੀਆਂ ਮੇਜ਼ ਸੈੱਟ ਕਰੀ ਜਾ ਰਿਹਾ ਸੀ। ਉਹਨੇ ਮੇਰਾ ਹੋਟਲ ਦਾ ਨਾਂ ਸਿਰਨਾਵਾਂ ਪੁੱਛ ਲਿਆ। ਕਹਿੰਦਾ, ਮੈਂ ਜਾਣਦਾ ਉਸ ਹੋਟਲ ਨੂੰ, ਮੈਂ ਤੁਹਾਨੂੰ ਕੱਲ੍ਹ ਸਵੇਰੇ ਫੋਨ ਕਰਾਂਗਾ। ਮੇਰਾ ਖਿਆਲ ਹੈ ਮੈਂ ਵੀ ਤੁਹਾਨੂੰ ਦੇਖਿਆ ਹੈ, ਪਰ ਹੁਣ ਪੁਰਾਣੀਆਂ ਗੱਲਾਂ ਯਾਦਾਂ ਬਣ ਗਈਆਂ। ਇੱਥੇ ਹੀ ਸਵੇਰੇ ਸ਼ਾਮ ਮੱਤ ਮਾਰੀ ਰਹਿੰਦੀ ਹੈ। ਰੀਟਾ ਦੀ ਮੈਂਟਲ ਕੰਡੀਸ਼ਨ ਠੀਕ ਨਹੀਂ। ਮੇਰਾ ਵੀ ਦਿਲ ਤੁਹਾਡੇ ਨਾਲ ਗੱਲਾਂ ਕਰਨ ਨੂੰ ਕਰਦਾ ਹੈ। ਤੁਹਾਨੂੰ ਮੈਂ ਕੱਲ੍ਹ ਸਵੇਰੇ 11 ਵਜੇ ਫੋਨ ਕਰਕੇ ਹੋਟਲ ਤੋਂ ਲੈ ਜਾਵਾਂਗਾ। ਹੁਣ ਮੈਂ ਸੌਰੀ ਹਾਂ। ਇਸ ਦੌਰਾਨ ਉਹ ਰੈਸਟੋਰੈਂਟ ਨੂੰ ਐਨ ਸੈੱਟ ਕਰ ਚੁੱਕਾ ਸੀ। ਅੰਦਰੋਂ ਸ਼ੀਸ਼ੇ ਰਾਹੀਂ ਬਾਹਰ ਸਟਰੀਟ 'ਚੋਂ ਗੁਜ਼ਰਦੇ ਬੰਦੇ ਦਿਸ ਰਹੇ ਸਨ। ਕੁਝ ਇੱਕ ਗੋਰੇ ਟੂਰਿਸਟ ਰੈਸਟੋਰੈਂਟ ਦੇ ਬਾਹਰ ਰੱਖੇ ਬੋਰਡ ਨੂੰ ਪੜ੍ਹ ਰਹੇ ਸਨ, ਜਿਸ ਤੇ ਭਾਰਤੀ ਪਕਵਾਨਾਂ ਦੀ ਤਫਸੀਲ ਦਿੱਤੀ ਸੀ। ਉਹ ਅੰਦਰ ਆ ਕੇ ਬੈਠ ਗਏ। ਉਹ ਕਾਹਲੀ 'ਚ ਮੈਨਿਊ ਫੜੀ ਉਹਨਾਂ ਪਾਸ ਗਿਆ। ਹਾਏ, ਗੁੱਡ ਈਵਨਿੰਗ ਕਿਹਾ। ਮੁਸਕਰਾਹਟ ਸੁੱਟੀ ਤੇ ਮੈਨਿਊ ਉਹਨਾਂ ਦੇ ਅੱਗੇ ਕੀਤਾ। ਉਹਨੂੰ ਨਹੀਂ ਸੀ ਪਤਾ ਕਿ ਮੈਂ ਬਾਹਰ ਕਦ ਨਿਕਲ ਆਇਆ। ਹੋਟਲ 'ਚ ਆ ਕੇ ਮੈਂ ਰਾਤ ਗਈ ਤੱਕ ਅੱਜ ਜੋ ਵਾਪਰਿਆ ਉਸ ਬਾਰੇ ਸੋਚਦਾ ਰਿਹਾ। ਹੁਣ ਇਸ ਗਲਪ ਨੂੰ ਮੈਂ ਦੁਬਾਰਾ ਦਲੀਪ ਨਾਲ ਦੂਜੇ ਦਿਨ ਹੋਈਆਂ ਗੱਲਾਂ ਵਾਲੇ ਪਾਸੇ ਮੋੜਦਾ। ਮੈਂ ਮੋਹਾਲੀ ਦੇ ਦਿਨਾਂ ਬਾਰੇ ਗੱਲ ਕੀਤੀ ਤਾਂ ਉਹਨੇ ਅਣਸੁਣੀ ਕਰਕੇ ਫੁਰਸਤ ਕਿੱਥੇ ਆ ਪੁਰਾਣੀਆਂ ਗੱਲਾਂ ਬਾਰੇ ਸੋਚਣ ਦੀ ਕਿਹਾ ਤੇ ਮਾਮਲਾ ਸਮੇਟ ਦਿੱਤਾ। ਫਿਰ ਅਚਾਨਕ ਬੋਲ ਪਿਆ, ਪਹਿਲਾਂ ਤਾਂ ਅਸੀਂ ਔਖੇ ਹੋ ਕੇ ਵੀ ਖੁਸ਼ ਸੀ, ਸੋਚਦੇ ਕਿ ਚੰਗਾ ਕੀਤਾ ਦੇਸ਼ ਛੱਡ ਆਏ। ਉੱਥੇ ਕੀ ਪਿਆ ਕਿ ਹੁਣ ਉਮਰ ਵੱਧ ਰਹੀ ਆ, ਵੱਧਦੀ ਉਮਰ 'ਚ ਬੰਦਾ ਹੋਰ ਤਰ੍ਹਾਂ ਸੋਚਦਾ ਹੈ। ਕਿਵੇਂ ਸੋਚਦਾ? ਹੁਣ ਕੀ ਸੋਚ ਚੱਲ ਰਹੀ ਹੈ? ਇਹੀ, ਜੇ ਦੇਸ਼ 'ਚ ਕੁਝ ਨਹੀਂ ਪਿਆ ਤਾਂ ਇੱਥੇ ਵੀ ਕੁਝ ਨਹੀਂ। ਜੋ ਗਵਾਇਆ ਉਹ ਵਾਧੂ ਦਾ। ਇਕੱਲਤਾ ਹੰਢਾਈ, ਇਕੱਲਤਾ ਹੱਡਾਂ 'ਚ ਇੰਨੀ ਰਚ ਗਈ ਕਿ ਕਿਸੇ ਨਾਲ ਹੁਣ ਸੁਰ ਨਹੀਂ ਰਲਦੀ। ਰੀਟਾ ਆਪਣੇ ਬੰਦੇ ਦੀ ਸ਼ਕਲ ਵੇਖ ਲਏ ਤਾਂ ਟੈਂਸ ਹੋ ਜਾਂਦੀ ਹੈ, ਜਿਵੇਂ ਲੁੱਟ ਕੇ ਲੈ ਜਾਏਗਾ। ਮੈਂ ਉਹਨੂੰ ਸਪਾਟ ਸਵਾਲ ਪੁੱਛਿਆ, ਤੁਸੀਂ ਖੁਸ਼ ਨਹੀਂ? ਸਵਾਲ ਖੁਸ਼ੀ ਦਾ ਨਹੀਂ। ਮੈਂ ਕਈ ਵਾਰ ਸੋਚਿਆ ਆਪਣੇ ਬੰਦੇ ਕਮਾਈ ਕਰਨ ਆਏ, ਕਮਾਈਆਂ ਬਹੁਤ ਕੀਤੀਆਂ, ਫਿਰ ਵੀ ਦੁਖੀ ਕਿਉਂ? ਦੱਸ ਸਕਦੇ ਹੋ ਕਿਉਂ? ਲਟੋਰੀਆਂ ਮਾਰਨ ਵਾਲਾ ਇਹਦੇ ਬਾਰੇ ਕੀ ਦੱਸ ਸਕਦਾ ਸੀ? ਚੁੱਪ ਰਿਹਾ। ਟੈਨਸ਼ਨ ਇਹ ਹੈ ਕਿ ਸਿਵਾਏ ਕਮਾਈ ਦੇ ਅਸੀਂ ਕਿਸੇ ਹੋਰ ਚੀਜ਼ ਨਾਲ ਆਪਣੇ ਆਪ ਨੂੰ ਰਿਲੇਟ ਹੀ ਨਹੀਂ ਕਰ ਸਕਦੇ, ਉਹਨੇ ਕਿਹਾ। ਇਹ ਨੁਕਤਾ ਮੈਨੂੰ ਬਹੁਤ ਚੰਗਾ ਲੱਗਾ। ਮੈਂ ਡਾਇਰੀ ਕੱਢ ਕੇ ਉਹਦੀਆਂ ਗੱਲਾਂ ਨੋਟ ਕਰਨ ਲੱਗਾ। ਇੱਥੇ ਵੱਧ ਤੋਂ ਵੱਧ ਬੱਚੇ ਪਾਲੇ। ਬੱਚੇ ਤਾਂ ਅਸੀਂ ਉੱਥੇ ਵੀ ਚੰਗੀ ਤਰ੍ਹਾਂ ਪਾਲ ਲੈਣੇ ਸੀ। ਮਿਡਲ ਕਲਾਸ ਬੰਦਾ ਹੋਰ ਕਰਦਾ ਵੀ ਕੀ ਹੈ? ਬੱਚੇ ਹੀ ਤਾਂ ਪਾਲਦਾ। ਬੱਚੇ ਪਾਲਦਾ, ਘਰ ਬਣਾਉਂਦਾ, ਤੁਰਦਾ ਬਣਦਾ। ਉਹਦੀ ਗੱਲ ਜਾਰੀ ਰਹੀ, ਬੱਚਿਆਂ ਦੀ ਬਹੁਤ ਟੈਨਸ਼ਨ ਹੈ। ਤੁਸੀਂ ਇੰਡੀਆ 'ਚ ਬੈਠੇ ਸੋਚ ਨਹੀਂ ਸਕਦੇ ਇਹਦੇ ਬਾਰੇ। ਇੱਥੇ ਬੱਚੇ ਬੜੇ ਇੰਡੀਪੈਂਡੈਂਟ ਨੇ। ਕਹਿੰਦੇ ਆ ਸਾਨੂੰ ਬੌਦਰ ਨਾ ਕਰੋ, ਪਰ ਇੰਡੀਅਨ ਪੈਰੈਂਟਸ ਨੂੰ ਤਾਂ ਬੱਚਿਆਂ ਦਾ ਰੋਗ ਲੱਗਾ ਹੁੰਦਾ। ਬੱਚਿਆਂ ਤੋਂ ਇਲਾਵਾ ਕਿਸੇ ਹੋਰ ਨਾਲ ਰਿਲੇਟ ਹੀ ਨਹੀਂ ਕਰਦੇ। ਬੱਚਿਆਂ ਨੂੰ ਕਮਾਈ ਦਾ ਹਿੱਸਾ ਸਮਝਦੇ ਆ। ਮੈਂ ਉਹਦਾ ਬੱਚਿਆਂ ਦੇ ਰੋਗ ਵਾਲਾ ਬਿਆਨ ਵੀ ਨੋਟ ਕਰ ਲਿਆ, ਪੱਤਰਕਾਰਾਂ ਵਾਲੀ ਆਦਤ ਅਨੁਸਾਰ। ਤੁਸੀਂ ਸੋਚੋਗੇ ਐਵੇਂ ਮਾਰੀ ਜਾ ਰਹੇ, ਅਸੀਂ ਲੋਕ ਤਾਂ ਆਪਣੇ ਆਪ ਨਾਲ ਵੀ ਰਿਲੇਟ ਨਹੀਂ ਹੋ ਸਕਦੇ। ਫੁਰਸਤ ਹੀ ਕਿੱਥੇ ਹੈ? ਇਹ ਤਾਂ ਕਮਾਲ ਦਾ ਨੁਕਤਾ ਪੇਸ਼ ਕੀਤਾ। ਅਸੀਂ ਇੱਥੇ ਕੀ ਕਰਨਾ ਹੈ? ਜ਼ਿਆਦਾ ਕਮਾਈ ਕਰਨ? ਇਹੀ ਗੱਲ ਹੈ ਨਾ, ਕਿ ਹੋਰ ਕੋਈ ਕਾਰਨ ਹੈ? ਉਹ ਮੇਰੇ ਮੂੰਹ ਵੱਲ ਵੇਖਣ ਲੱਗਾ। ਕੰਮ ਦੀ ਗੱਲ ਹੋ ਰਹੀ ਹੋਵੇ ਤਾਂ ਮੈਂ ਲਟਬੌਰੀਆਂ ਵਾਲਾ ਨੁਸਖਾ ਵਰਤਣੋਂ ਰੁਕ ਜਾਣਾ। ਚੁੱਪ ਰਿਹਾ। ਸੋਚਿਆ ਉਹ ਕੋਈ ਹੋਰ ਵਧੀਆ ਗੱਲ ਕਰੇਗਾ। ਕਹਿਣ ਲੱਗਾ, ਜਦ ਆਈ ਕਮਾਈ ਕਰਨਾ ਤਾਂ ਹੋਰ ਇੱਥੇ ਅਸੀਂ ਕਰ ਵੀ ਕੀ ਸਕਦੇ ਹਾਂ? ਫਿਰ ਬੋਲਿਆ, ਕਮਾਈ, ਹੋਰ ਕਮਾਈ, ਬਾਣੀਆਂ ਵਾਲਾ ਮਕਸਦ ਹੈ। ਮੈਂ ਉੱਥੇ ਲੁਧਿਆਣੇ ਦੀ ਐਗਰੀਕਲਚਰ ਯੂਨੀਵਰਸਿਟੀ 'ਚ ਰਿਸਰਚ ਕਰਦਾ ਸੀ। ਪਾਗਲਪਨ ਦਾ ਦੌਰਾ ਪਿਆ ਕਿ ਇੱਥੇ ਆ ਗਿਆ। ਸਾਰੀ ਉਮਰ ਤੰਦੂਰ ਤੇ ਮੁਰਗਾ ਪਕਾਉਂਦਾ ਰਿਹਾ, ਮਿੱਸੀਆਂ ਰੋਟੀਆਂ ਲਗਾਉਂਦਾ ਰਿਹਾ। ਇੱਕ ਦਿਨ ਇੱਥੋਂ ਦੀ ਇੱਕ ਵਿਗਿਆਪਨ ਏਜੰਸੀ ਵਾਲੇ ਆਏ। ਆਖਿਆ, ਅਸੀਂ ਤੁਹਾਡੇ ਵਰਗੇ ਕਿਸੇ ਪੱਗ ਵਾਲੇ ਦੇ ਪਰਿਵਾਰ ਦੀ ਸ਼ੂਟਿੰਗ ਕਰਨੀ ਹੈ, ਇੱਕ ਏਅਰਲਾਈਨਸ ਲਈ ਵਿਗਿਆਪਨ ਲਈ। ਸਾਰਾ ਦਿਨ ਸ਼ੂਟਿੰਗ ਹੁੰਦੀ ਰਹੀ। ਵਿਗਿਆਪਨ ਛਪਿਆ, ਹੈਪੀ ਫੈਮਿਲੀ ਦੀ ਚੋਣ ਹੈ।
ਅਗਾਂਹ ਏਅਰਲਾਈਨਸ ਦਾ ਨਾਂ ਸੀ। ਉਹ ਹੱਸਣ ਲੱਗਾ। ਅਸੀਂ ਤਾਂ ਜੀ ਵਿਗਿਆਪਨੀ ਬੰਦੇ ਹਾਂ। ਇੱਕ ਹਸਬੈਂਡ ਵਾਈਫ ਮੋਹਾਲੀ ਤੋਂ ਜਿਹੜੇ ਇੱਥੇ ਆਏ, ਉਹ ਮੈਂ ਤਾਂ ਤੁਹਾਨੂੰ ਉਹੀ, ਜਿਵੇਂ ਉਹਨੇ ਮੇਰੀ ਗੱਲ ਹੀ ਨਹੀਂ ਸੁਣੀ। ਬੋਲਿਆ ਬੱਚੇ ਪਾਲ ਕੇ ਵੱਡੇ ਕੀਤੇ ਤਦ ਪਤਾ ਲੱਗਾ ਅਸੀਂ ਤਾਂ ਉਹਨਾਂ ਦੀ ਲਾਈਫ ਵਿੱਚ ਰੁਕਾਵਟ ਬਣੇ ਬੈਠੇ ਹਾਂ। ਸਭ ਚਲੇ ਗਏ, ਅਸੀਂ ਇਕੱਲੇ। ਦੱਸੋ ਗੱਲ ਕੀ ਬਣੀ? ਇਕੱਲੇ? ਕੱਲ ਮੈਂ ਇਹੀ ਗੱਲ ਤੁਹਾਡੀ ਪਤਨੀ ਨੂੰ ਕਹੀ ਤਾਂ ਉਸ ਕਿਹਾ ਇਕੱਲੇ ਕਾਹਦੇ, ਸਾਡੇ ਤਾਂ 2 ਢਾਬੇ ਹੈ। ਉਹ ਹੱਸ ਪਿਆ, ਕਹਿਣ ਲੱਗਾ ਕੱਲ ਉਹਨੇ ਸੈਡੇਟਿਵ ਦੀ ਦੋਹਰੀ ਡੋਜ਼ ਲੈ ਰੱਖੀ ਸੀ। ਅਚਾਨਕ ਸੁੱਤੀ ਉੱਠ ਕੇ ਤੁਰ ਪਈ ਕਿ ਗ੍ਰੀਨ ਸਲਾਦ ਲਿਆਉਣਾ। ਰਸਤੇ 'ਚ ਤੁਸੀਂ ਮਿਲ ਗਏ। ਰਾਤੀ ਮੈਨੂੰ ਕਹਿਣ ਲੱਗੀ ਉਹ ਤੁਹਾਡੇ ਨਾਲ ਬੜੀਆਂ ਉਟਪਟਾਂਗ ਗੱਲਾਂ ਕਰਦੀ ਰਹੀ ਹੈ। ਉਹ ਵਿੱਚ ਕਾਫੀ ਦੇਰ ਚੁੱਪ ਵੀ ਰਹਿੰਦਾ, ਫਿਰ ਆਪੇ ਗੱਲ ਸ਼ੁਰੂ ਕਰਦਾ। ਹੁਣ ਕੰਮ ਬਹੁਤ ਹੈ, ਭਾਵੇਂ ਇਸ ਸਾਲ ਟੂਰਿਸਟ ਜ਼ਿਆਦਾ ਨਹੀਂ ਆਏ, ਕਿਸੇ ਗੱਲ ਦੀ ਤੋਟ ਨਹੀਂ, ਪਰ ਸੋਚੀਦਾ ਹੈ ਵੀ ਇਹਦੇ ਵਿੱਚ ਖੁਸ਼ੀ ਵਾਲੀ ਕੀ ਗੱਲ ਹੈ। ਜੋ ਕੁਝ ਪਹਿਲਾਂ ਪ੍ਰਾਪਤੀ ਲੱਗਦੀ ਹੈ, ਉਮਰ ਵੱਧਦੀ ਹੈ ਤਾਂ ਲੱਗਦਾ ਹੈ ਜ਼ਿੰਦਗੀ ਭਰ ਭਕਾਈ ਕਰਦੇ ਰਹੇ। ਨਿੱਕੀ ਬੇਟੀ ਮਿਲੂ ਬਹੁਤ ਜ਼ਹੀਨ ਹੈ, ਅਮਰੀਕਾ 'ਚ ਇੱਕ ਹਸਪਤਾਲ 'ਚ ਨਰਸ ਲੱਗੀ ਹੋਈ ਹੈ। ਫੋਨ ਤੇ ਮਾਂ ਨੂੰ ਡਾਂਟੇਗੀ ਕਿ ਮਾਮਾ ਤੁਸੀਂ ਤਾਂ ਜ਼ਿੰਦਗੀ ਜਿਉਣ ਤੋਂ ਹੀ ਡਰਦੇ ਰਹੇ। ਹੁਣ ਸੋਚੀਦਾ ਬੱਚਿਆਂ ਨੂੰ ਵੱਧ ਪਤਾ ਹੈ। ਕਿਉਂ? ਕਿਵੇਂ? ਇਹੀ ਵੀ ਅਸੀਂ ਲੋਭਾਂ ਦੇ ਪੱਟੇ ਇੱਥੇ ਆਏ, ਕਈ ਲੋੜਾਂ ਦੇ ਪੱਟੇ ਆਏ, ਬਹੁਤੇ ਲੋਭਾਂ ਦੇ ਪੱਟੇ ਆਏ। ਜਾਂ ਇੰਝ ਕਹੋ, ਉੱਥੇ ਆਪਣੇ ਇੰਡੀਆ 'ਚ ਮਨ ਬੇਚੈਨ ਸੀ, ਕਈਆਂ ਨੂੰ ਹਿਲਜੁਲ ਦੀ ਤਾਂਘ ਸੀ, ਇੱਥੇ ਆ ਕੇ ਵੱਜ ਗਏ ਕਮਾਈਆਂ 'ਚ। ਕਈਆਂ ਨੇ ਬੱਚਿਆਂ ਦੀ ਪਰਵਾਹ ਨਾ ਕੀਤੀ, ਪਰ ਰੀਟਾ ਤੇ ਮੈਂ ਬੱਚਿਆਂ ਨੂੰ ਪਹਿਲ ਦਿੱਤੀ। ਹੁਣ ਬੱਚੇ ਆਪਣੇ ਨਹੀਂ ਰਹੇ, ਅਫਸੋਸ ਹੁੰਦਾ ਹੈ ਜਿਵੇਂ ਕਮਾਈ ਰੁੜ ਗਈ ਹੋਵੇ। ਕਮਾਈ ਦੇ ਮੁੱਦੇ ਲਈ ਆਏ, ਉਸ ਵਿੱਚ ਕਾਮਯਾਬ ਹੋਏ। ਉਹਨੇ ਵੋਦਕਾ ਦਾ ਆਪ ਹੀ ਨਵਾਂ ਪੈਗ ਬਣਾਇਆ। ਬੋਲਿਆ ਪਰ ਕਾਹਦੀ ਕਾਮਯਾਬ ਹੋਏ? ਅੰਦਰ ਤਾਂ ਖਾਲੀ ਖਾਲੀ ਪਿਆ। ਉਹ ਗਲਾਸ ਖਤਮ ਕਰਦਿਆਂ ਬੋਲਿਆ ਖਾਲੀ ਖਾਲੀ ਅੰਦਰ ਪਿਆ, ਜਿਵੇਂ ਗਲਾਸ ਹੁਣੇ ਭਰਿਆ ਸੀ ਤੇ ਹੁਣੇ ਖਾਲੀ ਹੋ ਗਿਆ। ਇਹ ਫੇਰ ਭਰ ਸਕਦਾ ਹੈ, ਮੈਂ ਕਿਹਾ। ਹਾਂ, ਪਰ ਖਾਲੀ ਹੋਣ ਲਈ ਇਹਨੇ ਭਰਨਾ। ਉਹਦੀਆਂ ਗੱਲਾਂ 'ਚੋਂ ਪੱਕ ਹੋ ਚੁੱਕੀ ਸੀ। ਉਹ ਮੋਹਾਲੀ ਵਾਲਾ ਨਹਿਰਾਂ ਦੇ ਮਹਿਕਮੇ 'ਚ ਕੰਮ ਕਰਦਾ ਓਵਰਸੀਅਰ ਨਹੀਂ ਸੀ। ਰੀਟਾ ਦਾ ਵੀ ਇਹੋ ਹਾਲ ਹੈ। ਕੁੜੀਆਂ ਦੇ ਫੋਨ ਉਡੀਕੀ ਜਾਏਗੀ। ਡਿਪਰੈਸ਼ਨ ਤੋਂ ਬਚਣ ਲਈ ਸਾਰਾ ਦਿਨ ਕੰਮ 'ਚ ਗੁਜ਼ਾਰ ਦੇਈਦਾ। ਉਹ ਸੈਡੇਟਿਵ ਨਾ ਖਾਵੇ ਤਾਂ ਵਕਤ ਨਿਕਲਣਾ ਮੁਸ਼ਕਿਲ ਹੋ ਜਾਏ। ਉਹਦੇ ਮੂਡ ਦਾ ਪਤਾ ਨਹੀਂ ਚੱਲਦਾ। ਕੱਲ ਉਹ ਤੁਹਾਨੂੰ ਮਿਲੀ, ਆ ਕੇ ਗੁੱਸੇ 'ਚ ਬੜਾ ਬੋਲੀ। ਆਪਣੇ ਬੰਦਿਆਂ ਨੂੰ ਮੈਨਰਸ ਪਤਾ ਨਹੀਂ ਕਦ ਆਉਣਗੇ। ਮੈਂ ਕਿਹਾ ਫਿਰ ਕੀ ਹੋਇਆ ਜੇ ਕਿਸੇ ਨੇ ਬੁਲਾ ਕੇ ਗੱਲ ਕਰ ਲਈ? ਤੂੰ ਨਹੀਂ ਸੀ ਕਰਨੀ। ਹੁਣ ਜਦ ਮੈਂ ਦੱਸਿਆ ਕਿ ਮੈਂ ਤੁਹਾਨੂੰ ਹੀ ਮਿਲਣ ਜਾਣਾ ਤਾਂ ਕਹਿਣ ਲੱਗੀ ਮੇਰੇ ਵੱਲੋਂ ਸੌਰੀ ਕਹਿ ਦੇਣਾ। ਇਹ ਰੀਟਾ ਨਾਲ ਹੋਏ ਟਾਕਰੇ ਤੋਂ ਦੂਜੇ ਦਿਨ ਦੀਆਂ ਗੱਲਾਂ। ਜਦ ਦਲੀਪ ਮੈਨੂੰ ਹੋਟਲ ਤੋਂ ਲੈ ਗਿਆ, ਅਸੀਂ ਕਿਤੇ ਦੂਰ ਇੱਕ ਕਾਰ 'ਚ ਬੈਠੇ ਸੀ। ਮੇਰੇ ਜ਼ਹਿਨ 'ਚ ਉਹਦੇ ਬੱਚਿਆਂ ਬਾਰੇ ਘੁੰਡੀਆਂ ਸਨ, ਖਾਸ ਕਰਕੇ ਬਾਲਟੀਮੋਰ ਬਾਰੇ, ਜਿੱਥੇ ਉਹਨਾਂ ਦੀ ਬੇਟੀ ਮੀਲੂ ਹਸਪਤਾਲ 'ਚ ਨਰਸ ਸੀ। ਮੈਂ ਇਸ ਬਾਰੇ ਉਹਨੂੰ ਦੁਬਾਰਾ ਪੁੱਛ ਲਿਆ। ਕਹਿਣ ਲੱਗਾ ਗੱਲ ਬੜੀ ਪਰਸਨਲ ਹੈ। ਮੀਲੂ ਦਾ ਇੱਕ ਬॉयਫ੍ਰੈਂਡ ਹੈ, ਬਲੈਕ। ਸਾਨੂੰ ਨਹੀਂ ਸੀ ਪਤਾ ਇਹਦਾ। ਰੀਟਾ ਉੱਥੇ ਗਈ ਤਾਂ ਉਹ ਮੁੰਡਾ ਮੀਲੂ ਨਾਲ ਹੀ ਰਹਿੰਦਾ ਸੀ। ਇਸ ਗੱਲ ਤੇ ਰੀਟਾ ਪਾਗਲ ਹੋ ਉੱਠੀ। ਕੁੜੀ ਨੇ ਕਹਿ ਦਿੱਤਾ ਮੌਮ, ਜੈਕ ਇੱਥੇ ਮੇਰੇ ਕੋਲ ਹੀ ਰਹੇਗਾ। ਜੇ ਤੈਨੂੰ ਪਸੰਦ ਨਹੀਂ ਤਾਂ ਅਗਲੀ ਫਲਾਈਟ ਤੇ ਬੋਸਟਨ ਟੀਲੂ ਕੋਲ ਚਲੀ ਜਾ। ਮੀਲੂ ਬੜੀ ਸ਼ਾਰਪ ਕੁੜੀ ਹੈ। ਉਹ ਸਾਨੂੰ ਇਹੀ ਕੋਸਦੀ ਹੈ ਕਿ ਡੈਡੀ ਤੁਸੀਂ ਆਪ ਤਾਂ ਦੁਨੀਆ ਨਾਲ ਰਿਲੇਟ ਕਰਨ ਦੇ ਸਮਰੱਥ ਨਹੀਂ ਰਹੇ, ਸਾਨੂੰ ਕਿਉਂ ਰੋਕਦੇ ਹੋ? ਉਹ ਤਾਂ ਸ਼ਰੇਆਮ ਕਹਿੰਦੀ ਹੈ ਕਿ ਅਸੀਂ ਜਿਉਣਾ ਨਹੀਂ ਸਿੱਖਿਆ। ਕਹਿੰਦੀ ਹੈ ਪਲੀਜ਼ ਲੈਟਸ ਲਿਵ ਆਰ ਓਨ ਲਾਈਫ। ਮੈਂ ਸੋਚਦਾ ਉਹ ਠੀਕ ਹੀ ਕਹਿੰਦੀ ਹੈ। ਅਸੀਂ ਪੌਂਡਾਂ ਡਾਲਰਾਂ ਦੇ ਪਿੱਸੂ ਬਣ ਕੇ ਰਹਿ ਗਏ, ਇਹੀ ਸਾਡੀ ਪਛਾਣ ਬਣ ਗਈ। ਉਹਨੇ ਸਾਰੀ ਗੱਲ ਹੀ ਮੁਕਾ ਦਿੱਤੀ। ਮੈਂ ਗੱਲ ਦੂਜੇ ਪਾਸੇ ਪਾਉਣ ਲਈ ਪੁੱਛਿਆ ਇੱਥੇ ਇੱਕ ਮੀਆਂ ਬੀਵੀ ਬਹੁਤ ਪਹਿਲਾਂ ਆਏ ਸੀ। ਬੀਵੀ ਮੋਹਾਲੀ ਦੇ ਇੱਕ ਨਰਸਰੀ ਸਕੂਲ 'ਚ ਟੀਚਰ ਸੀ। ਉਹਨਾਂ ਨੂੰ ਤਾਂ ਇੱਥੋਂ ਗਿਆ 20 ਸਾਲ ਹੋ ਗਏ। ਇੱਥੇ ਉਹ 2-3 ਸਾਲ ਰਹੇ। ਉਹਨਾਂ ਦੀ ਇੱਕ ਬੇਟੀ ਸੀ। ਉਹ ਲੇਡੀ ਬੜੀ ਜ਼ਹੀਨ ਸੀ, ਸਮਾਰਟ। ਹਸਬੈਂਡ ਵਾਈਫ ਦੀ ਬਣਦੀ ਨਹੀਂ ਸੀ। ਇੱਕ ਦਿਨ ਅਚਾਨਕ ਬਿਨਾਂ ਦੱਸਿਓ ਕੈਨੇਡਾ ਆਪਣੇ ਭਰਾ ਪਾਸ ਚਲੀ ਗਈ। ਕੁੜੀ ਨੂੰ ਨਾਲ ਲੈ ਗਈ। ਇੱਕ ਗੋਰੇ ਨਾਲ ਸ਼ਾਦੀ ਕਰ ਲਈ। ਹਸਬੈਂਡ ਉਹਦਾ ਇੱਥੇ ਰਿਹਾ ਹੋਰ 2 ਕੁ ਸਾਲ। ਸ਼ਰਾਬ ਬਹੁਤ ਪੀਣ ਲੱਗ ਪਿਆ। ਫਿਰ ਉਹਦਾ ਇੱਕ ਕਜ਼ਨ ਹੈ ਬਰਮਿੰਘਮ, ਉੱਥੇ ਚਲਾ ਗਿਆ। ਅਸੀਂ ਉੱਠ ਕੇ ਬਾਰ 'ਚੋਂ ਬਾਹਰ ਆਏ ਤਾਂ ਅਚਾਨਕ ਕੁਛ ਯਾਦ ਕਰਕੇ ਉਹਨੇ ਕਿਹਾ ਤੁਹਾਨੂੰ ਦੱਸਾਂ ਉਸ ਤੁਹਾਡੀ ਮੋਹਾਲੀ ਵਾਲੀ ਫੈਮਿਲੀ ਬਾਰੇ ਦਿਲਚਸਪ ਗੱਲ। ਪਿਛਲੇ ਸਾਲ ਇੱਕ ਕੁੜੀ ਸਾਡੇ ਪਾਸ ਆਈ। ਕਹਿਣ ਲੱਗੀ ਡੂ ਯੂ ਨੋ ਵਨ ਮਿਸਟਰ ਡਾਲੀਵਾਲ who worked in an Indian restaurant some 20 years ago? ਕੁੜੀ ਨੇ ਕਿਹਾ ਕਿ ਉਹ ਧਾਲੀਵਾਲ ਦੀ ਹੀ ਧੀ ਸੀ ਤੇ ਆਪਣੇ ਬਾਪ ਨੂੰ ਲੱਭਣ ਆਈ ਸੀ। ਅਸੀਂ ਕੁੜੀ ਨੂੰ ਬਰਮਿੰਘਮ ਜਾ ਕੇ ਪਤਾ ਕਰਨ ਲਈ ਕਿਹਾ।
ਬੰਦਿਆਂ ਨਾਲ ਇਦਾਂ ਵੀ ਬੀਤਦੀ ਹੈ। ਸਾਡੇ ਲੋਕਾਂ ਦੇ ਟੱਬਰਾਂ ਦਾ ਤਾਂ ਪਹਿਲਾਂ ਹੀ ਗਲੋਬਲਾਈਜੇਸ਼ਨ ਹੋਇਆ ਪਿਆ। ਜਿਸ ਸਵੇਰ ਮੈਂ ਗੱਡੀ ਫੜਨੀ ਸੀ ਉਹਨਾਂ ਨੂੰ ਮਿਲਣ ਰਾਵੀ ਰੈਸਟੋਰਾਂ ਗਿਆ। ਰੀਟਾ ਬੜੇ ਤਪਾਕ ਨਾਲ ਮਿਲੀ। ਉਹਨੇ ਕਿਹਾ ਕਿ ਉਹ ਪਰਸੋਂ ਲਈ ਸੌਰੀ ਹੈ। ਪਤਾ ਨਹੀਂ ਕੀ ਗੱਲਾਂ ਕਰਦੀ ਰਹੀ। ਥੋੜ੍ਹੀ ਦੇਰ ਰੁਕਣ ਬਾਅਦ ਮੈਂ ਤੁਰਨ ਲੱਗਾ ਤਾਂ ਉਹ ਇੱਕ ਤਸਵੀਰ ਕੱਢ ਲਿਆਈ। ਇਹ ਹੈਪੀ ਫੈਮਿਲੀ ਵਾਲੀ ਤਸਵੀਰ ਸੀ ਜਿਸ ਬਾਰੇ ਕੱਲ੍ਹ ਦਲੀਪ ਨੇ ਦੱਸਿਆ। ਤਸਵੀਰ 'ਚ ਸਭਨਾਂ ਦੇ ਚਿਹਰੇ ਤੰਦਰੁਸਤ ਅਤੇ ਚਹਿਕ ਰਹੇ ਸਨ। ਸੁੰਦਰ ਰੰਗਾਂ 'ਚ ਬਹੁਤ ਚੰਗਾ ਪ੍ਰਭਾਵ ਪੈਂਦਾ ਸੀ। ਰੀਟਾ ਨੇ ਕਿਹਾ, ਜੇ ਸਾਡੇ ਬਾਰੇ ਲਿਖਣਾ ਹੈ ਤਾਂ ਠੀਕ ਲਿਖਣਾ। ਤਸਵੀਰ ਛਾਪਣੀ ਹੋਈ ਤਾਂ ਇਹੀ ਸਭ ਤੋਂ ਚੰਗੀ ਹੈ। ਇੱਥੋਂ ਦੇ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਦੀ ਖਿੱਚੀ ਹੋਈ ਹੈ। ਮੈਂ ਕਿਹਾ, ਬਹੁਤ ਅੱਛਾ, ਥੈਂਕਸ ਕਹਿ ਕੇ ਮੈਂ ਕਾਹਲੀ 'ਚ ਤੁਰਨ ਲੱਗਾ ਸਟੇਸ਼ਨ ਵੱਲ। ਧੰਨਵਾਦ।